एक बार फिर तो हाजिर हाँ जी प्रोग्राम प्राइम फोकस लैके मैं गुरप्रीत संधावालिया ते तुसीं देख रहे हो प्राइम एशिया टीवी। समुची दुनिया इस प्रोग्राम नूं लाइव देखा जाता जी साडे टीवी चैनल के जरिए नाल दी नाल साडे यूट्यूब चैनल ते गल्लां बातां दो देशों च हुंदियां ने। भारत वाले पासों मैं ते दूसरे पासे मेरे वीर परमवीर बाठ होरी जमा कनेडा की धरती जिहड़ी कि जमन नूं फिरदी आ उहदे वाले पासों पता कर लीए। बंदा इस वेले कंबल लैके नहीं बैठा। आहा हा बाठ साहब की हाल ने? सत श्री अकाल जी, शुक्रिया जी, बहुत वधिया हाल चाल ठीक है। सवेरे तो मैं भा भेजे ही चलिया सी। अच्छा मैं फिर पिंड वाला काम। हाँ जी हाँ जी नहीं मैं बेनती सी भी बर्फ किदां पैण लगी कि नहीं अजे तुहाडे? नहीं ਜਿਹੜੇ ਪਿੰਡ 'ਚ ਮੈਂ ਆ ਉੱਥੇ ਬਰਫ਼ ਘੱਟੇ ਪੈਂਦੀ, ਇੱਕ ਦੋ ਵਾਰੀ ਪੈਂਦੀ, ਬਾਕੀ ਵਾਲੇ ਪਾਸੇ ਕੰਮ ਸ਼ੁਰੂ ਹੋ ਗਿਆ। ਚਿੱਟੀਆਂ ਚਾਦਰਾਂ ਜਿਹੜੀਆਂ ਉਹ ਵਿਛ ਗਈਆਂ। ਇੱਥੇ ਮੀਂਹ ਬਹੁਤ ਪੈਂਦਾ। ਤੇ ਸੰਧਾਲੀਆ ਸਾਹਿਬ ਅੱਜ ਸਵੇਰੇ ਕੀ ਹੋਇਆ ਜੀ, ਕਿਉਂਕਿ ਜੁੱਤੀ ਤਾਂ ਫਿਰ ਮੈਂ ਉਹੀ ਇੱਥੋਂ ਲੈ ਕੇ ਆਇਆ ਸੀ ਤੇ ਫਿਰ ਜਦੋਂ ਬਾਹਰ ਨਿਕਲਿਆ ਦਰਵਾਜ਼ਾ ਖੋਲ੍ਹਿਆ ਪ੍ਰੋਗਰਾਮ ਕਰਨ ਦੇ ਲਈ ਜਾਣਾ ਸੀ ਤਾਂ ਬਾਹਰ ਫਿਰ ਮੀਂਹ ਪਈ ਜਾਵੇ ਚੱਲ ਚੱਲ। ਮੈਂ ਫਿਰ ਇੱਥੇ ਵਾਲਾ ਫਾਰਮੂਲਾ ਕਰ ਲਿਆ, ਪਰ ਜੁੱਤੀ ਲਾ ਕੇ ਫੜੀ, ਹੱਥ 'ਚ ਪੈਂਟ ਟੰਗੀ, ਭੱਜ ਕੇ ਜਾ ਕੇ ਬਹਿ ਗਿਆ ਫਿਰ ਸਾਧਨ ਦੇ ਵਿੱਚ, ਸਵਾਰੀ ਦੇ ਵਿੱਚ, ਤੇ ਆ ਗਿਆ ਆਪਾਂ ਫੇਰ ਪਾ ਲਈ। ਬਾਕੀ ਸਾਰਿਆਂ ਦੀਆਂ ਗਿੱਲੀਆਂ, ਆਪਣੀ ਸੁੱਕੀ। ਆਹਾ ਵੇਖੋ ਗੱਲ ਪਤਾ ਕੀ ਹੈ, ਇਹ ਤੁਸੀਂ ਇੱਥੇ ਜਾ ਕੇ ਬੇਇੱਜ਼ਤੀ ਨਾ ਕਰਾਓ। ਘੱਟੋ ਘੱਟ ਮੇਰੀ ਉਹਨਾਂ ਨੂੰ ਪੁੱਛ ਲਓ ਕਿ ਕਿਹੜਾ ਬੂਟ ਬਾਟ ਕੋ ਪਾਉਂਦੇ ਆ। ਉਹ ਜਾਣੇ ਕਿਸ਼ਤਾਂ 'ਤੇ ਲੈ ਲਾਂਗੇ ਬੂਟ ਆਪਾਂ, ਜੇ ਮਹਿੰਗੇ ਆ ਤੇ ਆਪਾਂ ਪਰ ਲੈ ਲਈਏ ਉਹ ਵਾਲੇ। ਨਹੀਂ ਚਲੋ ਠੀਕ ਹੈ, ਇਹ ਗੱਲ ਤੁਹਾਡੀ ਠੀਕ ਆ। ਅੱਜ ਤਾਂ ਤੁਸੀਂ ਮੰਨ ਗਏ ਨਾ ਵੀ ਜੇ ਮੈਂ ਕੋਈ ਇੱਦਾਂ ਦੀ ਗੱਲਬਾਤ ਕਰਦਾ ਤਾਂ ਤੁਹਾਡੀ ਸ਼ਾਨ ਨੂੰ ਫਰਕ ਪੈਂਦਾ ਹੈ, ਤੁਹਾਡੀ ਇੱਜ਼ਤ ਨੂੰ ਵੱਟਾ ਲੱਗਦਾ ਹੈ। ਲੋਕੀ ਤੁਹਾਨੂੰ ਕਹਿਣਗੇ ਯਾਰ ਐਡਾ ਵੱਡਾ ਬੰਦਾ ਤੇ ਉਹਨੂੰ ਬੂਟ ਵੀ ਨਹੀਂ ਲੈ ਕੇ ਦਿੱਤੇ। ਨਹੀਂ ਮੈਂ ਤਾਂ ਹੀ ਆਖਿਆ ਵੀ ਇਹ ਕੰਮ ਨਹੀਂ ਕਰਨਾ। ਤੁਹਾਡੀ ਕਿਸੇ ਨੇ ਫੋਟੋ ਖਿੱਚ ਲਈ ਨਾ ਹੱਥ ਜੁੱਤੀ ਫੜੀ ਦੀ ਤੇ ਐਵੇਂ ਥੱਲੇ ਕੈਪਸ਼ਨ ਪਾ ਦੇਣੀ ਹੁੰਦੀ, ਪਰਮਵੀਰ ਬਾਠ ਭੱਜਾ ਜੁੱਤੀ ਹੱਥ 'ਚ ਫੜ ਕੇ। ਹੁਣ ਕਿੱਥੋਂ ਭੱਜਾ, ਕਿਵੇਂ ਭੱਜਾ, ਇਹ ਥੋੜ੍ਹਾ ਕਿਸੇ ਨੂੰ ਦੱਸਣਾ। ਕੀ ਖਿਆਲ ਆ? ਮੈਂ ਨਾ ਜੇ ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਅੱਜ ਮੈਨੂੰ ਚੇਤੇ ਆਉਂਦਾ ਸੀ। ਹੁਣ ਤਾਂ ਅਜੇ ਵੀ ਵਰਤੀਆਂ ਜਾਂਦੀਆਂ ਵੈਸੇ ਖੇਤਾਂ ਦੇ ਕੰਮ ਦੇ ਵਿੱਚ। ਅੱਗੇ ਬਹੁਤਾ ਕਰਕੇ ਨਾ ਪਿੰਡਾਂ ਦੇ ਵਿੱਚ ਸਿਆਲਾਂ ਨੂੰ ਇੱਕ ਰਬੜ ਦੀ ਜੁੱਤੀ ਹੁੰਦੀ ਸੀ, ਬੀਬੀਆਂ ਦੇ ਕੋਲ ਵੀ ਤੇ ਬੰਦਿਆਂ ਦੇ ਕੋਲ ਵੀ। ਹੁਣ ਵੀ ਪਾਈ ਜਾਂਦੀ ਹੈ। ਹੁਣ ਉਹਦੀ ਵਰਤੋਂ ਪਹਿਲਾਂ ਜਿੰਨੀ ਨਹੀਂ ਰਹੀ। ਉਹ ਸਸਤੀ ਵੀ ਬਹੁਤ ਹੁੰਦੀ ਸੀ। ਉਹ ਜਦੋਂ ਸਵੇਰ ਨੂੰ ਤਾਂ ਠੰਡ ਨਾ ਆਕੜੀ ਹੋਣੀ ਐ, ਇੱਦਾਂ ਲੋਹਾ ਬਣੀ ਹੋਣੀ ਵੀ ਪੈਰ ਅਸੀਂ ਛੇਲੀ ਦੇਣਾ ਬਸ। ਤੇ ਜਦੋਂ ਧੁੱਪ ਨਿਕਲੇ ਆਉਣੀ ਤੇ ਐਨ ਭਾਵੇਂ ਉਹਦੀ ਗੰਢ ਬੰਨ ਲਓ ਇੰਨੀ ਉਹ ਪੋਲੀ ਹੋ ਜਾਂਦੀ ਸੀ, ਨਰਮ ਹੋ ਜਾਂਦੀ ਸੀ। ਬੀਬੀਆਂ ਨੇ ਜਦੋਂ ਗੋਹਾ ਕੂੜਾ ਕਰਨਾ, ਉਹ ਜਿਹੜੀ ਹੈ ਰਬੜ ਦੀ ਜਿਹੜੀ ਉਹ ਜੁੱਤੀ ਪਾਉਣੀ ਤੇ ਆਣ ਕੇ ਫਿਰ ਉਹਨੂੰ ਐ ਕੂਚ ਕੇ ਉਹਦਾ ਰੰਗ ਕੱਢਣਾ ਨਾ, ਮੁੜ ਕੇ ਜਦੋਂ ਕੰਧ ਦੇ ਨਾਲ ਐਂ ਲਾ ਕੇ ਸੁੱਕਣੀ ਪਾਈ ਹੋਣੀ ਪੁੱਠੀ, ਤਾਂ ਫਿਰ ਕਿਆ ਹੀ ਬਾਤਾਂ ਹੁੰਦੀਆਂ ਸੀ। ਜੇ ਤੁਹਾਨੂੰ ਚੇਤਾ ਤਾਂ ਦੱਸ ਦਿਓ। ਨਹੀਂ ਬਿਲਕੁਲ ਚੇਤਾ ਅਜੇ ਵੀ ਆਉਂਦੀ ਆ ਬਾਠ ਸਾਹਿਬ। ਅਜੇ ਕਿਤੇ ਪੰਜਾਬ ਕੈਨੇਡਾ ਥੋੜ੍ਹਾ ਬਣ ਗਿਆ। ਕੈਲੀਫੋਰਨੀਆ ਲੀਡਰਾਂ ਦੇ ਹਿਸਾਬ ਨਾਲ ਬਣਿਆ, ਆਮ ਲੋਕਾਂ ਦੇ ਹਿਸਾਬ ਨਾਲ ਪੰਜਾਬ ਉੱਦਾਂ ਹੀ ਆ। ਉਹ ਜੁੱਤੀਆਂ ਅਜੇ ਵੀ ਆਉਂਦੀਆਂ। ਇੰਨਾ ਜ਼ਰੂਰ ਹੈ ਵੀ ਹੁਣ ਥੋੜ੍ਹਾ ਜਿਹਾ ਵਿੱਚੋਂ ਜਦੋਂ ਚਾਈਨਾ ਦਾ ਦੌਰ ਚੱਲ ਪਿਆ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਇਹ ਰਬੜ ਵਾਲੇ ਬੂਟ ਚਾਹੁੰਦੇ ਆ, ਇਸ ਕਰਕੇ ਉਹਨਾਂ ਨੇ ਸ਼ੇਪ ਉਹਨਾਂ ਦੀ ਇੱਦਾਂ ਬਣਾ ਦਿੱਤੀ ਵੀ ਬਾਹਰੋਂ ਵੇਖਣ ਨੂੰ ਨਹੀਂ ਪਤਾ ਲੱਗਦਾ ਵੀ ਇਹ ਰਬੜ ਦੀ ਹੈ। ਉਹ ਜਦੋਂ ਤੁਸੀਂ ਹੱਥ 'ਚ ਫੜਦੇ ਫੇਰ ਪਤਾ ਲੱਗਦਾ ਵੀ ਅੱਛਾ ਯਾਰ ਇਹਦੇ ਫਿਰ ਪਲਾਸਟਿਕ ਵਾਲੇ ਬੂਟ ਆ, ਪਲਾਸਟਿਕ ਵਾਲੇ। ਨਹੀਂ ਗੱਲ ਠੀਕ ਹੈ ਸੰਧਾਲੀਆ ਸਾਹਿਬ। ਇੱਕ ਪਾਸੇ ਉਹ ਨਾ ਜਿੱਥੋਂ ਪਾਈ ਦੀ ਸੀ ਉੱਥੋਂ ਕੰਨੀ ਤੋਂ ਉਹ ਪਾਟਣੀ ਸ਼ੁਰੂ ਕਰਦੀ ਸੀ, ਉੱਧਰ ਨਹੀਂ ਜੀ ਸ਼ੁਰੂ ਕਰਨੀ ਉਹਨੇ ਹੌਲੀ ਹੌਲੀ। ਫਿਰ ਉਹਨੂੰ ਧਾਗੇ ਨਾਲ ਅਸੀਂ ਨਾ ਮਾੜਾ ਉਹਨੂੰ ਇੱਕ ਦੋ ਵਾਰੀ ਗੰਢ ਗੁੰਢ ਲੈਣਾ। ਜਦੋਂ ਫਿਰ ਇਹ ਪਿੜੀਆਂ ਨਹੀਂ ਪੈ ਜਾਣੀਆਂ ਚਾਰੇ ਪਾਸੇ, ਫੇਕਣਾ ਚਲੋ ਹੁਣ ਨਵੀਂ ਲੈਂਦੇ ਆ। ਮੈਨੂੰ ਤਾਂ ਇਹ ਵੀ ਚੇਤਾ ਕਿ 22-23 ਰੁਪਈਏ ਦੀ ਵੀ ਉਹ ਜੁੱਤੀ ਆ ਜਾਂਦੀ ਹੁੰਦੀ ਸੀ। ਤੁਹਾਡੇ ਵਾਲੀ ਤਾਂ ਹੋਸ਼ਾ ਦਾ 15 ਦੀ ਆਉਂਦੀ ਹੋਵੇ ਉਮਰ ਦੇ ਹਿਸਾਬ ਨਾਲ। ਨਹੀਂ ਮੇਰੇ ਯਾਰਾਂ ਤੇ ਉਹ ਮੁਫਤੀ ਦੇ ਜਾਂਦੇ ਸੀ ਕਿ ਉਹ ਕਹਿੰਦੇ ਵੀ ਭਾਜੀ ਇਹਨੂੰ ਪਾ ਕੇ ਵੇਖੋ ਵੀ ਭਲਾ ਬੰਦਿਆਂ ਦੇ ਪਾਉਣ ਵਾਲੀ ਹੈਗੀ ਕਿ ਨਹੀਂ, ਬਣਾ ਲਈਏ ਭਲਾ। ਅੱਛਾ ਵੈਸੇ ਇੱਕ ਗੱਲ ਹੈ ਬਾਠ ਸਾਹਿਬ ਯਾਰ, ਉਹ ਜਿਹੜਾ ਸਮਾਂ ਹੈ ਹੌਲੀ ਹੌਲੀ, ਵੈਸੇ ਇੱਕ ਗੱਲ ਮੈਨੂੰ ਲੱਗਦੀ ਆ ਵੀ ਉਦੋਂ ਭਾਵੇਂ ਕੁਛ ਵੀ ਸੀ, ਉਨੇ ਸਾਧਨ ਨਹੀਂ ਸੀ, ਬਹੁਤ ਜ਼ਿਆਦਾ ਸੰਘਰਸ਼ ਸੀ, ਬੜਾ ਔਖਾ ਹੋਣਾ ਪੈਂਦਾ ਸੀ। ਪਰ ਇੱਕ ਗੱਲ ਸੀ ਬਾਠ ਸਾਹਿਬ ਕਿ ਉਦੋਂ ਇਹ ਨਹੀਂ ਸੀ ਮੈਂ ਦੇਖਦਾ ਘਰ ਕੇ ਵੀ ਜੇ 3 ਟਾਈਮ ਰੋਟੀ ਖਾਣੀ ਆ ਤੇ 5 ਟਾਈਮ ਦਵਾਈ ਖਾਣੀ। ਉਦੋਂ ਰੋਟੀ ਖਾਣੀ ਤੇ ਰੋਟੀ ਖਾਣੀ ਹੁੰਦੀ ਸੀ। ਉਦੋਂ ਇਹ ਨਹੀਂ ਸੀ ਹੁੰਦਾ ਵੀ ਜੇ ਮੰਨ ਲਓ ਵੀ ਬੰਦਾ ਜਿਹੜਾ ਉਹਨੂੰ ਕੋਈ ਮਾੜੀ ਮੋਟੀ ਟੈਨਸ਼ਨ ਆ ਤੇ ਉਹਨੇ ਇਹ ਸੋਚ ਲੈਣਾ ਵੀ ਬਸ ਹੁਣ ਮੈਂ ਆਪਣਾ ਆਪ ਖਤਮ ਹੀ ਕਰ ਲੈਣਾ, ਸਮੇਤ ਪਰਿਵਾਰ ਹੀ ਮਾਰ ਦੇਣਾ ਮੈਂ ਸਾਰਾ ਕੁਝ। ਉਦੋਂ ਮੈਂ ਇਹੋ ਜਿਹੀਆਂ ਗੱਲਾਂ ਨਹੀਂ ਸੀ ਸੁਣਦਾ ਹੁੰਦਾ ਕਿ ਵੀ ਬਸ ਹੁਣ ਆਹ ਜਿਹੜਾ ਨਿੱਕਾ ਨਿਆਣਾ ਇਹਦਾ ਕੀ ਹੋਊਗਾ ਤੇ ਫਲਾਣੇ ਦਾ ਕੀ ਹੋਊਗਾ। ਇੱਕ ਬੜਾ ਠਹਿਰਾਅ ਜਿਹਾ ਸੀਗਾ ਜ਼ਿੰਦਗੀ ਦੇ ਵਿੱਚ ਤੇ ਬੜੀ ਸਾਦਗੀ ਜਿਹੀ ਸੀਗੀ ਵੀ ਚੱਲ ਕੋਈ ਗੱਲ ਨਹੀਂ, ਹੋ ਜਾਣੇ ਫਿਰ ਕੀ ਆਪੇ ਹੋ ਜਾਊਗਾ। ਜੇ ਕੋਈ ਨਿਆਣੇ ਦੇ ਉਹ ਕੋਈ ਨਹੀਂ, ਰੋੜ ਖੋੜ ਕੇ ਪਲ ਜਾਂਦੇ ਹੁੰਦੇ, ਏਡੀ ਕਿਹੜੀ ਗੱਲ ਆ। ਉਹ ਮੁੰਡਾ ਵੇਲਾ ਉਹ ਕੋਈ ਨਹੀਂ, ਲੱਗ ਜੂ ਕੰਮੇ ਧੰਦੇ, ਕੋਈ ਨਹੀਂ, ਫੜੇ ਇਹਨੂੰ ਨਾਲ ਤੋਰ ਲਿਆ ਕਰਾਂਗੇ। ਉਹ ਵਾਲੀ ਤੁਹਾਨੂੰ ਲੱਗਦਾ ਨਹੀਂ ਵੀ ਉਹ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਸੀ ਪੰਜਾਬੀਆਂ ਕੋਲ, ਉਹ ਗਵਾਚ ਗਈ? ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਆ। ਕਈ ਸੱਜਣਾ ਦੇ ਨਾ ਫੋਨ ਆ ਜਾਂਦਾ, ਸੁਨੇਹਾ ਆ ਜਾਂਦਾ ਕਿ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਥੋੜ੍ਹੀ ਰਹੀਆਂ, ਉਸ ਯੁੱਗ ਦੇ ਵਿੱਚ ਵਾਪਸ ਥੋੜ੍ਹੀ ਜਾਣਾ। ਆਪਾਂ ਨੂੰ ਵੀ ਪਤਾ ਕਿ ਨਹੀਂ ਜਾਣਾ।
ਪਰ ਕਈ ਚੀਜ਼ਾਂ ਜਿਹੜੀਆਂ ਨਾ ਉਹ ਤੁਹਾਨੂੰ ਤੰਗ ਕਰਦੀਆਂ, ਕਿਉਂਕਿ ਇੰਨੀ ਦੌੜ ਦੇ ਵਿੱਚ ਤੁਹਾਨੂੰ ਚੇਤਾ ਹੀ ਨਹੀਂ ਰਹਿੰਦਾ। ਕਈ ਵਾਰੀ ਬੰਦਾ ਰਿਸ਼ਤੇਦਾਰੀ ਦੇ ਵਿੱਚ ਵੀ ਨਹੀਂ ਜਾ ਪਾਉਂਦਾ, ਕਈ ਵਾਰੀ ਜੇ ਜਾਂਦਾ ਵੀ ਆ ਤਾਂ ਸਿਰਫ ਮੂੰਹ ਦਿਖਾਲਣ ਜਾਂਦਾ, ਤੁਹਾਡੇ ਕੋਲ ਟਾਈਮ ਹੀ ਨਹੀਂ। ਹੁਣ ਦੇਖੋ ਕਿੱਦਾਂ ਦਾ ਸਮਾਂ ਹੁੰਦਾ ਸੀ ਉਦੋਂ, ਇਹ ਗੱਲ ਚੱਲਦੀ ਸੀ, ਹੈਰਾਨੀ ਹੁੰਦੀ ਸੀ ਕਿ ਫਲਾਨਾ ਬੰਦਾ ਨਾ ਉਹ ਤਾਂ ਰੋਟੀ ਤੋਂ ਬਾਅਦ ਉਹਨੂੰ ਇੱਕ ਗੋਲੀ ਖਾਣੀ ਪੈਂਦੀ ਆ। ਜਾਣੀ ਇਹ ਉਦੋਂ ਇੱਕ ਬ੍ਰੇਕਿੰਗ ਨਿਊਜ਼ ਸੀ ਕਿ ਪਿੰਡ ਦੇ ਵਿੱਚ ਕੋਈ ਇੱਕ ਅੱਧ ਬੰਦਾ ਇਦਾਂ ਦਾ ਹੁੰਦਾ ਸੀ ਜਿਹਨੂੰ ਕੋਈ ਨਾ ਕੋਈ ਬਿਮਾਰੀ ਠਮਾਰੀ ਨਿੱਕੀ ਮੋਟੀ ਲੱਗ ਜਾਣੀ ਤਾਂ ਉਹਨੂੰ ਰੋਟੀ ਤੋਂ ਬਾਅਦ ਗੋਲੀ ਖਾਣੀ ਪੈਣੀ। ਤੇ ਅੱਜ ਕੱਲ੍ਹ ਬ੍ਰੇਕਿੰਗ ਨਿਊਜ਼ ਇਹ ਆ, ਉਹ ਯਾਰ ਉਹ ਅਜੇ ਵੀ ਇਕੱਲੀ ਰੋਟੀ ਖਾਂਦਾ, ਉਹ ਰੋਟੀ ਤੋਂ ਬਾਅਦ ਦਵਾਈ ਕੋਈ ਖਾਂਦਾ ਹੀ ਨਹੀਂ, ਉਹਨੂੰ ਅਜੇ ਡਾਕਟਰ ਨੇ ਕੋਈ ਦਵਾਈ ਦੱਸੀ ਨਹੀਂ। ਹੁਣ ਬ੍ਰੇਕਿੰਗ ਨਿਊਜ਼ ਇਹ ਬਣਦੀ ਆ। ਹੋਰ ਦੇਖੋ ਉਦੋਂ ਕਿਸੇ ਨਾ ਕਿਸੇ ਬੰਦੇ ਨੇ, ਆਮ ਤੌਰ ਤੇ ਬੰਦੇ ਸਿਰ ਤੇ ਚੱਕ ਕੇ ਪੱਠੇ ਲਿਆਉਂਦੇ ਹੁੰਦੇ ਸੀ, ਪੰਡ ਵੱਢ ਲਿਆਉਣੀ ਤੇ ਉਹ ਸਿਰ ਤੇ ਚੱਕ ਲੈਣੀ, ਉਹਦੇ ਵਿੱਚੇ ਖੜਕ ਦੇਣੀ ਦਾਤੀ ਫਸਾਈ ਹੋਣੀ ਪੰਡ ਦੇ ਵਿੱਚ ਹੀ। ਉਹ ਜਦੋਂ ਪੰਡ ਬੰਦ ਚੱਕ ਕੇ ਲਈ ਆਉਣਾ ਤਾਂ ਰਾਹ ਦੇ ਵਿੱਚ ਕਿਸੇ ਹੋਰ ਨੇ ਪੱਠੇ ਵੱਢਦੇ ਹੋਣਾ। ਆਪਣੇ ਟੱਕ ਦੇ ਵਿੱਚ ਖਾਸ ਤੌਰ ਤੇ ਬਰਸੀਮ ਦੀ ਵਾਰੀ ਇਦਾਂ ਹੁੰਦਾ ਸੀ, ਉਹਦੇ ਨਾਲ 2 ਮਿੰਟ ਖੜੇ ਹੋ ਕੇ ਗੱਲ ਕਰਨੀ, ਉਹਨੇ ਕਹਿਣਾ ਇੱਕੋ ਹੀ ਤਾਂ ਪੰਡ ਵੱਢਣੀ ਆਦੀ ਹੋ ਗਈ ਆ, ਆਪਾਂ ਇਕੱਠੇ ਹੀ ਚੱਲਦੇ, ਉਹਨੇ ਫੇਰ ਸਿੱਟ ਲੈਣੀ ਉੱਥੇ। ਕਈ ਵਾਰੀ ਆਪਣੀ ਪੰਡ ਦੇ ਉੱਤੇ ਬਹਿ ਕੇ ਵਿੱਚੋਂ ਮੂਲੀ ਕੱਢ ਕੇ ਉੱਥੇ ਹੀ ਛਿੱਲ ਕੇ ਖਾਣ ਲੱਗ ਪੈਣਾ। ਉਹ ਸਮੇਂ ਆਏ ਗਏ, ਉਹਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਸੀ। ਤੁਸੀਂ ਜਿਹੜਾ ਠਹਿਰਾ ਸ਼ਬਦ ਵਰਤਿਆ ਨਾ ਉਹ ਨਹੀਂ ਲੱਭਦਾ, ਬੰਦਾ ਉਡੀਕਦੇ ਰਹਿ ਜਾਂਦਾ ਕਿ ਕਦੋਂ 10 ਮਿੰਟ ਮੇਰੇ ਕੋਲੇ ਹੋਣ ਤਾਂ ਮੈਂ ਬਿਲਕੁਲ ਬੇਫਿਕਰ ਹੋ ਕੇ ਕਿਸੇ ਨਾਲ ਗੱਲਬਾਤ ਕਰਾਂ। ਬਸ ਆਹ ਨਜ਼ਾਰਾ ਨਾ ਮੈਂ ਖੁਦ ਸੋਚਦਾ ਬਾਠ ਸਾਹਿਬ, ਜਦੋਂ ਕਿ ਇਹ ਸਾਰੇ ਕੁਝ ਦੇ ਪੁਆੜੇ 'ਚ ਨਹੀਂ ਸੀ ਨਾ ਜੇ ਫਸੇ, ਮਤਲਬ ਜੇ ਉਹੀ ਸਕੂਲ ਕਾਲਜ ਵਾਲਾ ਹੀ ਦੌਰ ਚੱਲਦਾ ਸੀਗਾ ਅਤੇ ਉਦੋਂ ਨਾ ਜੇ ਮੰਨ ਲਓ ਚਾਹ ਦਾ ਗਲਾਸ ਪੀ ਕੇ ਨਾ ਅਤੇ ਫਿਰ ਕੰਬਲ ਜਿਹਾ ਘੁੱਟ ਲੈਣਾ, ਹੋਰ ਕੁਛ ਨਾ ਲੱਭਣਾ ਨਾ, ਅਤੇ ਬਾਲੇ ਅਤੇ ਟਾਈਲਾਂ ਹੀ ਗਿਣਨ ਲੱਗ ਪੈਣਾ ਵੀ ਯਾਰ ਅੱਛਾ ਫਲਾਨਾ ਬਾਲਾ ਠੀਕ ਲੱਗਦਾ, ਆਹ ਟਾਇਲ ਦਾ ਰੰਗ ਫਲਾਨੀ ਟਾਇਲ ਦੇ ਨਾਲੋਂ ਥੋੜ੍ਹਾ ਜਿਹਾ ਫਰਕ ਆ, ਇੱਥੇ ਥੋੜ੍ਹਾ ਜਿਹਾ ਮਿਸਤਰੀ ਨੇ ਉਹ ਕਲੀ ਜੀ ਟਾਈਲਾਂ ਦੇ ਵਿੱਚ ਕਲੀ ਲਾਉਂਦੇ ਹੁੰਦੇ ਸੀ ਨਾ ਚਿੱਟੀਆਂ ਚਿੱਟੀਆਂ ਧਾਰੀਆਂ ਬਣਾਉਣ ਨੂੰ, ਇੱਥੇ ਥੋੜ੍ਹੀ ਵੱਧ ਲਾਤੀ ਆ ਅਤੇ ਇੱਥੇ ਥੋੜ੍ਹੀ ਘੱਟ, ਮਤਲਬ ਇੰਨਾ ਵੇਲ ਅਤੇ ਇੰਨਾ ਟਾਈਮ ਪਾਸ ਕਰਨ ਨੂੰ ਕੁਛ ਵੀ ਨਾ ਲੱਭਣਾ, ਹੋਰ ਕੁਛ ਨਹੀਂ, ਅਤੇ ਕਿਰਲੀ ਵੇਖੀ ਜਾਣੀ ਵੀ ਯਾਰ ਕੱਲ੍ਹ ਫਿਰਦੀ ਬਲਬ ਲਾ ਗਈ, ਅੱਜ ਪਤਾ ਨਹੀਂ ਕਿਰ ਚਲ ਗਈ। ਹੁਣ ਕਿੱਥੇ ਸਵੇਰੇ ਫੋਨ ਅਜੇ ਉਹਨੂੰ ਮਾੜਾ ਜਿਹਾ ਔਨ ਮਗਰੋਂ ਕਰੋ ਅਤੇ ਉਹ ਜਿਸ ਹਿਸਾਬ ਨਾਲ ਟੀ 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 ਹੁੰਦੀ, ਬੰਦਾ ਸੋਚਦਾ ਵੀ ਪਤਾ ਨਹੀਂ ਕਿਤੇ ਅੱਗ ਲੱਗ ਗਈ ਖਨੀ। ਨਹੀਂ ਸੰਧਾਲੀਆ ਸਾਹਿਬ, ਹੁਣ ਤਾਂ ਦੇਖੋ ਸਭ ਤੋਂ ਬੁਰੀ ਚੀਜ਼ ਵੈਸੇ ਸਾਰਿਆਂ ਨੂੰ ਲੱਗਦੀ ਹੋਣੀ ਆ, ਸਮੇਂ ਦੀ ਪਾਬੰਦੀ ਅਨੁਸ਼ਾਸਨ ਬੜਾ ਜ਼ਰੂਰੀ ਹੈ, ਪਰ ਜਦੋਂ ਸਵੇਰ ਨੂੰ ਉਹ ਟੀ 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 ਕਰਦੀ ਨਾ, ਪਹਿਲਾਂ ਜੀ ਕਹਿੰਦਾ ਕੰਧ ਚੱਕ ਕੇ ਇਹਨੂੰ ਮਾਰੀਏ ਵੀ ਇਹਨੇ ਸਾਰਾ ਵੀ ਕਿੱਦਾਂ ਦੇ ਰੋਬੋਟ ਬਣਾਤੇ ਵੀ ਉਹ ਟੀ ਬਾਅਦ 'ਚ ਹੁੰਦੀ ਹੈ, ਬੰਦਾ ਉਹਨੂੰ ਬੰਦ ਬਾਅਦ 'ਚ ਕਰਦਾ, ਪਹਿਲਾਂ ਉੱਠ ਕੇ ਸਰੀਆਂ ਨੂੰ ਖੜਾ ਹੋ ਜਾਂਦਾ ਭਾਈ ਕਿਤੇ ਮੁੜ ਕੇ ਨੀਂਦ ਨਾ ਆ ਜਾਵੇ, ਪਤਾ ਨਹੀਂ ਕਿਹੜੀ ਗੱਡੀ ਖੁੰਝ ਜਾਣੀ ਹੈ। ਹੋਰ ਦੇਖੋ ਕੰਧ ਤੇ ਤੁਸੀਂ ਤਾਂ ਕਿਹਾ ਨਾ ਕਿ ਕਿਰਲੀ ਤੁਰੀ ਜਾਂਦੀ ਹੁੰਦੀ ਸੀ ਕਿ ਕਿਹੜਾ ਭਵੱਕੜ ਉਹਨੇ ਖਾ ਲਿਆ ਤੇ ਕਿਹੜਾ ਰਹਿ ਗਿਆ। ਕੀੜੀਆਂ ਦੀ ਡਾਰ ਵੀ ਹੁੰਦੀ ਸੀ ਕੰਧ ਦੇ ਨਾਲ, ਕਿਉਂਕਿ ਕੱਚੇ ਕੋਠੇ ਹੁੰਦੇ ਸੀ, ਉਹ ਕੀੜੀਆਂ ਦੀ ਡਾਰ ਹੀ ਦੇਖੀ ਜਾਣੀ ਕਿ ਕਿਸੇ ਦੇ ਮੂੰਹ ਦੇ ਵਿੱਚ ਕੋਈ ਦਾਣਾ ਹੈਗਾ ਹੈ, ਕਿਸੇ ਦੇ ਨਹੀਂ, ਮੋਹਰਿਓ ਵੀ ਥੱਲੇ ਨੂੰ ਕੀੜੀਆਂ ਆਈ ਜਾਣੀਆਂ, ਕੁਛ ਜਾਈ ਜਾਣੀਆਂ। ਉਹਨਾਂ ਨੇ ਕਦੇ ਕਦੇ ਆਪਣੇ ਮੂੰਹ ਜਾ ਕੇ ਇੱਕ ਦੂਜੇ ਦੇ ਨਾਲ ਲੱਗਣੇ, ਉਹਨਾਂ ਨੇ ਫਿਰ ਲੜਨਾ ਨਹੀਂ, ਇੱਕ ਨੇ ਪਿੱਛੇ ਹੋ ਕੇ ਉਧਰ ਦੀ ਲੰਘ ਜਾਣਾ, ਇਹੀ ਦੇਖੀ ਜਾਣਾ ਕਿ ਆ 2 ਕੀੜੀਆਂ ਬਰਾਬਰ ਐ ਕਰਦੀਆਂ ਜਾਂਦੀਆਂ, ਇਹਨਾਂ 'ਚ ਕੋਈ ਅੱਗੇ ਲੰਘਦੀ ਆ ਕਿ ਨਹੀਂ ਲੰਘਦੀ। ਉਹ ਖੇਡਾਂ ਤਾਂ ਹੁਣ ਵਿਸਰ ਗਈਆਂ, ਹੁਣ ਤਾਂ ਇੱਦਾਂ ਕਰਕੇ ਪਤਾ ਨਹੀਂ ਆ ਨਿੱਕੇ ਨਿਆਣੇ ਕੀ ਖੇਡੀ ਜਾਂਦੇ ਆ, ਸਮਝ ਨਹੀਂ ਆਉਂਦੀ। ਹੁਣ ਤਾਂ ਗੇਮ ਆ ਗਈ ਨਾ ਵਟਸਐਪ ਫੋਨ ਦੇ ਉੱਪਰ ਵੀ ਉਹ ਕੀੜੀਆਂ ਜੇ ਤੁਸੀਂ ਮਿੱਧ ਕੇ ਮਾਰਨੀਆਂ ਅਤੇ ਉਹ ਕਰ ਲਓ, ਕੀੜੀਆਂ ਹੁਣ ਫੋਨ 'ਤੇ ਆਉਂਦੀਆਂ ਨੇ, ਫਿਰ ਤੁਸੀਂ ਉਂਗਲਾਂ ਨਾਲ ਨਿਆਣਿਆਂ ਨੂੰ ਮਾਰਦੇ ਵੀ ਆਹ ਵੀ ਕੀੜੀ ਮਾਰਤੀ, ਮੈਂ ਵੀ ਮਾਰਤੀ, ਫਿਰ ਜਦੋਂ ਗੇਮ ਓਵਰ ਹੁੰਦੀ ਫਿਰ ਨਾਲ ਸਕੋਰ ਆਉਂਦਾ ਵੀ ਤੂੰ ਇੰਨੀਆਂ ਕੀੜੀਆਂ ਮਾਰੀਆਂ ਮੋਬਾਈਲ 'ਤੇ, ਮਤਲਬ ਇੱਥੇ ਹੀ ਕੱਪੜ ਗਿਆ ਆਪਾਂ। ਪਰ ਚਲੋ ਇਹ ਸਮਾਂ ਇਹ ਲੰਘੀ ਜਾਣਾ, ਇਹ ਤੁਰੀ ਜਾਣਾ, ਆਪਾਂ ਇਹਨੂੰ ਭਾਵੇਂ ਰਸਾ ਪਾ ਲਈਏ, ਭਾਵੇਂ ਇਹਨੂੰ ਬੀਂਡੀ ਪਾ ਕੇ ਖਿੱਚਣਾ ਸ਼ੁਰੂ ਕਰ ਦਈਏ ਪਿਛਾਂਹ ਨੂੰ, ਪਰ ਇਹਨੂੰ ਪੁੱਠਾ ਗੇੜ ਨਹੀਂ ਆ ਸਕਦਾ, ਇਹਦੇ ਫਲੋ ਦੇ ਨਾਲ ਤੁਰਨਾ ਹੀ ਪੈਣਾ, ਵਗਣਾ ਹੀ ਪੈਣਾ। ਅਤੇ ਖਬਰਾਂ ਵਾਲੇ ਪਾਸੇ ਨੂੰ ਵੀ ਚੱਲੀਏ ਹੁਣ ਆਪਾਂ ਨੂੰ, ਜੇ ਇਹਨਾਂ ਗੱਲਾਂ 'ਚ ਲੱਗੇ ਰਹੇ ਤਾਂ ਫਿਰ ਤਾਂ ਟਾਈਮ ਇੱਦਾਂ ਨਿਕਲ ਜਾਣਾ ਕੀ ਕਹਿੰਦੇ। ਹਾਂਜੀ ਨਹੀਂ ਚੱਲੀਏ ਜੀ ਚੱਲੀਏ, ਕਿਉਂਕਿ ਖਬਰਾਂ ਵੀ ਅੱਜ ਮਹੱਤਵਪੂਰਨ ਹੀ ਆ ਜੀ, ਸਾਰੀਆਂ ਸਾਰੇ ਪਾਸੇ ਰੌਲਾ ਰੱਪਾ ਪਿਆ ਹੋਇਆ, ਕਰੀਏ ਇੱਕ ਇੱਕ ਕਰਕੇ ਲਿਆਓ। ਦੇਖੋ ਮੈਂ ਇਹ ਜਿਹੜੀ ਸਭ ਤੋਂ ਪਹਿਲੀ ਗੱਲ ਸ਼ੁਰੂਆਤ ਕਰਨੀ ਚਾਹੁੰਦਾ ਉਹ ਇਹ ਆ ਕਿ ਵੀ ਇਸ ਵਕਤ ਪੰਜਾਬ ਦੇ ਵਿੱਚ ਹਰ ਗਲੀ ਮੁਹੱਲੇ ਘਰ 'ਚ ਚਰਚਾ ਇਹ ਹੈ ਕਿ ਵੀ ਕੇਂਦਰ ਸਰਕਾਰ ਵੱਲੋਂ ਜੋ ਵੀ ਫੈਸਲੇ ਲਏ ਗਏ ਪਿਛਲੇ ਸਮੇਂ 'ਚ, ਉਹਨਾਂ ਫੈਸਲਿਆਂ ਦੇ ਵਿੱਚ ਸਟਾਰਟਿੰਗ 'ਚ ਇਹ ਲੱਗਦਾ ਸੀ ਵੀ ਸ਼ਾਇਦ ਕੁਛ ਨਾ ਕੁਛ ਕਹਿ ਲਓ ਕਿ ਵੀ ਰਾਹ ਰੱਖ ਲਿਆ ਹੋਵੇ ਕਿ ਵੀ ਅੱਛਾ ਏ ਨੂੰ ਆਪਾਂ ਬੀ ਕਰ ਲਾਂਗੇ, ਬੀ ਨੂੰ ਸੀ ਕਰ ਲਾਂਗੇ, 2 ਲਾਈਨਾਂ ਮਿਟਾ ਲਾਂਗੇ, 2 ਅਗਲੇ ਦੀਆਂ ਮੰਨ ਕੇ ਵਿੱਚ ਪਾ ਲਾਂਗੇ। ਪਰ 2 ਵਾਰ ਸੱਦਿਆਂ ਤੋਂ ਬਾਅਦ ਵੀ ਜਦੋਂ ਕੋਈ ਗੱਲ ਨਹੀਂ ਬਣੀ ਅਤੇ ਪੰਜਾਬ ਸਰਕਾਰ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਬਿੱਲ ਰੱਦ ਕਰਨ ਦੀ ਗੱਲ ਕੀਤੀ ਜਾਂ ਆਪਣੇ ਵੱਲੋਂ ਅਮੈਂਡਮੈਂਟ ਕਰਨ ਦੀ ਗੱਲ ਕੀਤੀ, ਉਹਦੇ ਤੋਂ ਬਾਅਦ ਵੀ ਜਿਵੇਂ ਰਾਜਪਾਲ ਸਾਹਿਬ ਚੁੱਪ ਨੇ ਵੀ ਮੇਰੇ ਕੋਲ ਕੋਈ ਫਾਈਲ ਆਈ ਨਹੀਂ ਹੁੰਦੀ, ਅਤੇ ਫਿਰ ਲੰਘੇ ਦੁਸਹਿਰੇ ਨੂੰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ, ਸੈਂਕੜੇ ਥਾਵਾਂ 'ਤੇ ਜਿਹੜਾ ਪੁਤਲਾ ਫੂਕ ਕੰਮ ਚੱਲਿਆ, ਉਹਦੇ ਤੋਂ ਬਾਅਦ ਟੋਟਲੀ ਸਾਰਾ ਕੁਛ ਬਦਲ ਗਿਆ ਲੱਗਦਾ, ਕਿਉਂਕਿ ਕੇਂਦਰ ਵਾਲੇ ਪਾਸੋਂ ਜਿਹੜੇ ਮਾਲ ਗੱਡੀਆਂ ਬੰਦ ਕਰਨ ਦੇ ਹੁਕਮ ਹੈ ਨਾ, ਉਹਦੇ ਤੋਂ ਬਾਅਦ ਜਿੱਦਾਂ ਇੱਕ ਸੁੰਨ ਹੁੰਦੀ ਆ ਉਹ ਇਸ ਵਕਤ ਪਸਰੀ ਪਈ ਹੈ। ਅਤੇ ਅੱਜ ਕਿਸਾਨ ਜਥੇਬੰਦੀਆਂ ਦੀ ਦਿੱਲੀ ਮੀਟਿੰਗ ਹੈ, ਇਹ ਸਾਰੇ ਸੰਘਰਸ਼ ਦੀ ਰੂਪ ਰੇਖਾ ਤੈਅ ਕਰਨ ਲਈ ਵੀ ਜੇ ਪੰਜਾਬ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਅਤੇ
ਦੇਸ਼ ਲੈਵਲ ਤੇ ਕੀ ਕਰਨਾ? 14 ਸਤੰਬਰ ਤੋਂ ਲੈ ਕੇ ਹੁਣ ਤੱਕ, ਕਿਉਂਕਿ ਹੁਣ ਤਾਂ ਦਿਨ ਵੀ ਸੁੱਖ ਨਾਲ ਬਹੁਤ ਜ਼ਿਆਦਾ ਹੋ ਗਏ ਆ, 24 ਸਤੰਬਰ ਤੋਂ ਤਾਂ ਮੈਦਾਨ ਐਨ ਭਖ ਗਿਆ ਸੀ, ਉਦੋਂ ਤੋਂ ਲੈ ਕੇ ਸੰਧਾਲੀਆ ਸਾਹਿਬ ਹੁਣ ਤੱਕ ਆਪਾਂ ਲਗਾਤਾਰ ਇਹੀ ਗੱਲ ਕਰਦੇ ਆਏ ਆ ਕਿ ਇਹ ਸੰਘਰਸ਼ ਦਿਮਾਗ ਨਾਲ ਲੜਨ ਵਾਲਾ। ਦੇਖੋ ਇੱਕ ਗੱਲ ਤਾਂ ਪੱਕੀ ਹੈ, ਹਰ ਇੱਕ ਧਿਰ ਆਪਣੇ ਆਪ ਨੂੰ ਠੀਕ ਕਹਿੰਦੀ ਹੈ, ਹਰ ਇੱਕ ਧਿਰ ਆਪਣੇ ਫੈਸਲੇ ਠੀਕ ਆਖਦੀ ਹੈ। ਸਾਡਾ ਤੁਹਾਡਾ ਸਾਰਿਆਂ ਦਾ ਕੰਸਰਨ ਸੰਬੰਧ ਕੇਵਲ ਇਸ ਗੱਲ ਦੇ ਨਾਲ ਹੈ ਕਿ ਪੰਜਾਬ ਵਿੱਤੀ ਸਮਾਜਿਕ ਤੌਰ ਦੇ ਉੱਤੇ ਬਚਿਆ ਰਹਿਣਾ ਚਾਹੀਦਾ। ਸਾਡੀ ਆਰਥਿਕਤਾ ਦਾ ਧੁਰਾ ਜਿਹੜਾ ਕੇਂਦਰ ਬਿੰਦੂ ਆ, ਜਿਹੜਾ ਜਿਹਦੇ ਤੋਂ ਬਿਨਾ ਪੰਜਾਬ ਦੀ ਆਰਥਿਕਤਾ 1 ਇੰਚ ਵੀ ਅੱਗੇ ਨਹੀਂ ਵੱਧ ਸਕਦੀ, ਜਾਣੀ ਕਿ ਖੇਤੀਬਾੜੀ, ਉਹ ਅਗਲੇ ਪਾਸੇ ਨੂੰ ਜਾਣੀ ਚਾਹੀਦੀ ਹੈ। ਉਹਦੇ ਲਈ ਮਾਰੂ ਸਾਬਿਤ ਹੋਣ ਵਾਲਾ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ। ਹੁਣ ਸਵਾਲ ਇਹ ਆ ਸਕਦਾ ਕਿ ਕਿਸੇ ਫੈਸਲੇ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਕਿਵੇਂ ਕਹਿ ਸਕਦੇ ਹਾਂ ਕੋਈ ਮਾਰੂ ਆ। ਸੰਧਾਲੀਆ ਸਾਹਿਬ, ਬੇਵਿਸ਼ਵਾਸੀ ਤੇ ਬੇਯਕੀਨੀ ਨਾਂ ਦੀ ਇੱਕ ਜਿਹੜੀ ਚੀਜ਼ ਹੁੰਦੀ ਆ ਨਾ, ਉਹ ਬਹੁਤ ਖਤਰਨਾਕ ਹੁੰਦੀ ਹੈ। ਹੁਣ ਤੱਕ ਜੋ ਕੁਝ ਪੰਜਾਬ ਦੇ ਵਿੱਚ ਹੋਇਆ, ਇਹ ਸਿਆਸੀ ਤੌਰ ਤੇ ਬੇਯਕੀਨੀ ਪੈਦਾ ਕਰ ਗਿਆ। ਉਹਦੇ ਸਿੱਟੇ ਆ, ਉਹਦਾ ਫਲ ਆ, ਉਹਦੀ ਪ੍ਰੋਡਕਸ਼ਨ ਆ ਕਿ ਲੋਕਾਂ ਨੂੰ ਸਿਆਸਤਦਾਨਾਂ ਤੋਂ ਵਿਸ਼ਵਾਸ ਤੇ ਯਕੀਨ ਉੱਡ ਗਿਆ। ਜੇ ਸਿਆਸਤਦਾਨ ਭਾਵੇਂ ਦਿੱਲੀ ਦੇ ਆ, ਭਾਵੇਂ ਚੰਡੀਗੜ੍ਹ ਦੇ ਆ, ਭਾਵੇਂ ਕਿਸੇ ਪਾਸੇ ਦੇ ਆ, ਪਟਿਆਲੇ ਦੇ ਆ ਜਾਂ ਬਠਿੰਡੇ ਦੇ ਆ, ਉਹਨਾਂ ਨੇ ਜੇ ਲੋਕਾਂ 'ਚ ਆਪਣਾ ਯਕੀਨ ਬਣਾਇਆ ਹੁੰਦਾ ਤੇ ਸ਼ਾਇਦ ਅੱਜ ਬਹੁਤ ਸਾਰੇ ਜਿਹੜੇ ਡਿਸੀਜ਼ਨ ਆ, ਫੈਸਲੇ ਜਿਹੜੇ ਆ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਲਾਗੂ ਕਰਨਾ ਕੁਝ ਸੁਖਾਲਾ ਹੁੰਦਾ। ਹੁਣ ਤੁਸੀਂ ਦੇਖੋ, ਅੱਜ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਣੀ ਹੈ, ਨਜ਼ਰਾਂ ਉਹਦੇ ਤੇ ਵੀ ਟਿਕੀਆਂ, ਪਰ ਜਿਹੜਾ ਮਸਲਾ ਸੀ ਕਿ ਇਹ ਕੇਵਲ ਤੇ ਕੇਵਲ ਸੰਘਰਸ਼ ਇੱਥੇ ਤੱਕ ਸੀਮਤ ਨਹੀਂ ਹੈ ਕਿ 3 ਜਾਂ 4 ਕਾਨੂੰਨ ਬਣੇ, ਕੇਂਦਰ ਦੀ ਸਰਕਾਰ ਲਾਗੂ ਕਰਨਾ ਚਾਹੁੰਦੀ ਆ ਤੇ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਕਿ ਲਾਗੂ ਨਹੀਂ ਕਰਨਾ। ਇਹ ਸੰਘਰਸ਼ ਸਿਖਰ ਤੇ ਹੈ, ਆਮ ਲੋਕਾਂ ਨੇ ਸਾਥ ਦਿੱਤਾ। ਪੰਜਾਬ ਦੀ ਕੋਈ ਧਿਰ ਇੱਕ ਬੀਜੇਪੀ ਨੂੰ ਛੱਡ ਕੇ ਇਦਾਂ ਦੀ ਹੈ ਹੀ ਨਹੀਂ ਜਿਹੜੀ ਕਹਿੰਦੀ ਆ ਕਿ ਭਾਈ ਅਸੀਂ ਤੁਹਾਡੇ ਨਾਲ ਨਹੀਂ। ਸਰਕਾਰ ਮੁਖਾਲਫਤ ਨਹੀਂ ਕਰ ਰਹੀ ਪੰਜਾਬ ਦੀ। ਜਾਣੀ ਕਿ ਸੰਧਾਲੀਆ ਸਾਹਿਬ, ਮੈਂ ਜੇ ਗੱਲ ਕਰਾਂ, ਮੈਂ ਇਹਨੂੰ ਵੱਡੇ ਜਾਣ ਵਾਲੇ ਸਫੈਦੇ ਦੇ ਨਾਲ ਇਹਦਾ ਕੰਪੈਰੀਜ਼ਨ ਕਰ ਸਕਦਾ, ਤੁਲਨਾ ਕਰ ਸਕਦਾ। ਹੁਣ ਸਫੈਦੇ ਨੂੰ ਵੱਢਣ ਲਈ ਕੀ ਆਰਾ ਫੇਰਨਾ, ਮੁੱਢ ਤੇ ਫੇਰ ਦਿਓ। ਜਦੋਂ ਮੁੱਢ ਦੇ ਉੱਤੇ ਆਰਾ ਫੇਰਨਾ ਤੇ ਉਹਦੇ ਤੋਂ ਬਾਅਦ ਸਫੈਦੇ ਨੇ ਡਿੱਗਣਾ ਵੀ ਆ। ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਉੱਥੇ ਹੈ ਕਿ ਭਾਈ ਆਰਾ ਫੇਰਨ ਤੋਂ ਬਾਅਦ ਕੀ ਹੋਣਾ। ਸਫੈਦੇ ਦੇ ਉੱਪਰ ਇੱਕ ਰੱਸਾ ਪਾਇਆ ਹੁੰਦਾ ਬੰਦੇ ਨੇ ਚੜ੍ਹ ਕੇ, ਜਦੋਂ ਐਨ ਮੁੱਢੋਂ ਚੀਰ ਹੋ ਚੱਲਦਾ ਹੁੰਦਾ ਸਫੈਦਾ, ਤੇ ਉਦੋਂ 5-4 ਬੰਦਿਆਂ ਨੇ ਪਿਛਾਂ ਉਸ ਰੱਸੇ ਨੂੰ ਫੜ ਕੇ ਦਿਸ਼ਾ ਦੇਣੀ ਹੁੰਦੀ ਹੈ ਕਿ ਜਦੋਂ ਸਫੈਦਾ ਡਿੱਗਣਾ ਤਾਂ ਡਿੱਗੇ ਕਿੱਥੇ। ਕਿਸੇ ਦਾ ਖੇਤ ਹੋ ਸਕਦਾ, ਕਿਸੇ ਦਾ ਰਾਹ ਹੋ ਸਕਦਾ, ਕਿਸੇ ਦਾ ਘਰ ਹੋ ਸਕਦਾ, ਕਿਸੇ ਦੀ ਕੰਧ ਹੋ ਸਕਦੀ, ਕੋਈ ਵਹੀਕਲ ਪਰਲੇ ਪਾਸੇ ਖੜੇ ਹੋ ਸਕਦੇ ਆ ਕਿ ਉਹਨਾਂ ਤੋਂ ਬਚਾਉਣਾ ਹੈ। ਪਹਿਲਾਂ ਤੋਂ ਨਿਰਧਾਰਿਤ ਹੁੰਦਾ ਹੈ ਕਿ ਵੱਢਿਆ ਜਾਣ ਵਾਲਾ ਸਫੈਦਾ ਆਪਾਂ ਸੁੱਟਣਾ ਕਿੱਥੇ ਹੈ। ਜਿਨ੍ਹਾਂ ਨੂੰ ਚੇਤੇ ਆ ਗਿਆ ਉਹ ਦ੍ਰਿਸ਼, ਉਹ ਜ਼ਰੂਰ ਆਪਣੀ ਟਿੱਪਣੀ ਕਰ ਸਕਦੇ ਆ। ਹੁਣ ਜੋ ਕੁਝ ਵੀ ਪਹਿਲਾਂ ਉਦਮ ਕਰਨਾ ਸੀ, ਧਰਨਿਆਂ ਤੇ ਬੈਠਣ ਦਾ, ਰੇਲਾਂ ਰੋਕਣ ਦਾ, ਪੈਟਰੋਲ ਪੰਪ ਘੇਰਨ ਦਾ, ਟੋਲ ਪਲਾਜ਼ੇ ਫ੍ਰੀ ਕਰਾਉਣ ਦਾ, ਉਹ ਸਾਰਾ ਉਦਮ ਕੀਤਾ ਗਿਆ। ਜੋ ਕੁਝ ਵੀ ਉੱਥੇ ਆਮ ਪੰਜਾਬ ਦੇ ਲੋਕ ਕਰ ਸਕਦੇ ਸੀ, ਸਾਰਾ ਕੁਝ ਕਰ ਦਿੱਤਾ। ਪਰ ਕਿਉਂਕਿ ਇਹ ਸੰਘਰਸ਼ ਇੱਥੋਂ ਲੜਨਾ ਪੈਣਾ ਸੀ, ਆਪਾਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਸੀ ਕਿ ਇਹ ਸਧਾਰਨ ਪ੍ਰਕਿਰਿਆ ਨਹੀਂ ਹੈ, ਇਹ ਬਹੁਤ ਵਿਸ਼ੇਸ਼ ਪ੍ਰਕਿਰਿਆ, ਕੇਂਦਰ ਦਾ ਕਾਨੂੰਨ ਬਣਿਆ ਹੋਇਆ ਹੈ। ਉੱਥੇ ਕਾਨੂੰਨੀ, ਸਮਾਜਿਕ, ਸਾਰੇ ਤਰ੍ਹਾਂ ਦੀ ਲੜਾਈ ਜਿਹੜੀ ਲੜਨੀ ਪੈਣੀ ਸੀ। ਪਰ ਹੁਣ ਦੇਖੋ ਮਸਲਾ ਕਿੱਥੇ ਆ ਕੇ ਖਲੋ ਗਿਆ ਕਿ ਕਿਸਾਨ ਪਹਿਲਾਂ ਰੇਲ ਰੋਕ ਕੇ ਬੈਠੇ ਸੀ, ਟਰੈਕ ਰੋਕ ਕੇ ਬੈਠੇ ਸੀ, ਅੱਜ ਉਹਨਾਂ ਨੇ ਖਾਲੀ ਕਰ ਦਿੱਤੇ, ਪਰ ਮਾਲ ਗੱਡੀਆਂ ਨਹੀਂ ਆ ਰਹੀਆਂ। ਜਦੋਂ ਮੁੱਖ ਮੰਤਰੀ ਸਾਹਿਬ ਚਿੱਠੀ ਲਿਖਦੇ ਆ ਦੇਸ਼ ਦੇ ਰੇਲ ਮੰਤਰੀ ਪਿਊਸ਼ ਗੋਇਲ ਸਾਹਿਬ ਨੂੰ ਕਿ ਸਾਡੇ ਇੱਥੇ ਮਾਲ ਗੱਡੀਆਂ ਦੇ ਵਿੱਚ ਸੌਦਾ ਭੇਜੋ, ਸਮਾਨ ਭੇਜੋ, ਲੋੜ ਹੈ, ਬਿਜਲੀ ਦਾ ਸੰਕਟ ਪੈਦਾ ਹੋ ਸਕਦਾ, ਬਿਜਲੀ ਗੁੱਲ ਹੋ ਸਕਦੀ ਹੈ ਪੱਕੇ ਤੌਰ ਤੇ, ਕਿਉਂਕਿ ਕੋਲਾ ਬਚਿਆ ਹੀ ਨਹੀਂ। ਉਹਨਾਂ ਦੀ ਜਿਹੜੀ ਵਾਪਸੀ ਦੀ ਚਿੱਠੀ ਆਉਂਦੀ ਹੈ, ਉਹ ਕਹਿੰਦੇ ਪਹਿਲੀ ਗੱਲ ਕਿ ਕਰਮਚਾਰੀਆਂ ਦੀ ਸੁਰੱਖਿਆ ਦਾ ਜ਼ਿੰਮਾ ਲਓ, ਨਾਲ ਦੀ ਨਾਲ ਰੇਲਵੇ ਟਰੈਕ ਖਾਲੀ ਕਰਾਓ, ਉਹਦੇ ਤੋਂ ਬਾਅਦ ਮਾਲ ਗੱਡੀਆਂ ਚੱਲਣਗੀਆਂ। ਕੁਝ ਦਿਨਾਂ ਦਾ ਵਕਫਾ ਵੀ ਜਿਹੜਾ ਅਧਿਕਾਰੀਆਂ ਨੇ ਦੱਸਿਆ ਕਿ ਪਾਤਾ ਕਿ ਇੰਨੇ ਕੁ ਦਿਨ ਸ਼ਾਇਦ ਬੰਦ ਰਹਿਣ। ਹੁਣ ਮਸਲਾ ਇੱਥੇ ਆ ਕੇ ਖੜ ਗਿਆ ਕਿ ਟਰੈਕ ਰੋਕ ਦਿੱਤੇ ਸੀ, ਠੀਕ ਹੈ, ਕਿਸਾਨਾਂ ਦੇ ਸੰਘਰਸ਼ ਦੀ ਇੱਕ ਰਣਨੀਤੀ ਸੀ, ਪਰ ਉਹਦੇ ਤੋਂ ਬਾਅਦ ਜੇ ਹੁਣ ਸਮਾਨ ਨਹੀਂ ਆਉਂਦਾ, ਜੇ ਮਾਲ ਗੱਡੀਆਂ ਨਹੀਂ ਚੱਲਦੀਆਂ, ਜੇ ਸਾਰੇ ਟਰੈਕ ਖਾਲੀ ਨਹੀਂ ਹੁੰਦੇ, ਕਿਉਂਕਿ ਕਿਸਾਨ ਜਥੇਬੰਦੀਆਂ ਵੀ ਇਕਜੁੱਟ ਨਹੀਂ, ਦੇਖੋ ਸਿੱਟਾ ਕੀ ਨਿਕਲੂਗਾ। ਸਿੱਟਾ ਇਹ ਨਿਕਲੂਗਾ ਕਿ ਜਿੱਥੇ ਸਾਰਾ ਪੰਜਾਬ ਇਕਮੁੱਠ ਸੀ, ਉੱਥੇ ਹੋ ਸਕਦਾ ਹੈ ਕਿ ਕੁਝ ਲੋਕ ਕਹਿਣ ਕਿ ਪਾਈਆ ਸਾਰਾ ਇਸ ਕੰਮ ਕਰਕੇ ਸਾਡਾ ਖੜ ਗਿਆ, ਕਿਉਂਕਿ ਹੌਜ਼ਰੀ ਦਾ ਸਮਾਨ ਬਣਦਾ, ਫੈਕਟਰੀਆਂ ਦਾ ਸਮਾਨ ਅਗਲੇ ਪਾਸੇ ਨੂੰ ਜਾਣਾ ਹੈ। ਹੋ ਸਕਦਾ ਉੱਥੇ ਕੰਮ ਕਰਨ ਵਾਲੇ ਲੋਕ, ਹੋ ਸਕਦਾ ਉਹਨਾਂ ਦੇ ਮਾਲਕ, ਉਹਨਾਂ ਦੇ ਕਰਮਚਾਰੀ, ਮੈਨੇਜਰ, ਉਹ ਵੀ ਥੋੜਾ ਪੈਰ ਪਿਛਾਂ ਖਿੱਚਣ, ਹੋ ਸਕਦਾ, ਮੈਂ ਕਹਿੰਦਾ ਜੋ ਭਵਿੱਖ ਹੈ। ਇਹਦੇ ਤੋਂ ਇਲਾਵਾ
ਜਿੱਥੇ ਹੈਂਡ ਟੂਲਸ ਦਾ ਸਾਰਾ ਸਮਾਨ ਹੈ ਉਧਰਲੇ ਪਾਸੇ ਵੀ ਰੌਲਾ ਪੈਣਾ। ਇੱਥੋਂ ਤੱਕ ਕਿ ਕੈਟਲ ਫੀਡ ਜਿਹੜੀ ਹੈ ਉਹਦੇ ਬਹੁਤੇ ਪ੍ਰੋਡਕਟ ਜਿਹੜੇ ਹੈ ਉਹ ਵੀ ਰੇਲ ਗੱਡੀਆਂ ਦੇ ਰਾਹੀਂ ਆਉਂਦੇ ਵੀ ਹੈ ਤੇ ਜਾਂਦੇ ਵੀ ਹੈ। ਕਿਸਾਨਾਂ ਦੇ ਲਈ ਖਾਦ ਵੀ ਆਉਣਾ ਹੈ, ਕੋਲਾ ਵੀ ਆਉਣਾ ਹੈ। ਭਾਵੇਂ ਇਧਰਲੀ ਗਲਤੀ ਹੋਵੇ, ਭਾਵੇਂ ਉਧਰਲੀ ਗਲਤੀ ਹੋਵੇ, ਭਾਵੇਂ ਸਿਆਸੀ ਤੌਰ ਦੇ ਉੱਤੇ ਦਸਤਪੰਜਾ ਹੋਵੇ, ਪਰ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਆਪਣਾ ਭਾਈਚਾਰਾ ਬਣਾ ਕੇ ਰੱਖਣ ਦਾ ਹੈ। ਕਿਉਂਕਿ ਅਗਲੇ ਨੇ ਕਹਿਤਾ ਟਰੈਕ ਖਾਲੀ ਕਰਾਓ, ਸੁਰੱਖਿਆ ਲਓ, ਤੇ ਇੱਥੇ ਕੁਝ ਇੱਕ ਜਥੇਬੰਦੀਆਂ ਅਜੇ ਵੀ ਟਰੈਕ ਖਾਲੀ ਕਰਨ ਦੇ ਰੌਚ ਨਹੀਂ ਹੈ। ਇਹ WhatsApp ਇਹਦੇ ਵਿੱਚ ਨਾ ਇੱਕ ਜਿਹੜੀ ਚਰਚਾ ਇਹ ਵੀ ਹੈ, ਜਿਹੜੀ ਕਿ BJP ਦੇ ਕੁਝ ਲੀਡਰਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਵੀ ਜਿਹੜੀਆਂ ਰੇਲ ਗੱਡੀਆਂ ਜੀ, ਜਦੋਂ ਇਹ ਜ਼ਿਕਰ ਚੱਲਦਾ ਜੀ, ਇਹ ਤਾਂ ਫਿਰ ਪੰਜਾਬ ਦੇ ਨਾਲ ਧੱਕਾ ਕਰਨ ਵਾਲੀ ਗੱਲ ਹੋ ਗਈ ਜੀ। ਕਿਉਂ ਨਹੀਂ ਰੇਲ ਗੱਡੀਆਂ ਚਲਾਉਣੀਆਂ ਜੀ, ਬੰਦ ਕਿਉਂ ਕਰਤੀਆਂ? ਜਿਹੜਾ ਜ਼ਿਕਰ ਤੁਸੀਂ ਕੀਤਾ ਕਿ ਸੁਰੱਖਿਆ ਦਾ ਮਸਲਾ ਹੈ, ਤਾਂ ਇੱਕ ਸਵਾਲ ਉਹਨਾਂ ਦੇ ਮਨ 'ਚ ਵੀ ਆਉਂਦਾ ਹੈ ਕਿ ਦੇਖੋ ਜੀ, ਇੱਕ ਰੇਲ ਗੱਡੀ ਆ ਉਹ ਸਸਤੀ ਤਾਂ ਹੈ ਨਹੀਂ, ਅਤੇ ਜੇ ਮੰਨ ਲਓ ਕੱਲ੍ਹ ਨੂੰ ਕੋਈ ਵੀ ਸ਼ਰਾਰਤੀ ਅੰਸਰ ਉਹਨੂੰ ਨੁਕਸਾਨ ਪਹੁੰਚਾ ਦੇਵੇ ਤਾਂ ਕਿੰਨਾ ਨੁਕਸਾਨ ਹੋ ਸਕਦਾ। ਇਸ ਚੀਜ਼ ਤੋਂ ਬਚਣ ਦਾ ਕਰਕੇ ਜਿਹੜਾ ਫੈਸਲਾ ਹੈ ਉਹ ਲਿਆ ਗਿਆ। ਇਹਦੇ 'ਚ ਆਪਾਂ ਇੱਕ ਚੀਜ਼ ਐਡ ਕਰ ਦਈਏ ਕਿ ਵੀ ਚਾਲੋ ਪਈਆਂ ਸੀ, ਪਰ ਜਦੋਂ ਉਹ ਮੋਗੇ ਅਡਾਨੀ ਸੀਲੋ ਜਿਹੜਾ ਸੀਗਾ ਉਹਦੇ ਵਾਲੀ ਜਿਹੜੀ ਟ੍ਰੇਨ ਰੋਕੀ ਗਈ, ਉਸ ਤੋਂ ਬਾਅਦ ਇਹ ਜਿਹੜਾ ਸਾਰਾ ਕੰਮ ਹੈ ਟ੍ਰੇਨਾਂ ਰੋਕਣ ਵਾਲਾ ਉਹ ਚੱਲਿਆ। ਸੋ ਇਹਨੂੰ ਕੁਝ ਲੋਕ ਕਾਰਪੋਰੇਟ ਘਰਾਣਿਆਂ ਦਾ ਗੇੜਾ ਵੀ ਦੇ ਕੇ ਦੇਖ ਰਹੇ ਆ। ਉਹ ਕਿੰਨੀ ਕੁ ਸਹੀ ਹੈ ਗੱਲ, ਕਿੰਨੀ ਕੁ ਗਲਤ, ਇਹ ਤਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਊਗੀ ਜੇ ਇਹਦੇ 'ਚ ਕੁਝ ਸੱਚਾਈ ਹੈ ਤੇ ਨਹੀਂ ਹੈ। ਪਰ ਇੱਥੇ WhatsApp ਇੱਕ ਜ਼ਿਕਰ ਮੈਂ ਜ਼ਰੂਰ ਚਾਹੁੰਦਾ ਆਪਾਂ ਕਰ ਲਈਏ ਕਿ ਵੀ ਜਿਹੜੀਆਂ ਇਸ ਵਕਤ ਫੋਟੋਆਂ ਤਸਵੀਰਾਂ ਆਉਂਦੀਆਂ ਨੇ ਉਹ ਉੱਪਰ ਤੱਕ ਪਹੁੰਚਦੀਆਂ ਤੇ ਹੋਣਗੀਆਂ। ਇੱਕ ਜੇ ਤੁਸੀਂ ਕੱਲ੍ਹ ਮੇਰਾ ਖਿਆਲ ਤਰਨਚੁੱਗ ਸਾਹਿਬ ਦੀ ਉਹ ਵੀਡੀਓ ਦੇਖੀ ਹੋਵੇ, ਜਿਹਦੇ 'ਚ ਉਹ ਜ਼ਿਕਰ ਕਰ ਰਹੇ ਨੇ ਕਿ ਵੀ ਮੋਦੀ ਸਾਹਿਬ ਦਾ ਜਿਹੜਾ ਪੁਤਲਾ ਫੂਕਣ ਵਾਲਾ ਕੰਮ ਹੈ ਉਹ ਇੱਕ ਤਰ੍ਹਾਂ ਨਾਲ ਨੈਸ਼ਨਲ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆਉਂਦੀ ਹੈ ਚੀਜ਼। ਹੁਣ ਉਹਦੇ 'ਤੇ ਉਹਨਾਂ ਦੇ ਮਨ ਦੇ ਹਾਵ ਭਾਵ ਜਾਂ ਉਹਨਾਂ ਦਾ ਗੁੱਸਾ ਉਹ ਸਾਫ਼ ਝਲਕਦਾ। ਅਤੇ ਜੇ ਤਰਨਚੁੱਗ ਹੋਰੀ ਪੰਜਾਬ ਦੇ ਲੀਡਰ ਹੋ ਕੇ ਪੰਜਾਬ ਦੀ ਸਥਿਤੀ ਨੂੰ ਜਾਣ ਕੇ ਇਸ ਘਟਨਾ ਜਿਹੜੀ ਹੈ ਉਹਦੇ 'ਤੇ ਇਸ ਤਰ੍ਹਾਂ ਦਾ ਰਿਐਕਸ਼ਨ ਦੇ ਰਹੇ ਹੋਣਗੇ, ਅਤੇ ਜਿਹੜੇ ਲੋਕ ਪੰਜਾਬੋਂ ਬਾਹਰ ਬੈਠੇ ਆ ਜਿਨ੍ਹਾਂ ਨੂੰ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਨਹੀਂ ਪਤਾ, ਪਰ ਉਹਨਾਂ ਨੇ ਉਹ ਵੀਡੀਓ ਫੋਟੋਗ੍ਰਾਫ ਜ਼ਰੂਰ ਦੇਖੀਆਂ ਹੋਣਗੀਆਂ ਕਿ ਸੈਂਕੜਿਆਂ ਦੀ ਗਿਣਤੀ 'ਚ ਪੰਜਾਬ 'ਚ ਇਸ ਤਰ੍ਹਾਂ ਹੋਇਆ, ਤਾਂ ਉਹ ਕੀ ਸੋਚ ਰਹੇ ਹੋਣਗੇ। ਮੈਂ ਚਾਹੁੰਦਾ ਇੱਕ ਵਾਰ ਉਸ ਐਂਗਲ ਤੋਂ ਵੀ ਸੋਚ ਕੇ ਵੇਖੋ। ਬਿਲਕੁਲ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ ਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਸਧਾਰਨ ਨਹੀਂ ਹੈ। ਉਹਦਾ ਕਾਰਨ ਕੀ ਹੈ ਕਿ ਤਰਨਚੁੱਗ ਸਾਹਿਬ ਨੇ ਇਕੱਲਾ ਇਹ ਨਹੀਂ ਕਿਹਾ ਕਿ ਇਹ ਰਾਸ਼ਟਰੀ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ। ਉਹਨਾਂ ਦੇ ਬਾਰੇ ਪਤਾ ਲੱਗਿਆ ਕਿ ਰਾਜਪਾਲ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ, ਤੇ ਜਿਹਦੇ ਬਾਬਤ ਇਹ ਵੀ ਕਿਹਾ ਕਿ ਦੇਸ਼ ਦੇ ਲੋਕਾਂ ਦੁਆਰਾ ਚੁਣੇ ਗਏ ਪ੍ਰਧਾਨ ਮੰਤਰੀ ਦੇ ਪੁਤਲੇ ਸਾੜਨ ਵਾਲਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਚਾਹੀਦੀ ਹੈ। ਇੱਥੋਂ ਤੱਕ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਸਾਹਿਬ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਇਹ ਜਿਹੜੇ ਪੁਤਲੇ ਸਾੜਨ ਦੀ ਮੁਹਿੰਮ ਹੈ ਨਾ, ਇਹ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦੇ ਲੀਡਰਾਂ ਦੁਆਰਾ ਪ੍ਰੇਰਿਤ ਮੁਹਿੰਮ ਸੀ। ਉਹਨਾਂ ਨੇ ਕਿਹਾ, ਉਹਨਾਂ ਨੇ ਇਹ ਗੱਲ ਅਗਲੇ ਪਾਸੇ ਨੂੰ ਵਧਾਈ ਹੈ, ਇਹ ਕੰਮ ਤਾਂ ਹੋਇਆ। ਹੁਣ ਤੁਸੀਂ ਇੱਕ ਗੱਲ ਦੇਖੋ, ਬੜੀ ਕਲੀਅਰ ਕੱਟ ਗੱਲ ਹੈ। ਅੰਦੋਲਨ ਕਰਨ ਵਾਲਿਆਂ ਨੇ ਅੰਦੋਲਨ ਕੀਤਾ, ਉਹਨਾਂ ਦਾ ਗੁੱਸਾ ਹੈ, ਉਹਨਾਂ ਦਾ ਰੋਸਾ, ਉਹ ਚਾਹੁੰਦੇ ਆ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ। ਪਰ ਦੂਸਰੇ ਪਾਸੇ BJP ਦੀ ਲੀਡਰਸ਼ਿਪ ਚੁੱਪ ਥੋੜੀ ਬੈਠੂ। ਜਿਸ ਲੀਡਰਸ਼ਿਪ ਨੇ ਕਿਹਾ ਸੀ ਕਿ ਅਸੀਂ 10 ਲੱਖ ਪੈਂਫਲੇਟ ਵੰਡਣੇ ਆ, ਜਿਸ ਲੀਡਰਸ਼ਿਪ ਨੇ ਆਪਣੇ 6-7 ਕੇਂਦਰੀ ਮੰਤਰੀ ਲਾ ਦਿੱਤੇ ਕਿ ਭਾਈ ਤੁਸੀਂ ਲੋਕਾਂ ਨੂੰ ਸਮਝਾਓ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲੋਕਾਂ ਤੱਕ ਅਗਲੇ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਿਸ ਮੁੱਦੇ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਤੇ ਪ੍ਰਧਾਨ ਮੰਤਰੀ ਹੋਰੀ ਜਿੱਥੇ ਵੀ ਜਾ ਕੇ ਬਿਆਨ ਦਿੰਦੇ ਕਹਿੰਦੇ ਆ ਕਿ ਭਾਈ ਇਹ ਬਿੱਲ ਚੰਗੇ ਆ, ਜਦੋਂ ਉਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ 1000 ਤੋਂ ਵੱਧ ਥਾਵਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦੇ ਤੇ ਨਾਲ ਅਡਾਨੀਆਂ ਦੇ ਪੁਤਲੇ ਫੂਕੇ ਜਾਣਗੇ, ਤਾਂ ਫਿਰ ਜੇ ਤਾਂ ਉਹ ਇਸ ਸਟੇਜ ਦੇ ਉੱਤੇ ਆਪਣੇ ਪੈਰ ਪਿਛਾਂਹ ਖਿੱਚਦੇ ਆ, ਉਹ ਵੀ ਉਹਨਾਂ ਦੇ ਲਈ ਔਖਾ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਤਾਂ ਉਹ ਮਸਲਾ ਅਗਲੇ ਪਾਸੇ ਨੂੰ ਜਾਊਗਾ। ਹੁਣ ਇਹ ਵੀ ਦੇਖੋ ਕਿ ਜਿਨ੍ਹਾਂ ਨੇ ਪੁਤਲੇ ਸਾੜੇ ਆ ਜਾਂ ਜਿਹੜੇ ਬੰਦੇ ਸੰਘਰਸ਼ ਕਰ ਰਹੇ ਸੌਖੇ ਉਹ ਵੀ ਹੈ ਨਹੀਂ, ਪਰ ਹੁਣ ਜਿਨ੍ਹਾਂ ਦੇ ਸਾੜੇ ਆ, ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਗੱਲ ਹੋ ਰਹੀ ਹੈ, ਅਗਲਿਆਂ ਨੇ ਵੀ ਕੋਈ ਨਾ ਕੋਈ ਆਪਣੇ ਵੱਲੋਂ ਜਿਹੜਾ ਸਿਰੇ ਦਾ ਕਦਮ ਤਾਂ ਚੁੱਕਣਾ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ ਕਹੀਏ ਕਿ ਸਾਰਾ ਕੁਝ ਠੀਕ ਠਾਕ ਰਹਿਣਾ ਹੈ, ਸਾਰਾ ਕੁਝ ਇੱਦਾਂ ਹੀ ਰਹਿਣਾ, ਇਹ ਸੰਘਰਸ਼ ਚੱਲ ਕੇ ਮੁੜ ਕੇ ਕਿਸੇ ਤਣ ਪੱਤਣ ਲੱਗ ਜਾਣਾ, ਤੇ ਉਹਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਬੁਲਬੁਲੇ ਬਣਨਗੇ, ਫਟਣਗੇ, ਬਹੁਤ ਸਾਰੀਆਂ ਜਿਹੜੀਆਂ ਉਤਰਾਅ ਚੜ੍ਹਾਅ ਵਾਲੀਆਂ ਸਥਿਤੀਆਂ ਆ ਸਕਦੀਆਂ। ਬਿਲਕੁਲ ਸਹੀ। ਇੱਥੇ ਇੱਕ ਵਾਰ ਮੈਂ ਫਿਰ ਤੋਂ ਰਿਪੀਟ ਕਰਦਾ ਹਾਂ ਜੀ ਕਿ ਅਸੀਂ ਜੋ ਵੀ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ, ਜਸਟ ਇੱਕ ਇਨਫੋਰਮੇਸ਼ਨ ਹੈ ਕਿ ਜੋ ਵੀ ਇਸ ਵਕਤ ਪੰਜਾਬ 'ਚ ਵਾਪਰ ਰਿਹਾ, ਦੋਵਾਂ ਧਿਰਾਂ ਵਾਲੇ ਪਾਸਿਓਂ, ਚਾਹੇ ਉਹ ਕਿਸਾਨ ਜਥੇਬੰਦੀਆਂ ਵੱਲੋਂ, ਚਾਹੇ ਸਰਕਾਰਾਂ ਵਾਲੇ ਪਾਸਿਓਂ, ਉਹਦੀ ਇੱਕ ਪਿਕਚਰ ਤਸਵੀਰ ਜਿਹੜਾ ਬੰਦਾ ਬਾਹਰ ਬੈਠਾ ਉਹਨੂੰ ਥੋੜ੍ਹੀ ਜਿਹੀ ਸਮਝ ਆਵੇ ਕਿ ਵੀ ਅਸਲ ਦੇ ਵਿੱਚ ਕੌਣ ਕਿੱਥੇ ਕਿੰਨਾ ਕੁ ਅੱਗੇ ਵੱਧ ਰਿਹਾ ਤੇ ਉਹਦੇ ਅੱਗੇ ਵਧਣ ਨਾਲ ਫਰਕ ਕੀ ਪੈ ਰਿਹਾ। ਇੱਕ ਵੀਡੀਓ ਹੋਰ ਤੁਸੀਂ WhatsApp ਦੇਖੀ ਹੋਣੀ ਹੈ ਕਿ ਇੱਕ ਟੋਲ ਪਲਾਜ਼ੇ ਤੋਂ ਗੱਡੀ ਲੰਘਦੀ ਆ ਅਤੇ ਗੱਡੀ 'ਚ ਇੱਕ ਮਰਦ ਐਂਡ ਇੱਕ ਔਰਤ ਨੇ ਮੋਦੀ ਸਾਹਿਬ ਦੀ ਫੋਟੋ ਲਾ ਕੇ ਕਿਸਾਨ ਜਥੇਬੰਦੀਆਂ ਬੈਠੀਆਂ, ਅਤੇ ਫੋਟੋ 'ਤੇ ਪਿਆ ਹੋਇਆ ਛਿੱਤਰਾਂ ਦਾ ਹਾਰ ਜਿਹੜਾ ਕਿ ਉਹ ਬੀਬੀ ਉਤਾਰ ਦਿੰਦੀ ਹੈ।
ਉਸ ਤੋਂ ਬਾਅਦ ਉਹਦੀ ਗੱਡੀ ਘੇਰ ਲਈ ਜਾਂਦੀ ਆ ਅਤੇ ਫਿਰ ਉਹ ਵੀਡੀਓ ਵੀ ਬਣ ਰਹੀ ਆ ਅਤੇ ਨਾਲ ਦੀ ਨਾਲ ਕਿਹਾ ਜਾਂਦਾ ਕਿ ਵੀ ਤੁਸੀਂ ਇਹ ਗਲਤ ਕੀਤਾ, ਅਸੀਂ ਗੱਡੀ ਤਾਂ ਜਾਣ ਦਿਆਂਗੇ ਜਦ ਤੱਕ ਤੁਸੀਂ ਉਹ ਦੁਬਾਰਾ ਛੱਤਰਾਂ ਦਾ ਹਾਰ ਉਸੇ ਫੋਟੋ 'ਤੇ ਨਹੀਂ ਪਾਉਂਦੇ। ਉਹ ਵਾਹਵਾ ਉਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੁੰਦੀ ਆ ਅਤੇ ਅਖੀਰ ਉਹ ਦੋਵੇਂ ਜਿਹੜੇ ਉਹ ਮਰਦ ਅਤੇ ਔਰਤ ਨੇ ਉਹ ਮੋਦੀ ਸਾਹਿਬ ਦੀ ਫੋਟੋ ਦੇ ਉੱਪਰ ਫਿਰ ਜੁੱਤੀਆਂ ਦਾ ਹਾਰ ਪਾਉਂਦੇ ਆ। ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਅੱਛਾ ਹੁਣ ਜੁੱਤੀਆਂ ਮਾਰੋ ਵੀ, ਜੁੱਤੀਆਂ ਮਰਵਾਈਆਂ ਵੀ ਜਾਂਦੀਆਂ ਐਂਡ ਫਿਰ ਮਾफ़ੀ ਮੰਗਵਾਈ ਜਾਂਦੀ ਹੈ ਕਿ ਸਾਡੇ ਕੋਲੋਂ ਗਲਤੀ ਹੋ ਗਈ ਕਿ ਅਸੀਂ ਜੁੱਤੀਆਂ ਦਾ ਹਾਰ ਫੋਟੋ ਤੋਂ ਲਾ ਤਾ, ਅੱਗੇ ਤੋਂ ਨਹੀਂ ਕਰਦੇ ਜੀ। ਹੁਣ ਉਹ ਜਿਹੜੀ ਵੀਡੀਓ ਹੈ ਬਹੁਤ ਸਾਰੇ ਲੋਕਾਂ ਨੇ ਦੇਖੀ ਹੋਏਗੀ, ਪਰ ਮੇਰਾ ਸਵਾਲ ਫਿਰ ਉੱਥੇ ਉਹੀ ਹੈ ਕਿ ਵੀ ਇਹ ਵੀਡੀਓ ਕੀ ਪੰਜਾਬ ਤੱਕ ਹੀ ਰਹਿ ਗਈ ਹੋਊਗੀ? ਸੰਧਾਲੀਆ ਸਾਹਿਬ, ਦੋ ਘਟਨਾਵਾਂ ਪੰਜਾਬ ਦੇ ਵਿੱਚ ਇਹ ਵਾਪਰੀਆਂ, ਸਮੇਂ ਦਾ ਥੋੜ੍ਹਾ ਜਿਹਾ ਫਰਕ ਸੀ, ਅੰਤਰਾਲ ਸੀ ਸਮੇਂ ਦਾ। ਇਹਨਾਂ ਦੋਵਾਂ ਘਟਨਾ ਇਹ ਨਾ ਹੁੰਦੀਆਂ ਤਾਂ ਚੰਗਾ ਸੀ। ਇਹਦੇ ਤੋਂ ਪਹਿਲਾਂ ਆਪਾਂ ਇੱਕ ਮੀਡੀਆ ਚੈਨਲ ਦੀ ਪੱਤਰਕਾਰ BBC, ਆਪਾਂ ਉਦੋਂ ਵੀ ਟਿੱਪਣੀ ਕੀਤੀ ਸੀ ਕਿ ਇਸ ਤਰ੍ਹਾਂ ਨਾ ਕੀਤਾ ਜਾਂਦਾ ਤਾਂ ਚੰਗਾ ਸੀ। ਆਪਣੀ ਗੱਲ ਤਰਕਪੂਰਨ ਢੰਗ ਦੇ ਨਾਲ ਜਿਹੜਾ ਉਹ ਰੱਖਣੀ ਚਾਹੀਦੀ ਹੈ। ਮਸਲਾ ਇਹ ਨਹੀਂ ਹੈ ਕਿ ਕਿਸੇ ਦੇ ਵਿਚਾਰ ਸਾਡੇ ਵਾਲੇ ਆ ਜਾਂ ਕਿਸੇ ਦੇ ਵਿਚਾਰ ਕੋਈ ਦੂਸਰੇ ਆ। ਉਦੋਂ ਵੀ ਆਪਾਂ ਕਿਹਾ ਸੀ ਕਿ ਭਾਈ ਇਹਦਾ ਮਸਲਾ ਕਿਸੇ ਹੋਰ ਢੰਗ ਦੇ ਨਾਲ ਹੱਲ ਕੀਤਾ ਜਾ ਸਕਦਾ ਸੀ। ਹੁਣ ਦੂਸਰਾ ਇਹ ਵੀ ਬੀਬੀ ਉਹ ਜੰਮੂ ਕਸ਼ਮੀਰ ਦੀ ਹੈ, ਉਹ ਕਿਸੇ ਪਾਸੇ ਦੀ ਹੈ, ਉਹਦੇ ਤੋਂ ਹਾਰ ਪਵਾਇਆ ਜਾਣਾ, ਉਹਨੂੰ ਬਾਰ-ਬਾਰ ਕਿਹਾ ਜਾਣਾ ਕਿ ਭਾਈ ਮਾफ़ੀ ਮੰਗ, ਐਂ ਕਰ। ਦੇਖੋ ਇਹਦੇ ਨਾਲ ਕਾਨੂੰਨਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ। ਇੱਥੇ ਤਾਂ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਹਾਂ। ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਸਿਆਣੇ ਆ, ਸਾਡੀਆਂ ਗੱਲਾਂ ਸਾਰੀਆਂ ਠੀਕ ਨੇ, ਪਰ ਜਦੋਂ ਲਾਮਬੰਦੀ ਕਰਨੀ ਹੁੰਦੀ ਹੈ, ਜਦੋਂ ਦਬਾਅ ਬਣਾਉਣਾ ਹੁੰਦਾ, ਜਦੋਂ ਪ੍ਰੈਸ਼ਰ ਕ੍ਰੀਏਟ ਕਰਨਾ ਹੁੰਦਾ, ਤੇ ਉਦੋਂ ਲੋਕ ਸਹਿਮਤੀ ਲੈਣੀ ਜ਼ਰੂਰੀ ਹੁੰਦੀ ਹੈ। ਜਦੋਂ ਜਾਮ ਲਾਉਣਾ ਸੀ, ਆਪਾਂ ਇਸੇ ਕਰਕੇ ਉਸ ਦਿਨ ਬੇਨਤੀਆਂ ਕਰਦੇ ਸੀ ਕਿ ਠੀਕ ਹੈ, ਜਥੇਬੰਦੀਆਂ ਦਾ ਫੈਸਲਾ ਹੋਏਗਾ ਕਿ ਤੁਸੀਂ ਸੜਕਾਂ ਰੋਕਣੀਆਂ। ਲੋਕਤੰਤਰ ਦੇ ਵਿੱਚ ਕੋਈ ਪਹਿਲੀ ਵਾਰੀ ਤਾਂ ਰੁਕਣ ਨਹੀਂ ਲੱਗੀਆਂ, ਪਰ ਜਿਹੜੇ ਬੰਦੇ ਪਿੱਛੇ ਖੜੇ ਨੇ, ਕੋਈ ਬਿਮਾਰ ਠਮਾਰ ਹੈ, ਕੋਈ ਬਾਹਰ ਅੰਦਰ ਜਾਣ ਵਾਲਾ ਹੈ, ਕੋਈ ਬੰਦਾ ਇੰਟਰਵਿਊ ਤੇ ਜਾ ਰਿਹਾ ਹੈ, ਕਿਸੇ ਨੂੰ ਬਹੁਤ ਕਾਹਲੀ ਹੈ, ਆਪ ਉਹਨੂੰ ਤੋਰੋ, ਨਾਲੇ ਉਹਨੂੰ ਆਪਣੀ ਗੱਲ ਸਮਝਾ ਦਿਓ, ਨਾਲੇ ਅੱਗੇ ਤੋਰ ਦਿਓ। ਜੇ ਕਿਸੇ ਨੂੰ ਪਾਣੀ ਚਾਹੀਦਾ, ਨਿੱਕੇ ਨਿਆਣੇ ਨੂੰ ਦੁੱਧ ਚਾਹੀਦਾ, ਕੋਈ ਲੰਗਰ ਪਾਣੀ ਪ੍ਰਸ਼ਾਦਾ ਚਾਹੀਦਾ, ਉਹਨਾਂ ਨੂੰ ਉਹ ਪ੍ਰੋਵਾਈਡ ਕਰਾਓ, ਉਪਲਬਧ ਕਰਾਓ, ਉਹਨਾਂ ਨੂੰ ਗੱਲ ਸਮਝਾਓ। ਤੇ ਜੇ ਆਪਾਂ ਸਿੱਧੇ ਤੌਰ ਦੇ ਉੱਤੇ, ਕਿਉਂਕਿ ਹਰ ਇੱਕ ਬੰਦੇ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਨਹੀਂ ਹੁੰਦੀ, ਹਰ ਇੱਕ ਬੰਦਾ ਇਹ ਚੀਜ਼ ਸੋਚਣ ਦੇ ਸਮਰੱਥ ਨਹੀਂ ਹੁੰਦਾ ਕਿ ਇਹਦੇ ਪ੍ਰਭਾਵ ਕੀ ਪੈਣਗੇ। ਪਰ ਜੇ ਇਦਾਂ ਦੀਆਂ ਵੀਡੀਓਜ਼ ਜਿਹੜੀਆਂ ਬਾਰ-ਬਾਰ ਸਾਹਮਣੇ ਜਾਣਗੀਆਂ ਕਿ ਆਹ ਕੰਮ ਧੱਕੇ ਨਾਲ ਕਰਾਇਆ ਜਾ ਰਿਹਾ, ਇਹਦਾ ਸੰਘਰਸ਼ ਦੇ ਉੱਤੇ ਹਾਂ ਪੱਖੀ ਪ੍ਰਭਾਵ ਨਹੀਂ ਪੈਣਾ। ਠੀਕ ਹੈ, ਜੇ ਪੁਤਲੇ ਸਾੜਨ ਦਾ ਹੱਕ ਹੈ, ਜੇ ਰੇਲਾਂ ਰੋਕਣ ਦਾ ਹੱਕ ਹੈ, ਤਾਂ ਠੀਕ ਹੈ ਭਾਈ, ਉਹਨੇ ਵੀ ਆਪਣਾ ਕੰਮ ਕਰ ਦਿੱਤਾ ਜਿਹੜਾ ਉਹਨੂੰ ਚੰਗਾ ਲੱਗਦਾ ਸੀ। ਪਰ ਇਹਦਾ ਘੇਰ ਕੇ ਲਿਆਉਣਾ ਮੈਨੂੰ ਲੱਗਦਾ ਕੋਈ ਬਹੁਤਾ ਜ਼ਿਆਦਾ ਵਾਜਬ ਨਹੀਂ ਹੈ। ਸੋ ਇਹ ਚੀਜ਼ਾਂ ਅਸੀਂ ਤਾਂ ਆਪ ਜੀ ਦੇ ਸਨਮੁਖ ਰੱਖ ਰਹੇ ਹਾਂ ਵੀ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ, ਉਹ ਇੱਕ ਥਾਂ ਦੇ ਉੱਪਰ ਜ਼ਰੂਰ ਇਹ ਸਾਰੀਆਂ ਚੀਜ਼ਾਂ ਸੁਣ ਕੇ ਖੁਦ ਇਹਦੇ ਨੂੰ ਐਨਾਲਿਸਿਸ ਕਰਨ ਕਿ ਕੌਣ ਕਿੱਥੇ ਕੀ ਕਰ ਰਿਹਾ ਐਂਡ ਉਹਦੇ ਸਾਰੇ ਕੁਝ ਦਾ ਪ੍ਰਭਾਵ ਕੀ ਹੋ ਰਿਹਾ। ਇੱਥੇ WhatsApp ਇੱਕ ਜ਼ਿਕਰ ਹੋਰ ਚੱਲਿਆ ਸੀ ਜਿਹਦੇ 'ਚ ਮੋਦੀ ਸਾਹਿਬ ਨੇ ਬਿਹਾਰ ਵਾਲੇ ਪਾਸੇ, ਕਿਉਂਕਿ ਇਲੈਕਸ਼ਨਾਂ ਅਤੇ ਉੱਧਰੋਂ ਵੀ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ, ਨਾਲ ਉਹ ਜਿਹੜਾ ਸੰਬੋਧਨ ਹੈ ਉਹ ਪੂਰੇ ਮੁਲਕ ਦੇ ਵਿੱਚ ਵੀ ਜਾਂਦਾ, ਮਨ ਕੀ ਬਾਤ 'ਚ ਵੀ ਜ਼ਿਕਰ ਕੀਤਾ। ਉਹਦੇ 'ਚ ਉਹਨਾਂ ਕਿਹਾ ਕਿ ਵੀ ਜਿਹੜੇ ਕਾਨੂੰਨ ਬਣਾਏ ਗਏ ਆ, ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ 'ਚ ਨੇ, ਕਿਸਾਨ ਹਿਤੈਸ਼ੀ ਨੇ। APMC ਐਕਟ ਜਿਹੜਾ ਹੁਣ ਤੱਕ ਮੰਡੀਕਰਨ ਵਾਲਾ ਸੀਗਾ, ਉਹ ਇੰਨਾ ਕੁ ਖਤਮ ਹੋ ਚੁੱਕਾ ਕਿ ਉਹਦਾ ਕਰਕੇ ਕਿਸਾਨਾਂ ਨੂੰ ਆਪਣੀ ਜਿਣਸ ਦਾ, ਫਸਲ ਦਾ ਸਹੀ ਮੁੱਲ ਨਹੀਂ ਮਿਲਦਾ। ਇੱਕ ਉਹਨਾਂ ਨੇ ਜ਼ਿਕਰ ਕੀਤਾ ਸੀ ਮਹਾਰਾਸ਼ਟਰ ਦਾ, ਕਿ ਮਹਾਰਾਸ਼ਟਰ ਦੇ ਵਿੱਚ ਇੱਕ ਕੰਪਨੀ ਹੈ ਜੀ, ਉਸ ਕੰਪਨੀ ਨੇ ਦੇਖੋ ਲੋਕਾਂ ਕੋਲੋਂ ਮਕਈ ਖਰੀਦੀ ਅਤੇ ਉਹ ਮੱਕੀ ਜਿਹੜੀ ਹੈ ਉਹਦੇ 'ਤੇ ਉਹਨਾਂ ਨੂੰ ਫਾਇਦਾ ਹੋਇਆ ਅਤੇ ਇਸ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਬੋਨਸ ਦਿੱਤਾ। ਇੰਨੀ ਗੱਲ ਦੱਸੀ ਗਈ। ਹੁਣ ਜਦੋਂ ਇਹ ਗੱਲ ਤੁਸੀਂ ਜਾਂ ਮੈਂ ਪਹਿਲੀ ਵਾਰ ਸੁਣਦੇ ਹਾਂ ਅਤੇ ਫਿਰ ਆਪਣੇ ਵੀ ਦਿਮਾਗ 'ਚ ਉਤਸੁਕਤਾ ਤਾਂ ਹੁੰਦੀ ਹੈ, ਯਾਰ ਕਮਾਲ ਹੋ ਗਈ, ਇੱਕ ਪ੍ਰਾਈਵੇਟ ਕੰਪਨੀ ਚੀਜ਼ ਖਰੀਦ ਰਹੀ ਹੈ, ਉਹਨੂੰ ਗਾਂਹ ਵੇਚ ਕੇ ਫਾਇਦਾ ਹੋ ਜਾਂਦਾ ਅਤੇ ਉਹਨੂੰ ਇਹ ਲੱਗਦਾ ਹੈ ਕਿ ਵੀ ਯਾਰ ਜਿਸ ਕਿਸਾਨ ਨੇ ਪੈਦਾ ਕੀਤੀ ਹੈ, ਕਿਉਂ ਨਾ ਮੈਂ ਆਪਣੇ ਫਾਇਦੇ ਦਾ ਥੋੜ੍ਹਾ ਜਿਹਾ ਹਿੱਸਾ ਜਿਹੜਾ ਹੈ ਮੁਨਾਫੇ ਦਾ ਉਹ ਉਹਨੂੰ ਵੀ ਪਾਸ ਔਨ ਕਰਾਂ, ਅਤੇ ਉਹਨੂੰ ਜਾ ਕੇ ਪਾਸ ਔਨ ਕਰਦੇ ਆ। ਹੁਣ ਜੇ ਤਾਂ ਆਪਾਂ ਇੰਨੀ ਗੱਲ ਦੇਖੀਏ ਫਿਰ ਤਾਂ ਆਪਾਂ ਨੂੰ ਲੱਗਦਾ ਵੀ ਬਹੁਤ ਵੱਡੀ ਗੱਲ ਆ। ਮੇਰੇ ਦਿਮਾਗ 'ਚ ਕੱਲ੍ਹ ਦੀ ਇਹ ਘੁੰਮੀ ਜਾਂਦੀ ਸੀ, ਮੈਂ ਕਿਹਾ ਯਾਰ ਪਤਾ ਤਾਂ ਕਰੀਏ ਵੀ ਕਿਹੜੀ ਜਗ੍ਹਾ ਅਤੇ ਕਿਹੜੀ ਥਾਂ। ਇੱਕ ਵਾਰ ਮੈਂ ਫਿਰ ਦੱਸ ਦਿੰਦਾ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਬੁਲਡਾਨਾ ਕਰਕੇ ਡਿਸਟ੍ਰਿਕਟ ਹੈ, ਜ਼ਿਲ੍ਹਾ, ਜਿੱਥੋਂ ਦੀ ਇਹ ਘਟਨਾ ਹੈ। ਉੱਥੇ ਇੱਕ ਜੈ ਸਰਦਾਰ ਕਰਕੇ ਕੰਪਨੀ ਹੈ ਜਿਹਨੂੰ FPC ਕਿਹਾ ਜਾਂਦਾ, ਮਤਲਬ ਫਾਰਮਰ ਪ੍ਰੋਡਿਊਸਰ ਕੰਪਨੀਜ਼, ਜਿਹੜੀਆਂ ਕਿ ਹੁਣ ਨਵੀਆਂ ਆ ਗਈਆਂ। ਉਹਨੇ ਕਿਸਾਨਾਂ ਕੋਲੋਂ ਖਰੀਦੀ ਸੀ ਮੱਕੀ, ਅਤੇ ਮੱਕੀ ਜਿਹੜੀ ਹੈ ਉਹ ਟੋਟਲ ਕੁਆਂਟਲਾਂ 'ਚ ਬਣਦੀ ਹੈ 3120 ਕੁਆਂਟਲ। ਹੁਣ 3120 ਕੁਆਂਟਲ ਜਿਹੜੀ ਮਕਈ ਹੈ ਉਹਨੇ ਮਹਾਰਾਸ਼ਟਰ ਤੋਂ ਚੁੱਕੀ ਅਤੇ ਮੁਜ਼ੱਫਰਨਗਰ ਬਿਹਾਰ ਜਾ ਕੇ ਵੇਚ ਦਿੱਤੀ ਇੱਕ ਕੰਪਨੀ ਨੂੰ। ਤੁਸੀਂ ਹਿਸਾਬ ਲਾਓ ਕਿ ਇੰਡੀਆ ਦੇ ਨਕਸ਼ੇ ਦੇ ਹਿਸਾਬ ਨਾਲ ਮਹਾਰਾਸ਼ਟਰ ਕਿੱਥੇ ਆ ਅਤੇ ਬਿਹਾਰ ਕਿੱਥੇ ਆ। ਉਹ ਜਿਹੜੀ ਮਕਈ ਉਹਨਾਂ ਦੀ ਮੱਕੀ ਵਿਕੀ ਉਹ ਵਿਕੀ 45 ਲੱਖ ਦੀ। 3120 ਕੁਆਂਟਲ ਮੱਕੀ 45 ਲੱਖ ਦੀ ਮਹਾਰਾਸ਼ਟਰ ਦੇ ਜ਼ਿਲ੍ਹੇ 'ਚੋਂ ਚੁੱਕੀ ਅਤੇ ਮੁਜ਼ੱਫਰਨਗਰ ਇੱਧਰ ਬਿਹਾਰ ਵਾਲੀ ਸਾਈਡ ਦੇ ਉੱਪਰ ਜਾ ਕੇ ਵੇਚਦੀ। ਹੁਣ ਇਹਦਾ
ਮੈਂ ਮੋਟਾ ਜਿਹਾ ਹਿਸਾਬ ਲਾਉਂਦਾ ਸੀ ਵੀ ਜਿੰਨੇ ਦੀ ਉਹਨਾਂ ਨੇ ਵੇਚੀ ਹੋਊਗੀ ਉਹਦੇ ਹਿਸਾਬ ਨਾਲ ਉਹਨਾਂ ਨੂੰ ਪ੍ਰਤੀ ਕੁਇੰਟਲ ਕੁਝ 1440 42 43 ਰੁਪਏ ਬੈਠਦੀ ਆ ਪਰ ਕੁਇੰਟਲ। ਹੁਣ ਜੇ ਉੱਥੋਂ ਖਰੀਦ ਕੇ ਅਗਲੇ ਨੂੰ ਵੇਚ ਕੇ ਤੇ ਮੁਨਾਫਾ ਫਾਈਨਲ ਜੇਬ 'ਚ ਜੇ 1442 ਦਾ ਪੈ ਰਿਹਾ ਕੰਪਨੀ ਦੀ ਜੇਬ 'ਚ, ਤਾਂ MSP ਦਾ ਮੱਕੀ ਦੀ 1850 ਰੁਪਏ ਆ। ਪਹਿਲਾ ਸਵਾਲ। ਦੂਜੀ ਗੱਲ ਕਿ ਜੇ ਉਹ ਜਿਹੜਾ ਪੈਸਾ ਸੀਗਾ ਉਹ ਘੁੰਮ ਫਿਰ ਕੇ ਉਹਨਾਂ ਨੂੰ ਲੱਗਿਆ ਕਿ ਮੁਨਾਫਾ ਹੋ ਗਿਆ, ਤੇ ਜਿਹੜਾ ਕਿਸਾਨ ਹੈ ਉਹਦੀ ਜੇਬ 'ਚ ਕਿੰਨਾ ਪਾਇਆ ਹੋ, ਮੈਨੂੰ ਲੱਗਾ ਵੀ ਸ਼ਾਇਦ ਹੋ ਸਕਦਾ ਕੋਈ 100 ਰੁਪਈਆ ਕੁਇੰਟਲ ਮਗਰ ਪਾਇਆ ਹੋਵੇ, ਤਾਂ ਉਹ 10 ਰੁਪਏ ਬਣਦੇ ਆ। ਯਾਨੀ ਕਿ ਇੱਕ ਕੰਪਨੀ ਨੇ 1 ਕੁਇੰਟਲ ਮੱਕੀ ਪਿੱਛੇ 10 ਰੁਪਏ ਇੱਕ ਕਿਸਾਨ ਨੂੰ ਦਿੱਤੇ। ਅਤੇ ਜੇ ਉੱਧਰ ਮੰਨ ਲਓ ਵੀ ਕਿਸੇ ਕਿਸਾਨ ਕੋਲੋਂ ਉਹਨਾਂ ਨੇ, ਤੁਸੀਂ ਦੇਖੋ ਵੀ ਜੇ 10 ਕੁਇੰਟਲ ਖਰੀਦੀ ਆ ਅਤੇ 100 ਰੁਪਈਆ, ਜੇ 20 ਖਰੀਦੀ ਆ ਅਤੇ 200 ਰੁਪਈਆ, ਇਸ ਹਿਸਾਬ ਨਾਲ ਜਿਹੜਾ ਹੈ ਉਹ ਬੋਨਸ ਆ ਉਹ ਦਿੱਤਾ, ਜਿਹਦੀ ਕਿ ਗੱਲ ਨੈਸ਼ਨਲ ਲੈਵਲ ਦੇ ਉੱਪਰ ਪ੍ਰਚਾਰੀ ਗਈ, ਦੱਸੀ ਗਈ। ਮੈਂ ਨਹੀਂ ਕਹਿੰਦਾ ਵੀ ਇਹ ਦੱਸੀ ਨਹੀਂ ਜਾਣੀ ਚਾਹੀਦੀ, ਪਰ ਮੈਨੂੰ ਇਹ ਕਿ ਇਹਦੇ ਤੱਥ ਵੀ ਆਪਾਂ ਨੂੰ ਪਤਾ ਹੋਣ ਕਿ ਅਸਲ 'ਚ ਹੋਇਆ ਕੀ। ਕੁਛ ਕਹਿਣਾ? ਜੀ ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਜਿਨ੍ਹਾਂ ਨੂੰ ਮੱਕੀ ਦੇ ਪੈਸੇ ਮਿਲੇ ਆ ਉਹ ਰੱਖਣ, ਸਾਂਭ ਕੇ ਚੰਗੇ ਤਰੀਕੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਖਰਚਣ, ਕਿਉਂਕਿ ਬੋਨਸ ਸਾਰਿਆਂ ਨੂੰ ਮਿਲਣ, MSP ਤੋਂ ਵੱਧ ਭਾਅ ਸਾਰਿਆਂ ਨੂੰ ਮਿਲੇ, ਕੌਣ ਨਹੀਂ ਚਾਹੁੰਦਾ। ਪਰ ਹੁਣ ਤੱਕ ਇਹ ਜਿਹੜੀਆਂ ਸਾਰੀਆਂ ਉਦਾਹਰਨਾਂ ਨੇ ਜਾਂ ਲੀਡਰਸ਼ਿਪ ਦੇ ਮੂੰਹੋਂ ਨਿਕਲੇ ਜਿਹੜੇ ਬੋਲ ਨੇ ਸੰਧਾਲੀਆ ਸਾਹਿਬ, ਲੋਕਾਂ ਨੂੰ ਨਿਰਾਸ਼ ਕਰ ਰਹੇ ਆ, ਲੋਕਾਂ ਨੂੰ ਹਤਾਸ਼ ਕਰ ਰਹੇ ਆ। ਦੇਖੋ ਮੋਟੇ ਤੌਰ ਦੇ ਉੱਤੇ ਜੋ ਹੋਣਾ ਚਾਹੀਦਾ ਸੀ ਉਹ ਤਾਂ ਇਹ ਸੀ ਕਿ ਕਿਸਾਨ ਧਿਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ, ਉਹਨਾਂ ਦੀ ਗੱਲ ਸੁਣੀ ਜਾਂਦੀ, ਜੇ ਕੋਈ ਤੌਖਲੇ ਹੈਗੇ ਆ ਤਾਂ ਉਹ ਦੂਰ ਕੀਤੇ ਜਾਂਦੇ। ਇਹ ਤਾਂ ਵੈਸੇ ਬਿੱਲ ਪਾਸ ਹੋਣ ਤੋਂ ਪਹਿਲਾਂ ਦੀ ਮੰਗ ਹੈ ਕਿ ਭਾਈ ਉਹਨਾਂ ਦੀਆਂ ਗੱਲਾਂ ਬਾਤਾਂ ਪਹਿਲਾਂ ਸੁਣ ਲਓ, ਚਲੋ ਕਾਨੂੰਨ ਬਣ ਗਏ, ਕਾਨੂੰਨ ਲਾਗੂ ਹੋ ਗਏ। ਪਰ ਹੁਣ ਤੁਸੀਂ ਦੇਖੋ ਕਿ ਆਮ ਬੰਦਾ ਕੀ ਕਰੇ। ਸੰਧਾਲੀਆ ਸਾਹਿਬ, ਜਿਹੜਾ ਬੰਦਾ ਰੇਲਵੇ ਸਟੇਸ਼ਨ ਤੇ ਬੈਠਾ, ਟਰੈਕ ਤੇ ਨਹੀਂ ਬੈਠੇ, ਹੁਣ ਜਿਹੜਾ ਬੰਦਾ ਰੇਲਵੇ ਸਟੇਸ਼ਨ ਤੇ ਬੈਠਾ ਹੈ, ਪੰਪ ਦੇ ਕੋਲੇ ਬੈਠਾ, ਟੋਲ ਪਲਾਜ਼ੇ ਦੇ ਕੋਲੇ ਬੈਠਾ ਹੈ, ਜਾਂ ਕਿਤੇ ਵੀ ਕਿਸੇ ਵੀ ਤਰੀਕੇ ਦਾ ਕਿਸਾਨੀ ਮੁੱਦੇ ਤੇ ਸੰਘਰਸ਼ ਕਰ ਰਿਹਾ, ਉਹਨੂੰ ਸੁਣਨ ਨੂੰ ਕੀ ਮਿਲਦਾ? ਜਾਣੀ ਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਜੇ ਕਿਸੇ ਨੂੰ ਦਿੱਕਤ ਹੈਗੀ ਹੈ, ਕਿਸੇ ਦੇ ਪੀੜ ਹੁੰਦੀ ਹੈ, ਦਰਦ ਹੁੰਦੀ ਹੈ, ਤਾਂ ਉਹਦੀ ਗੱਲ ਸੁਣੀ ਜਾਣੀ ਜ਼ਰੂਰੀ ਹੈ। ਜੇ ਡੈਮੋਕ੍ਰੇਸੀ ਦੇ ਵਿੱਚ ਗੱਲ ਨਹੀਂ ਸੁਣੀ ਜਾਊਗੀ ਤਾਂ ਕਿੱਥੇ ਸੁਣੀ ਜਾਊਗੀ? ਪਰ ਬਿਆਨ ਦੇਖੋ ਕੀ ਆਉਂਦੇ। ਆਮ ਬੰਦਾ ਕਿੰਨੀ ਉਲਝਣ ਦੇ ਵਿੱਚ ਹੈ, ਕਿੰਨੀ ਸ਼ਸ਼ੋਪੰਜ ਦੇ ਵਿੱਚ ਹੈ। ਪਹਿਲੀ ਗੱਲ ਹੈ ਸਿਆਸੀ ਧਿਰਾਂ ਦਾ ਸੰਘਰਸ਼ ਅੱਡ, ਕਿਸਾਨ ਧਿਰਾਂ ਦਾ ਸੰਘਰਸ਼ ਅੱਡ, ਇੱਕ ਹੋਰ ਧਿਰ ਜਿਹੜੀ ਹੈ ਉਹ ਮੋਰਚਾ ਬਾਰਡਰ ਦੇ ਕੋਲੇ ਅੱਡ ਲਾ ਕੇ ਬੈਠੀ ਹੈ। ਆਮ ਲੋਕਾਂ ਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਜੇ ਪੰਜਾਬ ਦਾ ਮਸਲਾ ਸਾਂਝਾ ਹੈ, ਜੇ ਸਾਰੀਆਂ ਧਿਰਾਂ ਕਹਿੰਦੀਆਂ ਕਿ ਠੀਕ ਹੈ ਤਾਂ ਫਿਰ ਅੱਡੋ ਅੱਡ ਕਿਉਂ ਆ? ਫਿਰ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਜਦੋਂ ਥੋੜ੍ਹੇ ਜਿਹਾ ਵੱਖਰੇ ਤਰ੍ਹਾਂ ਦੇ ਮਤਭੇਦ ਸਾਹਮਣੇ ਆ ਜਾਂਦੇ, ਲੋਕ ਉਦੋਂ ਵੀ ਸ਼ਸ਼ੋਪੰਚ ਹੈ। ਫਿਰ ਜਦੋਂ ਦਿੱਲੀ ਦਰਬਾਰ ਦੇ ਵਿੱਚੋਂ ਕੋਈ ਨਾ ਕੋਈ ਬਿਆਨ ਆ ਜਾਂਦਾ ਕਿ ਭਾਈ ਦਲਾਲ ਹੈ, ਫਲਾਨਾ ਹੈ, ਇਹ ਤਾਂ ਵਧੀਆ ਹੈ, ਗੱਲ ਸੁਣੀ ਨਹੀਂ ਜਾਂਦੀ, ਬੈਠ ਕੇ ਗੱਲ ਕੀਤੀ ਨਹੀਂ ਜਾਂਦੀ, ਬਿਆਨ ਆ ਜਾਂਦਾ ਹੈ ਤੇ ਇਹ ਵੀ ਕਹਿ ਦਿੱਤਾ ਜਾਂਦਾ ਕਿ ਹੁਣ ਭਾਈ ਅਸੀਂ ਸਾਰੇ ਦੇਸ਼ ਨੂੰ ਮੰਡੀ ਦੇ ਰੂਪ ਦੇ ਵਿੱਚ ਖੋਲ੍ਹ ਦਿੱਤਾ ਤੇ ਠੀਕ ਹੋ ਜਾਣਾ ਸਾਰਾ ਕੁਝ, ਸਾਰਿਆਂ ਦਾ ਮਿਆਰ ਜਿਹੜਾ ਉੱਪਰ ਚੱਕਿਆ ਜਾਣਾ। ਸੰਧਾਲੀਆ ਸਾਹਿਬ, ਠੀਕ ਹੈ, ਲੀਡਰ ਸਿਆਣੇ ਹੀ ਹੋਣੇ ਆ ਤਾਂ ਲੋਕ ਵੋਟਾਂ ਪਾ ਕੇ ਚੁਣਦੇ ਆ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਪਰ ਘੱਟੋ ਘੱਟ ਪਿਛਲੇ 20 ਸਾਲਾਂ ਦਾ ਐਨਾਲਿਸਿਸ ਕਰ ਲੈਂਦੇ ਕਿ ਕਿਹੜੇ-ਕਿਹੜੇ ਸੂਬੇ 'ਚ ਕਿੰਨੇ ਕਿਸਾਨ ਕਰਜ਼ਾਈ ਹੋਏ ਆ, ਕਿੰਨਿਆਂ ਨੇ ਸੁਸਾਈਡ ਕੀਤਾ, ਕਿੰਨਿਆਂ ਦੀਆਂ ਜ਼ਮੀਨਾਂ ਵਿਕੀਆਂ, ਕਿੰਨੇ ਮੰਡੀ 'ਚ ਖੱਜਲ ਖਰਾਬ ਹੋਏ ਆ। ਦੇਖੋ ਪੰਜਾਬ ਹਰਿਆਣੇ ਦਾ ਮਸਲਾ ਬੜਾ ਕਲੀਅਰ ਹੈ। ਪੰਜਾਬ ਹਰਿਆਣੇ ਦਾ ਮਸਲਾ ਇਹ ਨਹੀਂ ਹੈ ਕਿ ਓਪਨ ਕਰ ਦਿਓ। ਪੰਜਾਬ ਹਰਿਆਣੇ ਦਾ ਮਸਲਾ ਇਹ ਹੈ ਕਿ ਕਣਕ ਝੋਨੇ ਦੀ ਬਦਲਵੀਂ ਫਸਲ ਦਾ ਮੁੱਲ ਦਿਓ। ਸਾਨੂੰ ਤਕਰੀਬਨ 17-18 ਸਾਲ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦਾ ਕੰਮ ਸ਼ੁਰੂ ਹੋਇਆ। ਇਹ ਅਸੀਂ ਦੋ ਸ਼ਬਦ ਸੁਣੀ ਜਾਂਦੇ, ਸਵਾਮੀਨਾਥਨ ਕਮਿਸ਼ਨ, ਸਵਾਮੀਨਾਥਨ ਕਮਿਸ਼ਨ। ਤੀਸਰਾ ਸ਼ਬਦ ਸੀ ਉਹਦੀਆਂ ਸਿਫਾਰਿਸ਼ਾਂ, ਚੌਥਾ ਸ਼ਬਦ ਸੀ ਲਾਗੂ। ਸਾਰੀਆਂ ਧਿਰਾਂ ਕਹਿੰਦੀਆਂ ਰਹੀਆਂ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਾਂਗੇ, ਪਰ ਉਹਨੂੰ ਲਾਗੂ ਕਰਨ ਦੀ ਥਾਂ ਜਿਸ ਤਰੀਕੇ ਦੀਆਂ ਸਿਫਾਰਿਸ਼ਾਂ ਬੜੀਆਂ ਕਲੀਅਰ ਕੱਟ ਲਿਖੀਆਂ ਗਈਆਂ, ਜਦੋਂ ਓਪਨ ਮਾਰਕੀਟ ਦਾ ਕਨਸੈਪਟ ਆ ਜਾਂਦਾ, ਉਹਦੇ ਤੋਂ ਪਹਿਲਾਂ ਮੰਡੀਆਂ ਨੂੰ ਆਨਲਾਈਨ ਕਰਨ ਦਾ ਕਨਸੈਪਟ ਆਉਂਦਾ, ਜਾਣੀ ਕਿ ਲੋਕਾਂ ਦੀ ਸਮਝ ਤੋਂ ਬਾਹਰ ਹੋ ਰਿਹਾ ਕੰਮ ਕਿ ਸਮੱਸਿਆ ਕਿਤੇ ਖੜੀ ਹੈ, ਉਹਨਾਂ ਨੂੰ ਹੱਲ ਕਰਨ ਦਾ ਢੰਗ ਅੱਡ ਹੈ। ਹਾਂ, ਜੇ ਕੋਈ ਨਵਾਂ ਢੰਗ ਵੀ ਹੈਗਾ, ਪਹਿਲਾਂ ਲੋਕਾਂ ਨੂੰ ਯਕੀਨ ਚ ਲਾਓ, ਪਹਿਲਾਂ ਲੋਕਾਂ ਨੂੰ ਵਿਸ਼ਵਾਸ ਚ ਲਾਓ। ਜੇ ਹੁਣ ਇੱਕ ਜਾਂ ਦੋ ਸੂਬਿਆਂ 'ਚ ਇਹ ਕੰਮ ਚੱਲਦਾ, ਦੇਖੋ ਅੱਜ ਜਿਹੜੀ ਮੀਟਿੰਗ ਹੋਣੀ ਆ 250 ਜਥੇਬੰਦੀਆਂ ਨੇ ਦਿੱਲੀ 'ਚ, ਉਹ 250 ਜਥੇਬੰਦੀਆਂ ਜੇ ਇੱਕਮਤ ਹੋ ਜਾਣਗੀਆਂ ਕਿ ਭਾਈ ਆਪਾਂ ਸਾਰੇ ਦੇਸ਼ ਦੇ ਵਿੱਚ ਸੰਘਰਸ਼ ਕਰਨਾ, ਕਿੰਨਾ ਕੁ ਨੁਕਸਾਨ। ਇਹ ਕੱਲਾ ਜਿਹੜਾ ਰੇਲਾਂ ਰੋਕਣ ਦੇ ਨਾਲ ਜੇ ਇੱਥੇ ਧਰਨੇ ਲੱਗਣ ਨਾ, ਕੱਲਾ ਪੰਜਾਬੀ ਲੋਕਾਂ ਦਾ ਜਾਂ ਪੰਜਾਬ ਦੀ ਇੰਡਸਟਰੀ ਦਾ ਥੋੜ੍ਹਾ ਦੇਸ਼ ਦਾ ਵੀ ਤਾਂ ਨੁਕਸਾਨ ਹੀ ਆ ਨਾ। ਜੇ ਕੋਈ ਪ੍ਰੋਡਕਸ਼ਨ ਬੰਦ ਹੁੰਦੀ ਹੈ ਜਾਂ ਸਮਾਨ ਨਹੀਂ ਆਉਂਦਾ ਜਾਂ ਕੋਈ ਚੀਜ਼ ਬੰਦ ਹੁੰਦੀ ਹੈ, ਕਿਉਂਕਿ ਪੰਜਾਬ ਵੀ ਤਾਂ ਦੇਸ਼ ਦਾ ਹੀ ਹਿੱਸਾ। ਇੱਥੋਂ 4 ਰੁਪਏ ਘੱਟ ਪ੍ਰੋਡਿਊਸ ਹੋਣਗੇ, ਉਹ ਦੇਸ਼ ਦੇ ਅਰਥਚਾਰੇ ਦੇ ਵਿੱਚੋਂ ਵੀ ਤਾਂ ਮਨਫੀ ਹੋਣਾ ਹੀ ਆ ਨਾ।
ਬਿਲਕੁਲ ਸਹੀ। ਇਹ ਬਾਠ ਸਾਹਿਬ ਇਹੀ ਤਾਂ ਫਿਕਰ ਹੈ, ਅਤੇ ਫਿਕਰ ਜਿਹੜਾ ਹੈ ਉਹਦੇ ਵਿੱਚ ਲੀਡਰਾਂ ਦੇ ਅਲੱਗ-ਅਲੱਗ ਬਿਆਨ ਜਿਹੜੇ ਮੈਂ ਦੱਸ ਦਿਆਂ। ਕੈਪਟਨ ਸਾਹਿਬ ਕਹਿੰਦੇ ਆ ਵੀ ਇਹ ਬਹੁਤ ਗਲਤ ਕੀਤਾ ਜਾ ਰਿਹਾ। ਮੈਂ ਖੁਦ ਜਾ ਕੇ ਗੱਲ ਕਰਾਂਗਾ ਨਿੱਜੀ ਤੌਰ 'ਤੇ ਰੇਲ ਮੰਤਰੀ ਸਾਹਿਬ ਨਾਲ। ਹੁਣ ਜੇ ਫੈਸਲਾ ਪ੍ਰਧਾਨ ਮੰਤਰੀ ਸਾਹਿਬ ਦਾ ਕੀਤਾ ਹੋਇਆ ਅਤੇ ਰੇਲ ਮੰਤਰੀ ਸਾਹਿਬ ਉਹਨਾਂ ਤੋਂ ਵੱਡੇ ਨਹੀਂ ਹੈਗੇ, ਤਾਂ ਪੰਜਾਬੀਆਂ ਨੂੰ ਵੀ ਪਤਾ, ਪਰ ਉਹਨਾਂ ਦੇ ਇਸ ਬਿਆਨ ਨਾਲ ਕਿੰਨਾ ਕੁ ਫਰਕ ਪਊਗਾ ਇਹ ਵੀ ਗੱਲ ਸਮਝਣ ਵਾਲੀ ਹੈ। ਦੂਸਰਾ ਬਿਆਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਉਹ ਕਹਿੰਦੇ ਕਿ ਜੇ ਇੱਥੋਂ ਤੱਕ ਨੌਬਤ ਆ ਗਈ ਹੈ ਮਾਲ ਗੱਡੀਆਂ ਬੰਦ ਕਰਨ ਦੀ, ਅਤੇ ਇੱਕ ਤਰ੍ਹਾਂ ਨਾਲ ਪੰਜਾਬ ਆਰਥਿਕ ਤੌਰ 'ਤੇ ਤਹਿਸ ਨਹਿਸ ਤਬਾਹ ਕਰਨ ਦੀ ਗੱਲ ਹੋਏਗੀ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੀ ਸਿਆਸੀ ਬਦਲਾਖੋਰੀ ਵਾਲਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਗਿਆ, ਕਿ ਬਦਲੇ ਦੀ ਨੀਅਤ ਦੇ ਨਾਲ ਇਹ ਸਾਰਾ ਕੁਛ ਕੀਤਾ ਜਾ ਰਿਹਾ। ਚਲੋ ਬਿਆਨ ਲੀਡਰਾਂ ਨੇ ਦੇਣੇ ਹੁੰਦੇ, ਉਹਨਾਂ ਨੇ ਬਿਆਨ ਦੇ ਲਏ, ਪਰ ਇੱਥੇ ਇੱਕ ਬਿਆਨ ਹੋਰ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਡਾਇਵਰਸੀਫਿਕੇਸ਼ਨ ਦਾ, ਕਿ ਕਣਕ ਝੋਨੇ ਦਾ ਬਦਲ। ਰਵਨੀਤ ਸਿੰਘ ਬਿੱਟੂ ਹੋਰਾਂ ਦੀ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਜਿਹਦੇ 'ਚ ਉਹ ਜ਼ਿਕਰ ਕਰ ਰਹੇ ਸੀ ਕਿ ਮੈਂ ਲੀਡਰ ਦਾ ਨਾਂ ਨਹੀਂ ਲੈਣਾ, ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਉੱਦਾਂ ਦੀਆਂ ਗੱਲਾਂ ਕਰਦੇ ਆ। ਪੰਜਾਬ ਜਿਹੜਾ ਕਣਕ ਅਤੇ ਝੋਨਾ ਪੈਦਾ ਕਰਦਾ, ਅਸੀਂ ਚਾਹੁੰਦੇ ਕਣਕ ਅਤੇ ਝੋਨੇ ਦਾ ਸਾਨੂੰ ਮੁੱਲ ਮਿਲੇ, ਅਸੀਂ ਕਿੰਨਾ ਕੁ ਖਰੀਦ ਲਵਾਂਗੇ, ਸ਼ਰਾਬ ਕਿੰਨੇ ਕੁ ਦੀ ਵੇਚ ਲਾਂਗੇ, ਅਸੀਂ ਰੇਤ ਬਜਰੀ ਕਿੰਨੇ ਕੁ ਦੀ ਵੇਚ ਲਾਂਗੇ, ਉਹਦੇ ਨਾਲ ਸਾਡੇ ਕੋਲੋਂ ਪੈਸੇ ਨਹੀਂ ਦਿੱਤੇ ਜਾਣੇ, ਸਾਡੇ ਕੋਲੋਂ ਖਰੀਦ ਨਹੀਂ ਹੋਣਾ। ਲੀਡਰ ਦਾ ਨਾਂ ਜਦੋਂ ਉਹ ਕਹਿੰਦੇ ਮੈਂ ਨਹੀਂ ਲੈਣਾ, ਤਾਂ ਲੀਡਰ ਦਾ ਨਾਂ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਸੀ ਵੀ ਇਹ ਗੱਲਾਂ ਸਾਰੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹੀਆਂ। ਹੁਣ ਆਪਣੀ ਪਾਰਟੀ ਦੇ ਇੱਕ ਬੰਦੇ ਨੂੰ ਤੁਸੀਂ ਕੱਲ੍ਹ ਤੱਕ ਪਹਿਲਾਂ ਬੁਰਾ ਭਲਾ ਕਹਿੰਦੇ ਹੋ, ਫਿਰ ਵਿਧਾਨ ਸਭਾ 'ਚ ਬੰਦਾ ਤਾਰੀਫ ਕਰ ਦਿੰਦਾ, ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਇਕੱਠੇ ਹਾਂ, 2 ਕੁ ਦਿਨਾਂ ਬਾਅਦ ਫਿਰ ਤੁਸੀਂ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਹੋ। ਮੈਂ ਚਾਹੁੰਦਾ ਥੋੜ੍ਹਾ ਜਿਹਾ ਪੋਲੀਟੀਕਲ ਪਾਰਟੀਆਂ ਦੀ ਗੱਲ ਵੀ ਆਪਾਂ ਕਰ ਲਈਏ ਵੀ ਉਹ ਕੀ ਇਸ ਵਕਤ ਕਰ ਰਹੀਆਂ ਨੇ, ਵੀ ਡਾਇਵਰਸੀਫਿਕੇਸ਼ਨ ਚਾਹੀਦੀ ਹੈ। ਜਦੋਂ ਕੋਈ ਪੁੱਛਦਾ ਵੀ ਕੀ ਗੱਲ ਪੰਜਾਬ ਆਪ ਕਿਉਂ ਨਹੀਂ ਖਰੀਦਦਾ, ਅਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਵੀ ਸਾਡੇ ਕੋਲ ਪੈਸੇ ਹੈ ਨਹੀਂ। ਫਿਰ ਪੈਸੇ ਜੇ ਨਹੀਂ ਹੈਗੇ ਤਾਂ ਫਿਰ ਤੁਸੀਂ ਆਹ ਸੌਂਪ ਦਿਓ ਕਿਸੇ ਹੋਰ ਨੂੰ ਯਾਰ, ਪੋਲੀਟੀਕਲ ਪਾਰਟੀ ਨੂੰ। ਆਪਣੀਆਂ ਗੱਡੀਆਂ ਲੈਣ ਲਈ, ਆਪਣੀਆਂ ਤਨਖਾਹਾਂ ਲਈ, ਆਪਣੇ ਮੌਜਾਂ ਲਈ, ਨਜ਼ਾਰਿਆਂ ਲਈ ਤਾਂ ਹਰੇਕ ਪੋਲੀਟੀਕਲ ਪਾਰਟੀ ਕੋਲ ਪੈਸੇ ਆ, ਭਾਵੇਂ ਹੁਣ ਕਾਂਗਰਸ ਹੈ ਜਾਂ ਇਸ ਤੋਂ ਪਹਿਲਾਂ ਵਾਲੀ ਜਿਹੜੀ ਪਾਰਟੀ ਸੀ ਉਹਨਾਂ ਦੀ ਗੱਲ ਕਰ ਲਈਏ। ਪਰ ਜਦੋਂ ਲੋਕਾਂ ਦੀ ਕੋਈ ਗੱਲ ਆਉਂਦੀ ਉਦੋਂ ਅਚਾਨਕ ਤੋਂ ਖਜ਼ਾਨੇ 'ਚ ਕਿਹੜੀ ਟੂਟੀ ਲਾ ਕੇ ਪਾਣੀ ਨਿਕਲ ਜਾਂਦਾ ਵੀ ਉਹ ਖਾਲੀ ਹੋ ਜਾਂਦਾ ਬਈ। ਰਵਨੀਤ ਬਿੱਟੂ ਹੋਰੀ ਤੀਸਰੀ ਵਾਰ ਦੇ MP ਆ। ਮੈਂ ਉਹਨਾਂ ਦੇ ਉੱਤੇ ਆਉਣ ਤੋਂ ਪਹਿਲਾਂ ਸੰਧਾਲੀਆ ਸਾਹਿਬ ਕੋਸ਼ਿਸ਼ ਕਰੂੰਗਾ ਕਿ ਜਿਸ ਕਿਰਿਆ ਦੀ ਉਹਨਾਂ ਨੇ ਪ੍ਰਤੀਕਿਰਿਆ ਕੀਤੀ ਹੈ, ਜਿਸ ਬਿਆਨ ਦਾ ਉਹਨਾਂ ਨੇ ਜਵਾਬੀ ਬਿਆਨ ਬਿਨਾਂ ਨਾਂ ਲੈ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਪਹਿਲਾਂ ਇੱਕ ਮਾਲਵੇ ਦੇ ਪਿੰਡ ਦੇ ਵਿੱਚ ਆ ਕੇ ਪ੍ਰਗਟ ਹੋਏ ਸੀ, ਉਹਦੇ ਤੋਂ ਬਾਅਦ ਰਾਹੁਲ ਗਾਂਧੀ ਹੋਰਾਂ ਦੇ ਨਾਲ, ਤੇ ਉਹਦੇ ਤੋਂ ਬਾਅਦ ਆਪਣੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਦੇ ਵਿੱਚ ਉੱਥੇ ਇਕੱਠ ਨੂੰ ਸੰਬੋਧਨ ਕੀਤਾ। ਉੱਥੇ ਉਹਨਾਂ ਨੇ 2-3 ਗੱਲਾਂ ਕਹੀਆਂ ਸੀ ਜਿਹੜੀਆਂ ਕਿ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਬਾਤਾਂ ਦਾ ਅਗਲਾ ਪੜਾਅ ਸੀ। ਉਹ ਕਹਿੰਦੇ ਜੀ ਦੇਖੋ ਠੀਕ ਹੈ, ਕੇਂਦਰ ਸਰਕਾਰ ਨੇ ਬਹੁਤ ਗਲਤ ਕੀਤਾ, ਇਹ ਨਹੀਂ ਬਿੱਲ ਲਾਗੂ ਹੋਣੇ ਚਾਹੀਦੇ, ਪੰਜਾਬ ਸਰਕਾਰ ਨੇ ਚੰਗਾ ਕੀਤਾ, ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕਰਾਤੇ, ਪਰ ਫਿਰ ਉਹ ਉੱਥੇ ਆਏ ਕਿ ਸਾਨੂੰ ਆਪਣੇ ਪੈਰਾਂ ਤੇ ਖਲੋਣਾ ਚਾਹੀਦਾ। ਪੋਸੀਬਲ ਹੈ, ਸੰਭਵ ਹੈ ਜਾਂ ਨਹੀਂ ਹੈ ਉਹ ਬਾਅਦ ਦੀ ਗੱਲ ਹੈ। ਹੁਣ ਨਵਜੋਤ ਸਿੱਧੂ ਨੇ 3 ਚੀਜ਼ਾਂ ਕਹੀਆਂ। ਉਹ ਕਹਿੰਦੇ ਪਹਿਲੀ ਗੱਲ ਕਿ ਅਸੀਂ ਕਿਉਂ ਨਹੀਂ 5-5 ਪਿੰਡਾਂ ਦੇ ਵਿੱਚ ਇੱਕ ਕੋਲਡ ਸਟੋਰ ਬਣਾਉਂਦੇ, ਇੱਕ ਥਾਂ ਦੇ ਉੱਤੇ ਭੰਡਾਰਨ ਦੀ ਸਮਰੱਥਾ ਪੈਦਾ ਕਰਦੇ, ਕਿ ਪੰਜਾਬ ਦੇ 5 ਪਿੰਡਾਂ ਦੇ ਵਿੱਚ ਇੱਕ ਸਾਂਝੀ ਥਾਂ ਹੋਵੇ, ਉੱਥੇ ਕੋਲਡ ਸਟੋਰ ਹੋਵੇ, ਅਸੀਂ ਪੰਜਾਬ ਦੇ ਕਿਸਾਨ ਦੀ ਜਿਹੜੀ ਉਪਜ ਆ ਉਹਦੇ ਵਿੱਚ ਰੱਖੀਏ। ਦੂਸਰਾ ਉਹ ਕਹਿੰਦੇ ਕਿਉਂ ਨਹੀਂ ਅਸੀਂ ਕਰ ਸਕਦੇ ਕਿ ਨੇੜੇ ਫੂਡ ਪ੍ਰੋਸੈਸਿੰਗ ਦਾ ਯੂਨਿਟ ਲਾ ਲਈਏ, ਜਾਣੀ ਕਿ ਕੱਚਾ ਮਾਲ ਅਸੀਂ ਪ੍ਰੋਡਿਊਸ ਕੀਤਾ, ਇਹ ਨਵਜੋਤ ਸਿੰਘ ਸਿੱਧੂ ਦੇ ਕਹਿਣ ਦੇ ਮੁਤਾਬਕ ਹੈ, ਉਹਨੂੰ ਮੰਡੀ ਦੇ ਵਿੱਚ ਇਮੀਡੀਏਟਲੀ ਉਸੇ ਵੇਲੇ ਵੇਚਣ ਲਈ ਅਸੀਂ ਮਜਬੂਰ ਤਾਂ ਹੁੰਦੇ ਆ ਕਿਉਂਕਿ ਸਾਡੇ ਕੋਲੇ ਭੰਡਾਰਨ ਸਮਰੱਥਾ ਨਹੀਂ, ਅਸੀਂ ਸਾਂਭਣ ਦੀ ਸਮਰੱਥਾ ਨਹੀਂ ਹੈ। ਉਹਨੂੰ ਅਸੀਂ ਕਹਿੰਦੇ ਕੋਲਡ ਸਟੋਰ 'ਚ ਸਾਂਭ ਲਈਏ, ਉਹਦੇ ਤੋਂ ਬਾਅਦ ਫੂਡ ਪ੍ਰੋਸੈਸਿੰਗ ਦਾ ਯੂਨਿਟ ਲੱਗਾ ਹੋਵੇ ਕਿ ਸਾਨੂੰ ਕੱਚਾ ਮਾਲ ਨਾ ਵੇਚਣਾ ਪਵੇ, ਕਿ ਅਸੀਂ 2000 ਨੂੰ ਨਹੀਂ ਵੇਚਣਾ, ਅਸੀਂ ਉਹਦੀ ਪ੍ਰੋਸੈਸਿੰਗ ਕਰਕੇ ਅਸੀਂ 8 ਨੂੰ ਵੇਚਣਾ। ਗੱਲ ਉਹਨਾਂ ਦੀ ਠੀਕ ਹੈ। ਉਹਦੇ ਤੋਂ ਬਾਅਦ ਕਹਿੰਦੇ ਸਾਡਾ ਸਪਲਾਈ ਚੇਨ ਸਾਡੀ ਠੀਕ ਕਿਉਂ ਨਹੀਂ ਹੋ ਸਕਦੀ, ਸਾਨੂੰ ਦੇਸ਼ ਦੇ ਅੰਦਰ ਅੰਦਰ ਤਾਂ ਹੱਕ ਆ। ਗੱਲਾਂ ਨਵਜੋਤ ਸਿੰਘ ਸਿੱਧੂ ਦੀਆਂ ਸਾਰੀਆਂ ਠੀਕ ਨੇ, ਪਰ ਜਿਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਵਿਧਾਇਕ ਨੇ, ਉਸ ਪਾਰਟੀ ਦਾ ਮੁਖੀਆ ਯਾਨੀ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਉਹ ਕਹਿ ਚੁੱਕਿਆ ਕਿ ਸਾਡੇ ਕੋਲ ਤਾਂ ਨੈਸ਼ਨਲ ਗ੍ਰਿਡ ਦੇ ਵਿੱਚੋਂ ਬਿਜਲੀ ਖਰੀਦਣ ਲਈ ਵੀ ਪੈਸੇ ਨਹੀਂ ਹੈਗੇ, ਜਾਣੀਆਂ ਕੋਲਡ ਸਟੋਰ ਬਣਾਉਣੇ ਜਾਂ ਆ ਜਿਹੜਾ ਫੂਡ ਪ੍ਰੋਸੈਸਿੰਗ ਯੂਨਿਟ ਲਾਉਣੇ ਜਾਂ ਉਹਦੇ ਤੋਂ ਬਾਅਦ ਸਪਲਾਈ ਚੇਨ ਬਣਾਉਣੀ। ਕਿਉਂਕਿ ਜਿਹੜਾ ਜਦੋਂ ਘਰ ਦਾ ਮੁਖੀਆ ਹੋਵੇ, ਜਦੋਂ ਉਹ ਜੇਬ ਵਿੱਚੋਂ ਕੱਢ ਕੇ ਕੁੜਤੇ ਦੇ ਉਹ ਪੁੱਠੀ ਕਰਕੇ ਦਿਖਾਦਾ ਕਿ ਆ ਭਾਨ ਖੜਕਦੀ ਸੀ ਉਹ ਡਿੱਗ ਪਈ ਆ, ਚੱਕ ਕੇ ਜੋ ਕੁਝ ਕਰਨਾ ਕਰ ਲਓ, ਇਹਦੇ ਤੋਂ ਅੱਗੇ ਪਿੱਛੇ ਸਾਡੇ ਕੋਲੇ ਕੁਝ ਨਹੀਂ, ਫਿਰ ਸੰਭਵ ਕਿੱਦਾਂ ਹੈ। ਰਵਨੀਤ ਬਿੱਟੂ ਸਾਹਿਬ ਨੇ ਉਹੀ ਗੱਲ ਕੀਤੀ। ਉਹ ਕਹਿੰਦੇ ਜੀ ਦੇਖੋ ਇਦਾਂ ਥੋੜੀ ਹੁੰਦਾ ਹੈ, ਅਸੀਂ ਆਪਣੇ ਪੈਰਾਂ ਤੇ ਕਿਵੇਂ ਖਲੋ ਜਾਾਂਗੇ, ਅਸੀਂ ਵੀ ਭਾਰਤ ਦਾ ਹਿੱਸਾ ਹੈ, ਜੇ ਅਸੀਂ ਸਮਾਨ ਇੱਥੇ ਰੱਖਣ ਵੀ ਲੱਗ ਪਾਂਗੇ, ਸਾਡੇ ਕੋਲੇ ਮੰਡੀ ਕਿੱਥੇ ਆ, ਸਾਡੇ ਕੋਲੇ ਮਾਰਕੀਟ ਕਿੱਥੇ ਹੈ, 1 ਸਾਲ ਰੱਖ ਲਾਂਗੇ 2 ਸਾਲ ਰੱਖ ਲਾਂਗੇ, ਸਮਾਨ ਅਸੀਂ ਸਪਲਾਈ ਕਿੱਥੇ ਕਰਨਾ ਹੈ, ਜੇ ਉਹਦੀ ਡਿਮਾਂਡ ਹੀ ਨਾ ਹੋਈ ਜਾਵਾਂਗੇ ਕਿੱਥੇ। ਕਹਿਣ ਦਾ ਭਾਵ ਹੈ ਕਿ ਲੀਡਰ ਜੇ ਆਪਣੀਆਂ ਪਾਰਟੀਆਂ ਦੇ ਅੰਦਰ ਵੀ ਕਲੀਅਰ ਨਹੀਂ ਹੈ, ਜਾਣੀ ਕਿ ਪੰਜਾਬ ਦੀ ਸਮੱਸਿਆ ਦਾ ਹੱਲ ਅਸੀਂ ਬੁੱਧੀਮਾਨ ਲੀਡਰਾਂ ਦੇ ਕੋਲੋਂ ਭਾਲਦੇ ਹਾਂ, ਤੇ ਲੀਡਰਾਂ ਦੇ ਬਿਆਨ ਜੇ ਆਪ ਵੱਖੋ ਵੱਖਰੇ ਨੇ। ਹੁਣ ਬਿੱਟੂ ਸਾਹਿਬ ਤੀਜੀ ਵਾਰ ਦੇ ਮੈਂਬਰ ਪਾਰਲੀਮੈਂਟ ਨੇ, ਤੀਸਰੀ ਵਾਰ ਵੀ ਮੈਨੂੰ ਲੱਗਦਾ ਕਿ ਟਰਮ ਪੂਰੀ ਹੋਣੀ ਆ, ਅੱਧ ਵਿਚਾਲਿਓਂ ਤਾਂ ਲੋਕ ਸਭਾ ਟੁੱਟਣੋਂ ਰਹੀ,
ਪਰ ਆਹ ਜਿਹੜੇ 11 ਸਾਲ ਦਾ ਕਾਰਜਕਾਲ ਉਹਨਾਂ ਹੰਢਾਇਆ, ਉਹਦੇ ਵਿੱਚ ਉਹਨਾਂ ਦੀ ਆਪਦੀ ਪਾਰਟੀ ਦੀ ਵੀ ਸਰਕਾਰ ਸੀ। ਪੰਜਾਬ ਦੇ ਕਿਸਾਨਾਂ ਦੀ ਪ੍ਰੋਬਲਮ ਉਦੋਂ ਵੀ ਸੀ। ਪੰਜਾਬ ਦੇ ਕਿਸਾਨਾਂ ਦੇ ਲਈ ਡਾਇਵਰਸਿਫਿਕੇਸ਼ਨ ਜਾਣੀ ਕਿ ਫਸਲੀ ਵਿਭਿੰਨਤਾ ਦਾ ਮੁੱਦਾ ਉਦੋਂ ਵੀ ਸੀ, ਹੱਲ ਕਰਾ ਲੈਣਾ ਚਾਹੀਦਾ ਸੀ। ਹੁਣ ਆਪਾਂ ਠੂਠਾ ਫੜ ਕੇ ਕਦੋਂ ਤੱਕ ਇੱਧਰ ਉੱਧਰ ਘੁੰਮਦੇ ਰਹਾਂਗੇ? ਇਹ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਬਾਠ ਸਾਹਿਬ, ਕਿ ਵੀ ਜਦੋਂ ਤਾਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਬਣਾਉਣ ਦੀ ਗੱਲ ਆਉਂਦੀ ਹੈ ਤੇ ਫਿਰ ਇਨਫਰਾਸਟ੍ਰਕਚਰ ਆਪਾਂ ਨਾ ਇਸ ਤੋਂ ਪਹਿਲੀਆਂ ਸਰਕਾਰਾਂ ਦੇ ਮੂੰਹ ਸੁਣਿਆ ਤੇ ਨਾ ਆਪਾਂ ਹੁਣੀ ਸੁਣਿਆ। ਜਿੰਨੇ ਮੈਨੀਫੈਸਟੋ ਨੇ, ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਨਾ ਬਣਾਓ, ਕਿਉਂਕਿ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਰਾਜ ਕਰਨਾ, ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਮੈਨੀਫੈਸਟੋ 'ਚ ਪਾਉਣੀਆਂ। ਉਹਦੇ ਵਿੱਚ ਆ ਵੀ ਫਰੀ, 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 ਤੇ ਜਦੋਂ ਐਂਡ ਵਾਲਾ ਸਾਲ ਹੋਵੇ ਉਹਦੇ 'ਚ ਥੋੜ੍ਹੀਆਂ ਜਿਹੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਦੇ ਕੇ ਅਗਲੇ ਪਾਸੇ ਤੇ ਬਾਕੀ ਸਾਰਾ ਕੁਝ ਭੁੱਲ ਜਾਓ। ਹੁਣ ਜੇ ਤਾਂ ਆਪਾਂ ਮੁਲਕ ਨੂੰ, ਪੰਜਾਬ ਨੂੰ, ਦੇਸ਼ ਪੰਜਾਬ ਨੂੰ ਇਸੇ ਤਰ੍ਹਾਂ ਹੀ ਚਲਾਉਣਾ, ਫਿਰ ਤੇ ਤੁਸੀਂ ਦੇਖ ਲਓ ਵੀ 2 ਸਾਲ ਆ, 5 ਸਾਲ ਆ, ਜਾਂ ਵੱਧ ਤੋਂ ਵੱਧ 10 ਸਾਲ ਆ, ਉਦੋਂ ਬਾਅਦ ਫਿਰ ਆਪਾਂ ਕੀ ਕਰਨਾ? ਕਿਉਂਕਿ ਹੁਣ ਜਿਹੜੀ ਬੱਤੀ ਆਪਾਂ ਫਰੀ ਦਿੰਦੇ ਹਾਂ ਤੇ ਅੱਜ ਜੇ ਅਗਲਿਆਂ ਨੇ ਅਸੀਂ ਕੋਲਾ ਨਹੀਂ ਦੇਣਾ ਤੇ ਆਪਣੇ ਕੋਲੇ ਬੱਤੀ ਖਰੀਦਣ ਨੂੰ ਪੈਸੇ ਹੈ ਨਹੀਂ। ਦੂਜੇ ਪਾਸੇ ਇੱਥੇ ਮੈਂ ਜ਼ਿਕਰ ਹੋਰ ਕਰਦਾ ਵੀ ਬੀਜੇਪੀ ਨੇ ਇਹਦੇ 'ਤੇ ਵੀ ਪ੍ਰਚਾਰ ਸ਼ੁਰੂ ਕਰਤਾ। ਜਿੰਨੇ ਮੁੱਦੇ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਪਾਰਟੀਆਂ ਚੱਕਦੀਆਂ ਸੀ, ਬੀਜੇਪੀ ਚੁੱਪ ਸੀ, ਹੁਣ ਉਹ ਸਾਰੇ ਮੁੱਦੇ ਚੁੱਕਣੇ ਸ਼ੁਰੂ ਕਰਤੇ। ਕੱਲ੍ਹ ਦੀਆਂ ਤੁਸੀਂ ਜੇ ਨੋਟ ਕੀਤਾ ਹੋਵੇ, ਕੁਝ ਥਾਵਾਂ 'ਤੇ ਪੋਸਟਰ ਵੀ ਲਾਤੇ, ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਉਹਨਾਂ ਨੇ ਭਖਾ ਦਿੱਤੀ। ਬਾਕਾਇਦਾ ਆਪਣੀਆਂ ਹਿਮਾਚਲ ਅਤੇ ਹਰਿਆਣੇ ਵਾਲੀਆਂ ਸਰਕਾਰਾਂ ਦਾ ਜ਼ਿਕਰ ਕਰ ਰਹੇ ਨੇ ਉਹ, ਕਿ ਸਾਡੀ ਹਿਮਾਚਲ 'ਚ ਸਰਕਾਰ ਹੈ ਅਤੇ ਬੱਤੀ ਦਾ ਰੇਟ ਆ, ਹਰਿਆਣੇ 'ਚ ਸਰਕਾਰ ਹੈ ਅਤੇ ਬੱਤੀ ਦਾ ਰੇਟ ਆ। ਨਾਲ ਕੱਲਾ ਟੈਕਸ ਪਾਇਆ ਹੋਇਆ ਉਹਨਾਂ ਨੇ ਕਿ ਵੀ ਜਿਹੜੇ ਟੈਕਸ ਮਿਲਾ ਕੇ ਉਹ ਪੰਜਾਬ ਦੇ ਵਿੱਚ 160 ਰੁਪਈਏ ਬਣਦਾ ਅਤੇ ਦੂਸਰੇ ਪਾਸੇ ਇੱਕ ਥਾਂ 11 ਰੁਪਈਏ ਬਣਦਾ, ਇੱਕ ਥਾਂ 14 ਰੁਪਈਏ ਬਣਦਾ। ਹੁਣ ਜੇ ਉਹ ਬਿਜਲੀ ਡਿਟੇਲ 'ਚ ਆਪਾਂ ਨਾ ਪਈਏ, ਸਿਰਫ ਫਿਗਰਾਂ ਤੁਸੀਂ ਨੋਟ ਕਰੋ, ਕਿੱਥੇ ਤੇ ਇੱਕ ਸੂਬਾ 11 ਰੁਪਈਏ 'ਤੇ ਪਹੁੰਚਦਾ ਹੋਵੇ ਟੈਕਸ ਜੇ ਪਾ ਕੇ, ਦੂਸਰਾ 14 'ਤੇ ਪਹੁੰਚਦਾ ਹੋਵੇ ਅਤੇ ਇੱਕ ਸੂਬਾ 160 'ਤੇ ਪਹੁੰਚਦਾ ਹੋਵੇ। ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਵੀ ਪੰਜਾਬ 'ਚ ਆਲਰੇਡੀ ਬਿਜਲੀ ਜਿਹੜੀ ਹੈ ਉਹ ਮਹਿੰਗੀ ਹੈ। ਕੱਲ੍ਹ ਨੂੰ ਮੁੱਦਾ ਬੀਜੇਪੀ ਨੇ ਇਹ ਵੀ ਤਾਂ ਚੱਕਣਾ ਹੀ ਹੈ ਨਾ। ਅੱਜ ਭਾਵੇਂ ਆਖੀ ਜਾਣ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ। ਜੀ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਅਗਲਿਆਂ ਚੱਕਣਾ, ਕਿਉਂਕਿ ਅਗਲਿਆਂ ਨੂੰ ਪਤਾ ਇੱਥੇ ਪੰਜਾਬ ਦੇ ਵਿੱਚ ਅਸੀਂ ਪਿਛਲੀ ਵਿਧਾਨ ਸਭਾ ਚੋਣ ਦਾ ਜਦੋਂ ਸਾਰਾ ਕਾਰ ਵਿਹਾਰ ਦੇਖਿਆ ਸੀ ਕਿ ਕਿਹਨੇ ਨਾਨਕੀ ਸ਼ੱਕ ਦੇ ਵਿੱਚ ਲਿਆ ਕੇ ਖੱਟ ਵਿਛਾਤੀ ਹੈ, ਕਿਹਨੇ ਕੀ ਪਿੰਡ ਵਾਲਿਆਂ ਦੇ ਮੂਹਰੇ ਰੱਖ ਦਿੱਤਾ ਕੱਢ ਕੇ। ਉਦੋਂ ਇੱਕ ਬਹੁਤ ਵੱਡਾ ਮੁੱਦਾ ਚੱਲਦਾ ਸੀ ਕਿ ਭਾਈ ਬਿਜਲੀ ਮਹਿੰਗੀ ਇਸ ਕਰਕੇ ਕਿਉਂਕਿ ਪ੍ਰਾਈਵੇਟ ਕੰਪਨੀਆਂ ਦੇ ਨਾਲ ਅਸੀਂ ਬੇਮੇਲ ਸਮਝੌਤੇ ਕੀਤੇ ਹੈ। ਤੁਹਾਨੂੰ ਚੇਤਾ ਹੋਣਾ ਇੱਕ ਵਾਰੀ ਚਰਚਾ ਇਹ ਵੀ ਚੱਲੀ ਸੀ ਕਿ ਜੇ ਪੰਜਾਬ ਸਰਕਾਰ ਕਹਿੰਦੀ ਸੀ ਕਿ ਹੁਣ ਰੱਦ ਨਹੀਂ ਕਰ ਸਕਦੇ ਜੀ, ਉਹ ਡਰਾਫਟ ਸਾਰਾ ਕੇਂਦਰ ਤੋਂ ਆਇਆ ਜੀ ਇੱਦਾਂ, ਉਦੋਂ ਇਹ ਵੀ ਗੱਲ ਚੱਲਦੀ ਸੀ ਉਹੀ ਡਰਾਫਟ ਬਾਕੀ ਸੂਬਿਆਂ ਨੂੰ ਗਿਆ, ਪਰ ਉਹਨਾਂ ਨੇ ਫਲਾਨੀ ਮੱਦ ਉਹਦੇ ਵਿੱਚ ਲਿਖੀ ਨਹੀਂ। ਉਹ ਸਮਝੌਤੇ ਸਮੇਂ ਤੋਂ ਪਹਿਲਾਂ ਤੋੜ ਸਕਦੇ ਆ, ਤੁਸੀਂ ਕਿਉਂ ਲਿਖੀ? ਜਾਣੀ ਅੱਜ ਜੇ ਅਸੀਂ ਉਹ ਬੇਮੇਲ ਸਮਝੌਤੇ ਕੀਤੇ ਨਾ ਹੁੰਦੇ, ਭਾਵੇਂ ਕਿਸੇ ਨੇ ਕੀਤੇ ਆ, ਸ਼ਾਇਦ ਹੋ ਸਕਦਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਬਿਜਲੀ ਸਸਤੀ ਮਿਲਦੀ, ਲੋਕਾਂ ਦਾ ਧੂੰਆਂ ਨਾ ਨਿਕਲਦਾ ਤੇ ਉਹ ਐਡਾ ਵੱਡਾ ਬਿੱਲ ਜਿਹੜਾ ਆਉਂਦਾ ਹੈ ਉਹਦੀ ਚਰਚਾ ਨਾ ਚੱਲਦੀ। ਫਿਰ ਸ਼ਾਇਦ ਹੋ ਸਕਦਾ ਕਿ ਕੰਪੈਰੀਜ਼ਨ ਕਰਨ ਦਾ ਵੀ ਮੌਕਾ ਨਾ ਮਿਲਦਾ, ਪਰ ਇਹ ਮੌਕਾ ਦਿੱਤਾ। ਅੱਜ ਲੀਡਰਸ਼ਿਪ ਭਾਵੇਂ ਕਹਿੰਦੀ ਹੈ ਕਿ ਭਾਈ ਦਿੱਲੀ ਵਾਲੇ ਨੇ ਆਹ ਕਰਤਾ, ਫਲਾਣੇ ਆਹ ਕਰਤਾ, ਉਹਨਾਂ ਨੇ ਤਾਂ ਜੋ ਕਰਨਾ ਸੀ ਕੀਤਾ, ਪਰ ਗਲਤੀਆਂ ਤਾਂ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਇੱਥੇ ਵੀ ਹੈਗੀਆਂ। ਹੁਣ ਤੁਸੀਂ ਦੇਖੋ ਪਾਵਰਕਾਮ ਸੀ, ਪਾਵਰਕਾਮ ਨੂੰ ਸੱਤਿਆਨਾਸ਼ ਕਰ ਦਿੱਤਾ, ਕਿਤੇ ਕੇਂਦਰ ਸਰਕਾਰ ਦੇ ਅਧੀਨ ਤਾਂ ਨਹੀਂ ਸੀ। ਪੰਜਾਬ ਦੀਆਂ ਸਰਕਾਰਾਂ ਅਕਾਲੀ ਭਾਜਪਾ ਦੀ ਵੀ ਰਹੀ, ਕਾਂਗਰਸ ਦੀ ਵੀ ਰਹੀ, ਅਸੀਂ ਆਪ ਹੌਲੀ ਕਰਕੇ ਤਬਾਹ ਕੀਤੀ ਆ ਨਾ। ਹੁਣ ਢਾਂਚੇ ਦੀ ਗੱਲ ਕੀਤੀ ਜਾ ਰਹੀ ਹੈ ਜੀ, ਫਲਾਨਾ ਸਾਨੂੰ ਚਾਹੀਦਾ, ਫਲਾਨਾ। ਸਾਡੀਆਂ ਸਰਕਾਰਾਂ ਇੰਨੀਆਂ ਨਿਕੰਮੀਆਂ ਸਾਬਤ ਹੋਈਆਂ ਹੁਣ ਤੱਕ, ਅਸੀਂ ਆਪਣਾ ਘਰ ਇੰਨਾ ਕੱਚਾ ਕਰ ਲਿਆ ਕਿ ਤਾਰਾਂ ਹੀ ਨਹੀਂ ਕਸਾ ਹੋਈਆਂ। ਸਾਰੇ ਪੰਜਾਬ 'ਚ ਬਿਜਲੀ ਦੀ ਸਪਲਾਈ ਲਈ ਜਿਹੜੀਆਂ ਤਾਰਾਂ ਆ, ਕਿੰਨੀ ਵਾਰੀ ਮਾੜੀ ਜਿਹੀ ਹਵਾ ਆਉਂਦੀ ਹੈ ਤੇ ਇੱਕ ਦੂਜੇ ਨਾਲ ਟੱਚ ਕਰਕੇ ਚੰਗਿਆੜੇ ਨਿਕਲਦੇ ਤੇ ਕਿਸਾਨਾਂ ਦੀ ਫਸਲ ਸੜ ਜਾਂਦੀ ਹੁੰਦੀ ਹੈ। ਬਿਜਲੀ ਦੀਆਂ ਤਾਰਾਂ ਤੁਹਾਡੇ ਤੋਂ ਨਾ ਕਸਾ ਹੋਈਆਂ, ਲਾਈਨਮੈਨ ਪੂਰੀ ਗਿਣਤੀ 'ਚ ਤੁਹਾਡੇ ਤੋਂ ਨਾ ਭਰਤੀ ਕਰ ਹੋਏ। ਇੱਕ ਵਾਰੀ ਟਰਾਂਸਫਾਰਮਰ ਸਰ ਜਾਏ, ਪਟਿਆਲੇ ਨੂੰ ਟੈਲੀਫੋਨ ਕਰਕੇ ਹੈੱਡ ਆਫਿਸ ਨੂੰ ਲੋਕ ਥੱਕ ਜਾਂਦੇ ਆ ਕਿ ਭਾਈ ਟਰਾਂਸਫਾਰਮਰ ਕਦੋਂ ਆਊਗਾ। ਜਾਣੀ ਅਸੀਂ ਬਹੁਤ ਸਾਰਾ ਆਪਣਾ ਢਾਂਚਾ ਆਪ ਵੀ ਖੁਰਦ-ਬੁਰਦ ਕਰਨ ਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਆ। ਇਹੀ ਤਾਂ ਕਾਰਨ ਹੈ। ਸੋ ਇਹ ਵੱਡਾ ਸਵਾਲ ਹੈ ਇਸ ਵਕਤ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਨੇ, ਜਿਹੜੀਆਂ ਕਿ ਰਾਜ ਕਰ ਚੁੱਕੀਆਂ ਜਾਂ ਰਾਜ ਕਰ ਰਹੀਆਂ ਨੇ, ਉਹਨਾਂ ਦੇ ਸਾਹਮਣੇ ਵੀ ਖੜਾ ਵੱਡਾ ਸਵਾਲ, ਕਿਉਂਕਿ ਲੋਕ ਅੱਜ ਨਹੀਂ ਤਾਂ ਕੱਲ੍ਹ ਨੂੰ ਪੁੱਛਣਗੇ ਜ਼ਰੂਰ ਕਿ ਹਰ ਚੀਜ਼ ਤੁਸੀਂ ਜੇ ਕੇਂਦਰ ਦੇ ਪਾਸੇ ਸੁੱਟ ਦਿਓਗੇ ਤਾਂ ਇੱਦਾਂ ਗੱਡੀ ਨਹੀਂ ਚੱਲਣੀ। ਕਿਉਂਕਿ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਨੂੰ ਵੋਟਾਂ ਪਾਈਆਂ। ਬਹੁਤ ਸਾਰੇ ਲੀਡਰ ਸਾਹਿਬਾਨ ਨੇ ਜਿਨ੍ਹਾਂ ਨੂੰ ਬਹੁਤ ਛੋਟੇ ਲੈਵਲ ਤੋਂ ਚੱਕ ਕੇ ਅਤੇ ਬਹੁਤ ਵੱਡੇ ਲੈਵਲ 'ਤੇ ਲਿਆਂਦਾ, ਬਹੁਤ ਵੱਡੀਆਂ ਝੰਡੀਆਂ ਵਾਲੀਆਂ ਕਾਰਾਂ ਝੂਟਣ ਲਾਇਆ। ਅਤੇ ਜੇ ਤੁਸੀਂ ਉਹਨਾਂ ਦੀਆਂ ਪੈਨਸ਼ਨਾਂ ਦਾ ਜ਼ਿਕਰ ਕਰ ਲਓ ਤਾਂ ਕਈਆਂ ਨੂੰ ਕਈ ਵਾਰ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਵੀ ਲੱਗੀਆਂ। ਸੋ ਮਹੀਨੇ ਦਾ ਹਿਸਾਬ ਜਿਹੜਾ ਸਰਕਾਰੀ ਖਾਤੇ 'ਚ ਆਉਂਦਾ ਹੈ, ਉਹ ਸਰਕਾਰੀ ਖਾਤੇ 'ਚ ਟੈਕਸ ਤਾਂ ਲੋਕਾਂ ਦਾ ਹੀ ਜਾਂਦਾ ਨਾ ਜੀ। ਸੋ ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਲੋਕ ਪੁੱਛਣਗੇ ਜ਼ਰੂਰ। ਇੱਥੇ ਮੈਂ ਜ਼ਿਕਰ ਬਿਜਲੀ ਵਾਲਾ ਅਤੇ ਹਰਿਆਣੇ ਹਿਮਾਚਲ ਦੀ ਕੰਪੈਰੀਜ਼ਨ ਵਾਲਾ ਤਾਂ ਵੀ ਕੀਤਾ ਸੀ ਬਾਠ ਸਾਹਿਬ। ਇੱਥੇ ਇੱਕ ਮਜ਼ਬੂਤ ਸਰਕਾਰ ਜਾਂ ਇੱਕ ਫੈਸਲਾ ਲੈਣ ਦੀ ਦ੍ਰਿੜਤਾ,
ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਭਾਜਪਾ ਵੱਲੋਂ, ਐਂਡ ਉਹ ਅਗਲੇ ਪ੍ਰਚਾਰਨਗੇ ਵੀ, ਕਿਉਂਕਿ ਉਹਨਾਂ ਨੇ ਕੀਤਾ ਤੇ ਅਗਲੇ ਪ੍ਰਚਾਰਨਗੇ। 370 ਦਾ ਜ਼ਿਕਰ ਉਹ ਕਰਦੇ ਨੇ, ਉਸ ਤੋਂ ਬਾਅਦ ਰਾਮ ਮੰਦਰ ਦਾ ਜ਼ਿਕਰ ਕਰਦੇ ਨੇ, CAA ਦਾ ਜ਼ਿਕਰ ਕਰਦੇ ਨੇ, ਤੇ ਹੁਣ ਲੇਟੈਸਟ ਉਹ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਫੈਸਲਾ ਸਾਡੀ ਸਰਕਾਰ ਲੈ ਲੈਂਦੀ ਹੈ ਜੇ ਉਹ ਲੋਕ ਹਿੱਤ 'ਚ ਹੈ ਤੇ ਅਸੀਂ ਉਹ ਤੋਂ ਪਿੱਛੇ ਨਹੀਂ ਹਟਦੇ। ਇਹਦੇ 'ਚ GST ਤੇ ਆਪਾਂ ਜਿਹੜੀ ਨੋਟਬੰਦੀ ਉਹਦਾ ਜ਼ਿਕਰ ਵੀ ਕਰ ਲਈਏ। ਹੁਣ ਜਦੋਂ ਇਹੀ ਪੋਸਟਰ ਪਹਿਲਾਂ ਦਿੱਲੀ ਵਾਲੇ ਪਾਸੋਂ ਆਮ ਆਦਮੀ ਪਾਰਟੀ ਛਾਪਦੀ ਸੀ ਕਿ ਦਿੱਲੀ 'ਚ ਸਾਡੇ ਆਹ ਰੇਟ ਹੈ ਤੇ ਪੰਜਾਬ 'ਚ ਤੁਹਾਡੇ ਆਹ ਰੇਟ ਹੈ, ਹੁਣ ਦਿੱਲੀ ਵਾਲਾ ਉਹਨਾਂ ਨੇ ਉਹ ਕੈਂਚੀ ਨਾਲ ਕੱਟ ਕੇ ਨੁੱਕਰ ਤੇ ਹਰਿਆਣੇ ਤੇ ਹਿਮਾਚਲ ਵਾਲੀ ਜਿਹੜੀ ਨੁੱਕਰ ਹੈ ਉਹ ਵਿੱਚ ਫਿੱਟ ਕਰਕੇ ਤੇ ਪੰਜਾਬ ਦਾ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੱਤਾ। ਤੇ ਲੋਕ ਸੋਚਣਗੇ ਜ਼ਰੂਰ ਕਿ ਭਾਈ ਸਾਹਿਬ ਇਹ ਬਿਜਲੀ ਜਿਹੜੀ ਸਾਨੂੰ ਬਿੱਲ ਇੰਨੇ ਮਹਿੰਗੇ ਆਉਂਦੇ ਨੇ, ਇਹਨਾਂ ਨੂੰ ਹੁਣ ਤੱਕ 3.5 ਸਾਲਾਂ 'ਚ ਪੰਜਾਬ ਸਰਕਾਰ ਵਧਾ ਤਾਂ ਚੁੱਕੀ ਆ, ਪਰ ਘਟਾਉਣ ਵਾਲੇ ਪਾਸੇ ਕਿਉਂ ਨਹੀਂ ਕੰਮ ਕੀਤਾ। ਦੂਸਰੀ ਚੀਜ਼ ਜਿਹੜੀ ਪਿਛਲੇ ਸਮੇਂ ਦੇ ਵਿੱਚ ਇਹ ਸੀ ਕਿ ਵੀ ਫਲਾਨਾ ਬੰਦਾ ਇਹਦੇ ਨਾਲ ਰਲ ਗਿਆ ਜੀ, ਢੀਂਗੜਾ ਇਹਦੇ ਨਾਲ ਰਲ ਗਿਆ ਜੀ, ਆਹ ਇੱਧਰੋਂ ਖਾ ਗਿਆ ਜੀ, ਆਹ ਉੱਧਰੋਂ ਖਾ ਗਿਆ ਜੀ, ਇਹ ਹੌਲੀ ਹੌਲੀ ਮੁੱਦਾ ਚੱਕਣ ਲੱਗ ਪਏ ਨੇ ਜਾਂ ਚਰਚਾ 'ਚ ਆਉਣ ਲੱਗ ਪਿਆ ਕਿ ਪੰਜਾਬ ਨੂੰ ਜਿਨ੍ਹਾਂ ਨੇ ਲੁੱਟਿਆ ਜਾਂ ਜਿਨ੍ਹਾਂ ਨੇ ਪੰਜਾਬ ਦੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਕਿ ਪਬਲਿਕ ਦੇ ਲਈ ਹੋਣੀਆਂ ਚਾਹੀਦੀਆਂ ਸੋ ਉਹਨਾਂ ਨੂੰ ਨਿੱਜੀ ਹਿੱਤਾਂ ਦੇ ਵਿੱਚ ਬਣਾ ਕੇ ਤੇ ਉਹਦੇ 'ਚੋਂ ਕਮਾਈ ਕੀਤੀ ਆ, ਉਹਦੇ 'ਤੇ ਵੀ ਕਾਰਵਾਈ ਹੋਏਗੀ। ਹੁਣ ਇਹ ਅਜੇ ਗੱਲ ਜਸਟ ਚਰਚਾ 'ਚ ਹੈ, ਕਿਉਂਕਿ ਮਾਹੌਲ ਚੱਲ ਇਸ ਵਕਤ ਖੇਤੀ ਕਾਨੂੰਨਾਂ ਵਾਲੇ ਪਾਸੇ, ਇਸ ਕਰਕੇ ਉਹਨਾਂ ਬਿਆਨਾਂ ਵੱਲ ਧਿਆਨ ਜਾ ਨਹੀਂ ਰਿਹਾ। ਪਰ ਤੁਸੀਂ ਇਸ ਪੁਆਇੰਟ ਨੂੰ ਸਮਝੋ ਕਿ ਜੇ ਇਹ ਇਸ ਤਰ੍ਹਾਂ ਦੀ ਤਸਵੀਰ ਮੰਨ ਲਓ BJP ਪੇਸ਼ ਕਰਦੀ ਹੈ ਕਿ ਠੀਕ ਹੈ ਜੀ, ਤੁਹਾਨੂੰ ਸਾਡੇ 'ਤੇ ਯਕੀਨ ਨਹੀਂ ਪਿਛਲੇ ਸਮੇਂ 'ਚ ਰਿਹਾ, ਪਰ ਇਹਨਾਂ ਬੰਦਿਆਂ ਨੇ ਆਹ ਕੁਛ ਪੰਜਾਬ 'ਚ ਕੀਤਾ, ਮੰਨਦੇ ਹੋ? ਲੋਕੀ ਹਾਂ ਕਰਨਗੇ ਵੀ ਹਾਂਜੀ ਮੰਨਿਆ ਜੀ। ਅਸੀਂ ਜੇ ਆਹ ਸਾਰਾ ਕੁਛ ਬਦਲ ਦਈਏ ਤੇ ਫਿਰ ਮੰਨੋਗੇ? ਲੋਕੀ ਕਹਿਣਗੇ ਵੀ ਤੁਸੀਂ ਕਿੱਦਾਂ ਬਦਲ ਦਿਓਗੇ? ਫਿਰ ਅਗਲੇ ਬੰਦੇ ਆਪਣਾ ਪਿਛਲਾ ਰਿਪੋਰਟ ਕੱਢ ਲਿਆਉਣਗੇ ਵੀ ਅਸੀਂ ਆਹ ਚੀਜ਼ਾਂ ਕਹੀਆਂ ਅਸੀਂ ਮੁਲਕ 'ਚ ਕੀਤੀਆਂ, ਅਗਲੇ ਕਹਿਣਗੇ ਜੀ ਕੀਤੀਆਂ। ਦੇਖੋ ਆਹ ਪ੍ਰਦੂਸ਼ਣ ਵਾਲਾ ਮਸਲੇ ਦੀ ਆਪਾਂ ਗੱਲ, ਮੈਂ ਉਦਾਹਰਨ ਇੱਕ ਹੋਰ ਦੇਣ ਲੱਗਾ, ਫਿਰ ਤੁਸੀਂ ਗੱਲ ਸ਼ੁਰੂ ਕਰਿਓ। ਪਿਛਲੇ ਆਹ ਜਿਹੜਾ ਸੈਸ਼ਨ ਮੌਨਸੂਨ ਦਾ ਲੰਘ ਕੇ ਗਿਆ, ਇਹਦੇ ਵਿੱਚ 27 ਦੇ ਕਰੀਬ ਅਗਲਿਆਂ ਨੇ ਬਿੱਲ ਪੇਸ਼ ਕਰਤੇ। ਅਜੇ ਕਿੰਨੇ ਕੁ ਦਿਨ ਚੱਲਿਆ ਸੀ, ਆਪਾਂ ਜਿਸ 3 ਕਾਨੂੰਨਾਂ ਦੀ ਗੱਲ ਕਰਦੇ ਹਾਂ। ਹੁਣ ਸੁਪਰੀਮ ਕੋਰਟ ਨੇ ਜਦੋਂ ਪੁੱਛਿਆ ਵੀ ਪ੍ਰਦੂਸ਼ਣ ਦਾ ਕੀ ਕਰਦੇ ਹੋ, ਤੇ ਕੇਂਦਰ ਸਰਕਾਰ ਕਹਿੰਦੀ ਵੀ 3-4 ਦਿਨਾਂ ਦੇ ਵਿੱਚ ਪ੍ਰਦੂਸ਼ਣ ਦੇ ਉੱਪਰ ਨਵਾਂ ਕਾਨੂੰਨ ਤੁਸੀਂ ਦੇਖੋਗੇ ਜੀ, ਜੇ ਲਾਗੂ ਕਰਨ ਦੇ ਲਈ ਸਾਨੂੰ ਐਜ਼ ਏ ਆਰਡੀਨੈਂਸ ਵੀ ਉਹਨੂੰ ਲਿਆਉਣਾ ਪਿਆ ਤੇ ਅਸੀਂ ਉਹ ਵੀ ਲੈ ਆਵਾਂਗੇ। ਮਤਲਬ ਜਿਹੜੀ ਚੀਜ਼ ਦੀ ਚਰਚਾ ਹੋਵੇ, ਕਿਉਂਕਿ ਪ੍ਰਦੂਸ਼ਣ ਦੀ ਅਜੇ ਚਰਚਾ ਚੱਲਣੀ ਹੈ ਕਿ ਵੀ ਹੌਲੀ ਹੌਲੀ ਧੁੰਦਾਂ ਪੈਣੀਆਂ, ਗਾਂ ਸਿਆਲ 'ਚ ਬਹੁਤ ਵੱਧ ਜਾਂਦਾ ਹੁੰਦਾ, ਲੋਕਾਂ ਨੂੰ ਸਾਹ ਨਹੀਂ ਆਉਂਦਾ ਹੁੰਦਾ, ਤੇ ਗੱਲ ਚੱਲਦਿਆਂ ਸਾਰੀ ਅਗਲੇ ਕਹਿੰਦੇ ਵੀ ਆਹ ਲਓ ਚੱਕੋ ਕਾਨੂੰਨ ਤੇ ਨਾਲ ਦੀ ਨਾਲ ਹੀ ਆਰਡੀਨੈਂਸ। ਇਹ ਜਿਹੜੀ ਇੰਨੀ ਛੇਤੀ ਕਹਿ ਲਓ ਕਿ ਡਿਲੀਵਰ ਕਰਨ ਵਾਲੀ ਨੀਤੀ ਹੈ, ਇਹਨੂੰ ਠੀਕ ਹੈ ਅਜੇ ਪਿੰਡਾਂ ਥਾਵਾਂ 'ਤੇ ਆਪਾਂ ਨੂੰ ਹੋ ਸਕਦਾ ਸੋਚਣ ਦੇ ਵਿੱਚ ਥੋੜ੍ਹੀ ਜਿਹੀ ਮੁਸ਼ਕਿਲ ਆਵੇ, ਪਰ ਬਹੁਤ ਵੱਡਾ ਤਬਕਾ ਹੈ ਇਸ ਮੁਲਕ ਦੇ ਵਿੱਚ ਬੈਠਾ ਜਿਹਨੂੰ ਇਹ ਚੀਜ਼ਾਂ ਲੁਭਾ ਸਕਦੀਆਂ। ਕੀ ਕਹਿੰਦੇ ਜੀ? ਦੇਖੋ ਗੱਲ ਇਹ ਬਹੁਤ ਸੋਚਣ ਵਿਚਾਰਨ ਵਾਲੀ ਹੈ ਸੰਧਾਲੀਆ ਸਾਹਿਬ। ਇੱਕ ਤਾਂ ਗੱਲ ਹੁੰਦੀ ਹੈ ਕਿ ਲੋਕਾਂ ਦੇ ਲਈ ਕੀ ਠੀਕ ਹੈ, ਪੰਜਾਬ ਦੇ ਲਈ ਕੀ ਠੀਕ ਹੈ, ਦੇਸ਼ ਭਾਰਤ ਮਹਾਨ ਦੇ ਲਈ ਕੀ ਠੀਕ ਹੈ। ਦੂਸਰਾ ਹੁੰਦਾ ਕਿ ਜ਼ਮੀਨ ਤੇ ਚੱਲ ਕੀ ਰਿਹਾ। ਆਪਾਂ ਬਾਰ-ਬਾਰ ਇਸ ਗੱਲ ਨੂੰ ਦੁਹਰਾਉਂਦੇ ਹੁੰਦੇ ਆ ਕਿ ਸਿਆਸੀ ਲੀਡਰ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਤੇ ਆ, MLA MP ਬਣਾਤੇ ਆ, ਉਹਨਾਂ ਨੇ ਫੈਸਲੇ ਕਰਨੇ ਆ ਤੇ ਉਹ ਫੈਸਲੇ ਸਾਡੇ ਤੇ ਲਾਗੂ ਹੋਣੇ ਆ। ਆਪਾਂ ਇਦਾਂ ਮਨਫੀ ਕਰਕੇ, ਆਪਾਂ ਇਹਦਾ ਘੁਆੜਾ ਫੇਰ ਕੇ ਨਹੀਂ ਚੱਲ ਸਕਦੇ ਕਿ ਭਾਈ ਲੀਡਰਸ਼ਿਪ ਨੇ ਕੱਖ ਕਰਦੀ, ਲੀਡਰਸ਼ਿਪ ਗਲਤ ਕਰਦੀ, ਆ ਅਸੀਂ ਨਹੀਂ ਮੰਨਦੇ। ਮੰਨਣੀ ਤਾਂ ਉਹਨਾਂ ਦੀ ਪੈਣੀ ਹੈ। ਰੌਲਾ ਤੇ ਹੈ ਕਿ ਆਪਾਂ ਉਹਨਾਂ ਦੇ ਉੱਤੇ ਕਿੰਨਾ ਕੁ ਪ੍ਰੈਸ਼ਰ ਕ੍ਰੀਏਟ ਕਰਨ 'ਚ ਕਾਮਯਾਬ ਹੁੰਦੇ ਆ। ਜਿਹੜਾ ਤੁਸੀਂ ਜ਼ਿਕਰ ਕੀਤਾ ਨਾ, ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਪਰਾਲੀ ਦੇ ਪ੍ਰਦੂਸ਼ਣ ਦਾ ਮਸਲਾ ਸੀ, ਖਾਸ ਤੌਰ ਦੇ ਉੱਤੇ ਪਰਾਲੀ ਨੂੰ ਸਾੜੇ ਜਾਣ ਕਰਕੇ ਵਾਤਾਵਰਣ ਜਿਹੜਾ ਧੂਏ ਦੇ ਨਾਲ ਪੋਲਿਊਟ ਹੁੰਦਾ ਹੈ, ਮਸਲਾ ਉਹਦਾ ਸੀ। ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਅੱਗ ਬਹੁਤ ਸਾਰੀ ਲੱਗੀ, ਕਿਉਂਕਿ ਪੰਜਾਬ ਦੇ ਵਿੱਚ ਐਤਕੀ ਕਿਹਾ ਜਾਂਦਾ ਕਿ ਪਿਛਲੀ ਵਾਰ ਦੇ ਨਾਲੋਂ 2-3 ਗੁਣਾ ਵੱਧ ਅੱਗ ਲੱਗ ਰਹੀ ਹੈ। 50 ਲੱਖ ਤਾਂ ਪੰਜਾਬ ਦੇ ਵਿੱਚ ਜੁਰਮਾਨਾ ਕਰ ਦਿੱਤਾ ਗਿਆ। 1300 ਤੋਂ ਵੱਧ ਕਿਸਾਨਾਂ ਦੀਆਂ ਜ਼ਮੀਨਾਂ ਦੇ ਅੱਗੇ ਰੈੱਡ ਐਂਟਰੀ ਪਾਤੀ ਹੈ। ਹੁਣ ਉਹ ਬੰਦਾ ਨਾ ਜ਼ਮੀਨ ਵੇਚੂਗਾ ਜਦੋਂ ਤੱਕ ਫੈਸਲਾ ਨਹੀਂ ਹੁੰਦਾ, ਨਾ ਉਹਦੇ ਉੱਤੇ ਕਰਜ਼ਾ ਲੈ ਸਕਦਾ, ਨਾ ਕੁਛ ਹੋਰ ਕਰ ਸਕਦਾ। ਹੁਣ ਉਸ ਮੁੱਦੇ ਤੇ ਅਦਾਲਤ ਨੇ ਕੀ ਕੀਤਾ ਸੀ? ਅਦਾਲਤ ਨੇ ਸੇਵਾ ਮੁਕਤ ਜਸਟਿਸ ਮਦਨ ਬੀ ਲੋਕੁਰ ਸਾਹਿਬ ਜਿਹੜੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਤੀ ਕਿ ਭਾਈ ਤੁਸੀਂ ਧਿਆਨ ਰੱਖਣਾ ਹੈ ਕਿ ਪਰਾਲੀ ਦੇ ਧੂਏ ਦੇ ਕਰਕੇ ਵਾਤਾਵਰਣ ਕਿੰਨਾ ਕੁ ਪੋਲਿਊਟ ਹੁੰਦਾ। ਹੁਣ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਦਿਨ ਦਿਓ, ਅਸੀਂ ਕਾਨੂੰਨ ਬਣਾ ਦਿੰਦੇ ਹਾਂ। ਹੁਣ ਜਿਹੜਾ ਕਾਨੂੰਨ ਬਣਨਾ, ਸੰਧਾਲੀਆ ਸਾਹਿਬ, ਇਹ ਗੱਲ ਬਹੁਤ ਇੰਪੋਰਟੈਂਟ ਹੈ। ਕਾਨੂੰਨ ਦੇ ਵਿੱਚ ਕੀ ਕਾਨੂੰਨ ਬਣਾ ਕੇ ਇਹ ਸੂਬੇ ਦੀਆਂ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾਊਗਾ ਕਿ ਭਾਈ ਤੁਸੀਂ ਕਾਰਵਾਈ ਕਰੋ, ਜਾਂ ਕੇਂਦਰ ਸਰਕਾਰ ਦੀ ਕੋਈ ਅਥਾਰਟੀ ਵੀ ਹੋ ਸਕਦੀ ਹੈ। ਅਗਲੇ ਕਹਿ ਸਕਦੇ ਆ ਕਿ ਭਾਈ ਇੱਕ ਸੂਬੇ ਦੇ ਵਿੱਚ ਪਰਾਲੀ ਨੂੰ ਲੱਗੀ ਅੱਗ ਦਾ ਧੂਆਂ ਇਕੱਲਾ ਇੱਕ ਸੂਬੇ 'ਚ ਨਹੀਂ ਰਹਿੰਦਾ, ਹਰਿਆਣੇ ਦੇ ਧੂਏ ਨੇ ਇਹ ਕਿ ਸ਼ੰਭੂ ਪਾਰ ਕਰਕੇ ਐਨੂੰ ਨਹੀਂ ਆਉਣਾ, ਜਾਂ ਪਰਲੇ ਪਾਸੇ ਦਿੱਲੀ ਨੂੰ ਨਹੀਂ ਜਾਣਾ, ਜਾਂ ਰਾਜਸਥਾਨ ਜਾਂ UP ਨੂੰ ਨਹੀਂ ਜਾਣਾ। ਹੋ ਸਕਦਾ ਹੈ ਕਿ ਉਹ ਵੀ ਕਿਸੇ ਨਾ ਕਿਸੇ ਤਰੀਕੇ ਕੇਂਦਰੀ ਹੱਥਾਂ 'ਚ ਰਹੇ। ਫਿਰ ਤੁਸੀਂ ਅੰਦਾਜ਼ਾ ਲਾਓ, ਜੇ ਕੇਂਦਰੀ ਹੱਥਾਂ 'ਚ ਰਹੂਗਾ, ਸੈਟੇਲਾਈਟ ਤਸਵੀਰਾਂ ਹੋਣਗੀਆਂ, ਬਹੁਤ ਕੁਝ ਹੋਊਗਾ, ਫਿਰ ਕਾਰਵਾਈਆਂ ਕਿੱਦਾਂ ਦੀਆਂ ਹੋਣਗੀਆਂ।
ਤੁਸੀਂ ਗੱਲ ਕੀਤੀ ਸੀ ਭਾਜਪਾ ਦੀ। ਆਪਾਂ ਫਿਰ ਮੈਂ ਕਲੀਅਰ ਕਰਦਾ ਕਿ ਮਸਲਾ ਇਹ ਨਹੀਂ ਕਿ ਲੋਕਾਂ ਦੇ ਪੱਖ 'ਚ ਕੀ ਹੈ, ਮਸਲਾ ਹੈ ਕਿ ਜ਼ਮੀਨ ਦੇ ਉੱਤੇ ਸਿਆਸੀ ਤੌਰ ਤੇ ਸਰਗਰਮੀਆਂ ਕੀ ਨੇ। ਹੁਣ ਸੰਧਾਲੀਆ ਸਾਹਿਬ ਬੀਜੇਪੀ ਹੈ, ਹੁਣ ਬੀਜੇਪੀ ਰਿਪੋਰਟ ਕਾਰਡ ਰੱਖੂਗੀ, ਬੀਜੇਪੀ ਕਹੂਗੀ ਅਸੀਂ ਆਹ ਵੀ ਕਰਤਾ, ਅਸੀਂ ਆਹ ਵੀ ਕਰ ਦੇਣਾ। ਪਹਿਲੀ ਗੱਲ ਕਿ ਬੀਜੇਪੀ ਦੀ ਕੇਂਦਰ 'ਚ ਸਰਕਾਰ ਹੈ ਤੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਸਾਰੇ ਸਿਆਸੀ ਲੀਡਰ ਦੁੱਧ ਧੋਤੇ ਨਹੀਂ ਹੈਗੇ। ਕਈ ਵਾਰੀ ਕੇਂਦਰ ਦਾ ਡੰਡਾ ਕਈ ਤਰ੍ਹਾਂ ਦੇ ਕੰਮ-ਕੁਮ ਕਰ ਜਾਂਦਾ ਹੁੰਦਾ। ਆਪਾਂ ਕਈ ਵਾਰ ਦੇਖਿਆ ਨੋਟਿਸ ਸੰਮਨ ਝਾਟੀ ਆ ਜਾਂਦੇ ਹੁੰਦੇ ਆ ਤੇ ਜਿਹੜਾ ਲੀਡਰ ਕਾਣਾ ਹੋਇਆ ਉਹਨੇ ਮਿੰਟ ਨਹੀਂ ਲਾਉਣਾ, ਕੰਨੀ ਘੇਸਲ ਮਾਰਦੇ ਨੇ ਪੰਜਾਬ ਵਾਲੇ ਨੇ। ਦੂਸਰੀ ਗੱਲ, ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਲੱਗਦਾ। ਜੇ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਨਾ ਕਿ ਬੀਜੇਪੀ ਗਈ, ਬੀਜੇਪੀ ਖਤਮ, ਬੀਜੇਪੀ ਦਾ ਪੰਜਾਬ 'ਚ ਕੱਖ ਨਹੀਂ ਬਚਿਆ, ਤੁਸੀਂ ਅੰਦਾਜ਼ਾ ਲਾਓ ਕਿ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਪਰ ਬਾਕੀ ਪਾਸੇ ਪੰਜਾਬ ਦੇ ਨਾਲ ਕੀ ਹੈ। ਇੱਕ ਪਾਸੇ ਜੇ ਆਪਾਂ ਦੇਖ ਲਈਏ ਤਾਂ ਹਰਿਆਣਾ ਹੈ, ਉੱਥੇ ਬੀਜੇਪੀ ਦੀ ਸਰਕਾਰ ਹੈ, ਨਾਲ ਲੱਗਦੇ ਇਲਾਕਿਆਂ ਦੇ ਲੋਕ ਕਿੱਦਾਂ ਪ੍ਰਭਾਵਿਤ ਹੋ ਸਕਦੇ ਹੈ। ਦੂਸਰੇ ਪਾਸੇ ਆਪਣਾ ਆ ਗਿਆ ਹਿਮਾਚਲ, ਉੱਥੇ ਬੀਜੇਪੀ ਦੀ ਸਰਕਾਰ ਆ, ਨਾਲ ਲੱਗਦੇ ਇਲਾਕੇ ਕਿੱਦਾਂ ਪ੍ਰਭਾਵਿਤ ਹੋ ਸਕਦੇ ਆ। ਤੀਸਰੇ ਪਾਸੇ ਆ ਗਿਆ ਜੰਮੂ ਕਸ਼ਮੀਰ, ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਕੇਂਦਰ ਸਰਕਾਰ ਦਾ ਸਿੱਧਾ ਜਿਹੜਾ ਉੱਥੇ ਰੋਲ ਪਲੇ ਰਹਿਣਾ ਹੈ। ਉਧਰਲੇ ਪਾਸੇ ਵੀ ਰਾਜਸਥਾਨ ਦੇ ਵਿੱਚ ਕਹਿਣ ਨੂੰ ਤਾਂ ਹਲੇ ਸਰਕਾਰ ਕਿਹਨਾਂ ਦੀ ਆਪਾਂ ਸਾਰਿਆਂ ਨੂੰ ਪਤਾ ਹੈ, ਪਰ ਉੱਥੇ ਸਰਕਾਰ ਕਦੋਂ ਕਿੰਨੇ ਕੁ ਮਿੰਟਾਂ ਦੇ ਵਿੱਚ ਸੱਜੇ ਖੱਬੇ ਹੋ ਸਕਦੀ ਹੈ ਆਪਾਂ ਨੂੰ ਇਹ ਵੀ ਪਤਾ ਹੈ। ਸੋ ਇਸ ਕਰਕੇ ਅਜੇ ਤਾਂ ਭਾਈ ਚੱਲਦੀ ਆ ਬਿਹਾਰ ਦੀ ਚੋਣ, ਉਹਦੇ ਤੋਂ ਬਾਅਦ ਛੇਤੀ ਆਉਣੀ ਆ ਬੰਗਾਲ ਦੀ ਚੋਣ, ਪੱਛਮੀ ਬੰਗਾਲ ਦੀ। ਉਹਦੇ ਤੋਂ ਬਾਅਦ ਹੋ ਸਕਦਾ ਕਿ ਬੀਜੇਪੀ ਵਾਲਿਆਂ ਦਾ ਸਾਰਾ ਧਿਆਨ ਜਿਹੜਾ ਉਹ ਪੰਜਾਬ ਦੇ ਉੱਤੇ ਹੋ ਜਾਵੇ। ਜੇ ਅਗਲੇ 6 ਕੈਬਨਿਟ ਮੰਤਰੀਆਂ ਨੂੰ ਵੀਡੀਓ ਕਾਨਫਰੰਸਿੰਗ ਦੀ ਡਿਊਟੀ ਦੇ ਸਕਦੇ ਆ ਤੇ 15 ਨੂੰ ਪੰਜਾਬ 'ਚ ਜਾ ਕੇ ਲੋਕਾਂ ਨੂੰ ਮਿਲਣ ਦੀ ਡਿਊਟੀ ਵੀ ਦੇ ਸਕਦੇ ਆ। ਨਹੀਂ ਜੀ, ਇਹ ਤਾਂ ਹੋ ਗਿਆ ਕੰਮ। ਤੁਸੀਂ ਦੇਖੋ ਬਾਟ ਸਾਹਿਬ, ਹੁਣ ਤੱਕ ਤੁਸੀਂ ਇਹ ਦੇਖਦੇ ਆਏ ਹੋਣੇ ਆ ਕਿ ਵੀ ਨਿਰਮਲਾ ਸੀਤਾਰਮਨ ਜਿਹੜੇ ਕਿ ਫਾਈਨੈਂਸ ਮਿਨਿਸਟਰ ਨੇ ਭਾਰਤ ਦੇ, ਉਹਨਾਂ ਨੇ ਜਿੰਨੀ ਕੁ ਵਾਰ ਵੀ ਪ੍ਰੈਸ ਕਾਨਫਰੰਸ ਕੀਤੀ ਜਾਂ ਗੱਲਾਂ ਬਾਤਾਂ ਕੀਤੀਆਂ ਉਹਦੇ ਵਿੱਚ ਫਾਈਨੈਂਸ ਦੀ ਗੱਲ ਹੁੰਦੀ ਹੈ, ਪੈਸੇ ਧੇਲੇ ਦੀ ਗੱਲ ਹੁੰਦੀ ਹੈ, ਮੁਲਕ ਇੱਥੇ ਪਹੁੰਚ ਗਿਆ, ਇੱਥੇ ਆਪਾਂ ਲੈ ਕੇ ਜਾਣਾ। ਉਹਨਾਂ ਨੇ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਹੜਾ ਜਲਾਲਪੁਰ ਪਿੰਡ ਹੈ ਉੱਥੇ 6 ਸਾਲ ਦੀ ਬਾਲੜੀ ਦੇ ਨਾਲ ਜੋ ਕੁਝ ਹੋਇਆ ਉਸ ਘਟਨਾ ਦਾ। ਇਹਨੂੰ ਵੀ ਆਪਾਂ ਥੋੜ੍ਹਾ ਜਿਹਾ ਸਮਝੀਏ ਕਿ ਜੇ ਇੱਕ ਕੇਂਦਰੀ ਮੰਤਰੀ ਕੇਂਦਰੀ ਲੈਵਲ ਦੇ ਉੱਪਰ ਜਿੱਥੇ ਨੈਸ਼ਨਲ ਮੀਡੀਆ ਦੇਖ ਰਿਹਾ, ਉੱਥੇ ਪੰਜਾਬ ਦੇ ਇੱਕ ਪਿੰਡ 'ਚ ਵਾਪਰੀ ਮਾੜੀ ਘਟਨਾ ਜਿਹੜੀ ਹੈ ਉਹਦਾ ਜ਼ਿਕਰ ਕਰੇ, ਤੇ ਇੱਥੋਂ ਵੀ ਆਪਾਂ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਵੀ ਹਰ ਇੱਕ ਇਨਫੋਰਮੇਸ਼ਨ ਉੱਥੇ ਪਹੁੰਚਦੀ ਹੈ ਐਂਡ ਉਸ ਇਨਫੋਰਮੇਸ਼ਨ ਨੂੰ ਕਿਸ ਮੌਕੇ 'ਤੇ ਕਿਵੇਂ ਵਰਤਿਆ ਜਾਣਾ ਉਹਦੀ ਗੱਲ ਵੀ ਚੱਲਣ ਲੱਗ ਪਈ। ਇਸ ਲੈਵਲ ਦੀ ਜਿਹੜੀ ਮਹੀਨਤਾ ਹੈ, ਬਰੀਕੀ ਹੈ, ਉਹਨੂੰ ਵੀ ਸਮਝਣ ਦੀ ਲੋੜ ਹੈ। ਦੇਖੋ, ਇਹ ਬੜੀ ਇੰਪੋਰਟੈਂਟ ਜੀ ਗੱਲ ਹੈ ਕਿ ਸਿਆਸਤ ਕਿੱਧਰ ਕਿੱਧਰ ਨੂੰ ਜਾਂਦੀ ਹੈ। ਜਦੋਂ ਹਾਥਰਸ ਦੇ ਵਿੱਚ ਉਸ ਕੁੜੀ ਦੀਆਂ ਹੱਡੀਆਂ ਤੋੜ ਦਿੱਤੀਆਂ ਜਾਂਦੀਆਂ ਜਬਰ ਜਨਾਹ ਤੋਂ ਬਾਅਦ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉਧਰਲੇ ਪਾਸੇ ਨੂੰ ਤੁਰਦੇ ਆ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ। ਜਦੋਂ ਪੰਜਾਬ 'ਚ ਘਟਨਾ ਵਾਪਰਦੀ ਹੈ ਕਿ 6 ਸਾਲਾਂ ਦੀ ਬਾਲੜੀ ਨਾਲ ਜਬਰ ਜਨਾਹ ਤੋਂ ਬਾਅਦ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਹੈ, ਉਧਰਲੇ ਪਾਸੇ ਇੱਕ ਨਹੀਂ 2 ਕੇਂਦਰੀ ਕੈਬਨਿਟ ਮੰਤਰੀਆਂ ਦੇ ਬਿਆਨ ਆਉਂਦੇ ਆ ਕਿ ਰਾਹੁਲ ਗਾਂਧੀ ਜੀ ਹੁਣ ਕਿਉਂ ਨਹੀਂ ਜਾਂਦੇ, ਹੁਣ ਕਿਉਂ ਨਹੀਂ ਉੱਧਰ ਜਾਂਦੇ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਕਿ 7 ਦਿਨਾਂ ਚਲਾਨ ਪੇਸ਼ ਹੋ ਜਾਊਗਾ, ਮੈਂ ਦੇਤੀਆਂ ਹਦਾਇਤਾਂ। ਪਹਿਲੀ ਗੱਲ ਤਾਂ ਸੰਧਾਲੀਆ ਸਾਹਿਬ ਇਹ ਸੋਚਣ ਵਾਲੀ ਹੈ ਭਾਰਤ ਦੇ ਆਮ ਲੋਕਾਂ ਦੇ ਲਈ ਕਿ ਇਹ ਚੀਜ਼ ਕਿੱਡੀ ਗਲਤ ਹੈ, ਸਾਡੇ ਦੇਸ਼ ਦੇ ਮੱਥੇ ਦੇ ਉੱਤੇ ਦਾਗ ਵਰਗੀ ਹੈ ਕਿ ਭਾਰਤ ਦੇ 2 ਬਹੁਤ ਮਹੱਤਵਪੂਰਨ ਸੂਬਿਆਂ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉਹ ਵੱਖਰੀ ਗੱਲ ਹੈ ਕਿ ਉੱਥੇ ਸਰਕਾਰ ਕਿਹਦੀ ਹੈ, ਪਹਿਲਾਂ ਯੂਪੀ 'ਚ ਵਾਪਰਦੀ ਹੈ, ਉਹਦੇ ਤੋਂ ਬਾਅਦ ਪੰਜਾਬ 'ਚ ਵਾਪਰਦੀ ਹੈ। ਹੋਣਾ ਤਾਂ ਚਿੰਤਨ ਮੰਥਨ ਚਾਹੀਦਾ ਸੀ, ਹੋਣੀਆਂ ਤਾਂ ਮੀਟਿੰਗਾਂ ਚਾਹੀਦੀਆਂ ਸੀ ਯੂਪੀ ਪੰਜਾਬ ਦੇ ਮੁੱਖ ਮੰਤਰੀਆਂ ਦੀ, ਕੇਂਦਰੀ ਮੰਤਰੀਆਂ ਦੇ ਨਾਲ ਕਿ ਭਾਈ ਕਿਵੇਂ ਹੱਲ ਕਰੀਏ। ਸਮਾਜਿਕ ਤੌਰ ਦੇ ਉੱਤੇ ਇਹ ਜਿਹੜਾ ਘਾਣ ਜਿਹਾ ਹੋਇਆ ਪਿਆ, ਲੋਕਾਂ ਦੇ ਮਨਾਂ ਦੇ ਵਿੱਚ ਇੰਨੇ ਦੂਸ਼ਿਤ ਵਿਚਾਰ ਜਿਹੜੇ ਆਉਂਦੇ ਪਏ ਆ, ਉਹ ਦੂਰ ਕਿੱਦਾਂ ਕਰਨਾ। ਆਪਾਂ ਕੁਝ ਸੋਚੀਏ, ਦੇਸ਼ ਕਿੱਧਰਲੇ ਪਾਸੇ ਨੂੰ ਜਾ ਰਿਹਾ, ਕੁਰਾਹੇ ਜਾ ਰਿਹਾ, ਪਰ ਨਾ। ਉਧਰਲੇ ਪਾਸੇ ਘਟਨਾ ਵਾਪਰੀ, ਕਾਂਗਰਸ ਪਾਰਟੀ ਨੇ ਛੱਜ 'ਚ ਪਾ ਕੇ ਛੱਟਿਆ। ਇਧਰਲੇ ਪਾਸੇ ਘਟਨਾ ਵਾਪਰੀ ਤਾਂ ਫਿਰ ਬੀਜੇਪੀ ਵਾਲੇ ਛੱਜ 'ਚ ਪਾ ਕੇ ਛੱਟਣ ਲੱਗ ਪਏ। ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਉੱਥੇ ਯੋਗੀ ਸਾਹਿਬ ਦੀ ਹੋਣੀ ਚਾਹੀਦੀ, ਇੱਥੇ ਕੈਪਟਨ ਸਾਹਿਬ ਦੀ ਹੋਣੀ ਚਾਹੀਦੀ। ਕਿਉਂ ਨਹੀਂ ਤੈਅ ਹੋਣੀ ਚਾਹੀਦੀ, ਪਰ ਕਿਵੇਂ ਤੈਅ ਕੀਤੀ ਜਾ ਰਹੀ ਹੈ, ਕਿਵੇਂ ਉਸ ਗੱਲ ਨੂੰ ਲਿਆ ਜਾ ਰਿਹਾ, ਇਹ ਬਹੁਤ ਸੋਚਣ ਸਮਝਣ ਵਾਲੀ ਗੱਲ ਹੈ। ਬਸ ਇਹ ਗੱਲਾਂ ਅਸੀਂ ਤਾਂ ਆਪ ਜੀ ਦੇ ਸਨਮੁਖ ਰੱਖ ਰਹੇ ਹਾਂ ਜੀ, ਕਿ ਤਾਂ ਜੋ ਤੁਸੀਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਸਮਝ ਸਕੋ ਕਿ ਵੀ ਮੁੱਦਾ ਇਸ ਵਕਤ ਖੇਤੀ ਹੈ। ਠੀਕ ਹੈ, ਬਹੁਤ ਵੱਡਾ ਮੁੱਦਾ ਹੈ, ਉਹ ਪੰਜਾਬ ਦੇ ਇਕੱਲੇ ਘਰ ਨੂੰ ਅਸਰ ਪਾਉਂਦਾ ਜਾਂ ਅਸਰ ਕਰਦਾ ਉਹਦੇ 'ਤੇ, ਪਰ ਜਿਸ ਹਿਸਾਬ ਨਾਲ ਇਹਦੇ ਵਿੱਚ ਸਿਆਸਤ ਵੜ ਗਈ, ਉਸ ਹਿਸਾਬ ਨਾਲ ਹੁਣ ਗੇਮ ਸਿਆਸੀ ਲੈਵਲ 'ਤੇ ਚੱਲਣ ਲੱਗ ਪਈ, ਜਿਹਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਹੈ ਉਹਨੂੰ ਥੋੜ੍ਹਾ ਜਿਹਾ ਪਿੱਛੇ ਕਰਕੇ ਅਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਦੇ ਵਿੱਚ ਆਪਣਾ ਰੋਲ ਪਲੇ ਕਰਨ ਲੱਗ ਪਈਆਂ। ਇਹਦੇ 'ਚ ਅਸੀਂ ਪੰਜਾਬ ਦੀਆਂ ਜਿਹੜੀਆਂ ਲੋਕਲ ਪਾਰਟੀਆਂ ਨੇ ਜਾਂ ਜਿਹੜੇ ਲੋਕਲ ਲੀਡਰ ਨੇ, ਅੱਜ ਉਹਨਾਂ ਦੇ ਬਾਰੇ ਜ਼ਿਕਰ ਕਰ ਰਹੇ ਸੀ ਵਾਰ-ਵਾਰ ਕਿ ਵੀ ਉਹਨਾਂ ਨੂੰ ਵੀ ਆਪਣਾ ਫਰਜ਼ ਪਿਛਲੇ ਸਮੇਂ ਦਾ, ਹੋਣ ਵਾਲਾ ਅਤੇ ਗਾਂਹ ਆਉਣ ਵਾਲੇ ਸਮੇਂ ਦਾ ਵਾਲਾ
ਵਿਚਾਰਨ ਦੀ ਲੋੜ ਹੈ। ਤੇ ਜੇ ਅਜੇ ਵੀ ਅੰਦਰ ਬਹਿ ਕੇ ਡੈਰੀ ਤੋਂ ਇਹੀ ਹਿਸਾਬ ਲਾਈ ਜਾਂਦੇ ਨੇ ਵੀ ਅੱਛਾ ਜੇ ਫਿਰ ਫਲਾਨਾ ਲੀਡਰ ਫਲਾਨੇ ਬੰਨੇ ਚਲ ਗਿਆ, ਢੀਂਗੜਾ ਢੀਂਗੜੇ ਬੰਨੇ ਚਲ ਗਿਆ, ਮੈਨੂੰ ਕਿੰਨੀਆਂ ਵੋਟਾਂ ਪੈਣਗੀਆਂ, ਤੇ ਫਿਰ ਇਹ ਮੇਰੇ ਖਿਆਲ ਨਾਲ ਹੁਣ ਤੱਕ ਉਹਨਾਂ ਦੀ ਬਹੁਤ ਵੱਡੀ ਗਲਤੀ ਹੋਏਗੀ, ਜਾਂ ਕਹਿ ਲਓ ਕਿ ਗਲਤ ਐਨਾਲਿਸਿਸ ਹੋਏਗਾ ਜਿਹੜਾ ਕਿ ਉਹ ਪੰਜਾਬ ਨੂੰ ਲੈ ਕੇ ਜਾਂ ਫਿਊਚਰ ਨੂੰ ਲੈ ਕੇ ਲਾ ਰਹੇ ਹੋਣਗੇ, ਜੇ ਅਜੇ ਵੀ ਸਿਰਫ ਵੋਟਾਂ ਵਾਲੇ ਪਾਸੇ ਧਿਆਨ ਕਰਨਾ ਤਾਂ। ਜੀ ਬਾਠ ਸਾਹਿਬ। ਜੀ ਬਿਲਕੁਲ ਸੰਧਾਲੀਆ ਸਾਹਿਬ, ਸਿਆਸੀ ਪਾਰਟੀਆਂ ਨੇ ਤਾਂ ਡਰੂ ਜਿਹੜਾ ਆਪਣਾ ਵਜਾਉਣਾ ਹੈ, ਕਿਉਂਕਿ ਉਹਨਾਂ ਨੂੰ ਇਹਦੇ ਵਿੱਚੋਂ 2022 ਨਜ਼ਰ ਆਉਂਦੀ ਹੈ। ਇਸੇ ਕਰਕੇ ਪੋਲੀਟੀਕਲ ਲੀਡਰ ਕਦੇ ਇੱਕ ਧਰਨੇ 'ਚ, ਕਦੇ ਦੂਜੇ ਧਰਨੇ 'ਚ, ਕਦੇ ਤੀਸਰੇ ਧਰਨੇ 'ਚ ਜਾ ਰਹੇ ਹੈ। ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਹੈ। ਰੋਡ ਮੈਪ ਕੋਈ ਨਹੀਂ ਦਿੰਦਾ, ਹੱਲ ਕੋਈ ਨਹੀਂ ਦੱਸਦਾ। ਵੋਟਾਂ ਸਾਰੇ ਭਾਲਦੇ ਆ, ਕੁਰਸੀ ਸਾਰੇ ਭਾਲਦੇ ਆ, ਪਰ ਉਸ ਕੁਰਸੀ ਤੇ ਬੈਠ ਕੇ ਹਰਾ ਪੈਨ ਕਿਵੇਂ ਚਲਾਉਣਾ ਹੈ, ਕਿਹਦੇ ਪੱਖ 'ਚ ਚਲਾਉਣਾ ਹੈ, ਉਧਰਲੇ ਪਾਸੇ ਨਹੀਂ ਦੇਖਦੇ। ਹਾਂ, ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ, ਉਹਦੇ ਤੋਂ ਪਹਿਲਾਂ ਸੰਧਾਲੀਆ ਸਾਹਿਬ ਉਹ 250 ਕਿਸਾਨ ਜਥੇਬੰਦੀਆਂ ਦੀ ਇੱਕ ਵਰਕਿੰਗ ਕਮੇਟੀ ਹੈ, ਉਹਨਾਂ ਨੇ ਬੀਤੇ ਕੱਲ੍ਹ ਮੀਟਿੰਗ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਵਿਚਾਰ ਵੀ ਕੀਤੀ, ਨਿੰਦਾ ਵੀ ਕੀਤੀ ਕਿ ਕੇਂਦਰ ਨੂੰ ਮਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ। ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਅਪੀਲ ਵੀ ਕੀਤੀ ਕਿ ਸੰਘਰਸ਼ ਸ਼ਾਂਤਮਈ ਰੱਖਿਓ। ਪਰ ਅਸੀਂ ਦੇਖੋ ਇਹ ਚਾਹੁੰਦੇ ਹਾਂ ਕਿ ਆਉਣ ਵਾਲਾ ਇਹ ਸਮਾਂ ਬਹੁਤਾ ਸਧਾਰਨ ਤਾਂ ਹੋਣਾ ਨਹੀਂ, ਪਰ ਇੱਕ ਤਾਂ ਜਿਹੜਾ ਵੀ ਕੋਈ ਕਿਸਾਨ ਜਾਂ ਜਿਹੜਾ ਵੀ ਪੰਜਾਬੀ ਕਿਸੇ ਧਰਨੇ ਦੇ ਵਿੱਚ ਗਿਆ, ਕੋਈ ਕਿਸੇ ਨੂੰ ਅਪਸ਼ਬਦ ਨਾ ਬੋਲੋ। ਸੋਸ਼ਲ ਮੀਡੀਆ ਤੇ ਜੇ ਕੋਈ ਅਫਵਾਹ ਫੈਲਦੀ ਹੈ ਤਾਂ ਪਹਿਲ ਦੇ ਆਧਾਰ ਦੇ ਉੱਤੇ ਉਹਦਾ ਯਕੀਨ ਨਾ ਕਰੋ। ਤੇ ਤੀਸਰਾ, ਕਿਸਾਨ ਜਥੇਬੰਦੀਆਂ ਹੁਣ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈ, ਉਧਰਲੇ ਪਾਸੇ ਜਾਣ ਦੀ ਥਾਂ ਸਥਿਤੀਆਂ ਨੂੰ ਦੇਖਦੇ ਹੋਏ ਫੈਸਲਾ ਲੈਣ, ਕੂਟਨੀਤਿਕ ਪੱਖ ਤੋਂ ਫੈਸਲਾ ਲੈਣ। ਜੇ ਕੂਟਨੀਤਿਕ ਪੱਖ ਦੇ ਉੱਤੇ ਬਹੁਤਾ ਧਿਆਨ ਦਿੱਤੇ ਬਿਨਾਂ ਤੇ ਵੱਖ-ਵੱਖ ਹੋ ਕੇ ਫੈਸਲੇ ਲੈ ਗਏ, ਫਿਰ ਨੁਕਸਾਨ ਹੋਊਗਾ। ਬਿਲਕੁਲ। ਇੱਥੇ ਇੱਕ ਚੀਜ਼ ਮੈਂ ਹੋਰ ਜ਼ਿਕਰ ਕਰਦਾ ਹਾਂ ਬਾਠ ਸਾਹਿਬ, ਕਿ ਵੀ ਕੇਂਦਰ ਵਾਲੇ ਪਾਸਿਓਂ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਦੇ ਲਈ ਵੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। 70 ਦੇ ਕਰੀਬ ਨਾਵਾਂ ਦੀ ਇੱਕ ਕਮੇਟੀ ਜਿਹੜੀ ਹੈ ਉਹ ਗਠਿਤ ਕਰ ਦਿੱਤੀ ਗਈ ਹੈ, ਤੇ ਵੱਡੇ ਪੱਧਰ ਦੇ ਉੱਪਰ ਪੂਰੇ ਦੇਸ਼ ਦੇ ਵਿੱਚ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਮਨਾਉਣ ਦੀ ਗੱਲ ਵੀ ਚੱਲ ਪਈ ਹੈ। ਮੈਂ ਜ਼ਿਕਰ ਕਰਦਾ ਕਿਉਂਕਿ ਕਿਸੇ ਵੇਲੇ ਹੁੰਦਾ ਕਿ ਵੀ ਇਹ ਸਾਰਾ ਕੁਛ ਇਸੇ ਪਾਸੇ ਚੱਲ ਰਿਹਾ ਕਿ ਕੁਛ ਹੋਰ ਵੀ ਹੋ ਰਿਹਾ। ਅੱਜ ਜਿੰਨੀਆਂ ਗੱਲਾਂ ਆਪ ਜੀ ਨੂੰ ਵਾਰ-ਵਾਰ ਦੱਸੀਆਂ, ਹੋ ਸਕਦਾ ਕਿ ਪ੍ਰੋਗਰਾਮ ਨੂੰ ਤੁਹਾਨੂੰ ਦੁਬਾਰਾ ਸੁਣਨਾ ਪਵੇ, ਪੈਨ ਕਾਗਜ਼ ਲੈ ਕੇ ਨੋਟ ਕਰਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਪਾਸੇ ਕੀ ਚੀਜ਼ ਚੱਲ ਰਹੀ ਹੈ। ਸਾਡਾ ਮਕਸਦ ਸਾਡੀ ਗੱਲਬਾਤ ਕਰਨ ਦਾ ਇੱਕ ਹੀ ਹੁੰਦਾ ਹੈ ਕਿ ਵੀ ਜੋ ਕੁਛ ਹੈ ਉਹ ਆਪ ਜੀ ਦੀ ਕਚਹਿਰੀ 'ਚ ਰੱਖ ਦੇਣਾ, ਕਿਉਂਕਿ ਅਸੀਂ ਕੋਈ ਫੈਸਲਾ ਲੈਣ ਵਾਲੀ ਧਿਰ ਤਾਂ ਹੈ ਨਹੀਂ। ਫੈਸਲਾ ਲੈਣ ਵਾਲੀਆਂ ਧਿਰਾਂ ਜਿਹੜੀਆਂ ਨੇ ਉਹ ਜਾਂ ਰਾਜਨੀਤਿਕ ਧਿਰਾਂ ਨੇ ਜਾਂ ਫਿਰ ਵੋਟਰ ਧਿਰਾਂ ਨੇ। ਅਸੀਂ ਤਾਂ ਸਿਰਫ ਜਾਣਕਾਰੀ ਜਿਹੜੀ ਆ ਉਹ ਪਹੁੰਚਾ ਸਕਦੇ ਹਾਂ, ਉਹਨਾਂ ਦੀ ਉਹਨਾਂ ਤੱਕ ਪਹੁੰਚਾ ਦਈਦੀ ਹੈ ਤੇ ਉਹਨਾਂ ਦੀ ਉਹਨਾਂ ਤੱਕ ਪਹੁੰਚਾ ਦਈਦੀ ਹੈ। ਪਾਠ ਸਾਹਿਬ ਵੇਲਾ ਮੁੱਕ ਗਿਆ, ਕੁਛ ਕਹਿਣਾ ਜੀ? ਬਿਲਕੁਲ ਸੰਧਾਲੀਆ ਸਾਹਿਬ, ਅਸੀਂ ਤਾਂ ਦੇਖੋ ਪੰਜਾਬ ਦੀ ਪਹਿਲੀ ਗੱਲ ਹੈ ਕਿ ਸੁੱਖ ਮੰਗਦੇ ਹਾਂ ਕਿ ਸਾਰਾ ਕੁਝ ਠੀਕ ਰਹੇ, ਸਾਰੇ ਭਾਰਤ 'ਚ ਠੀਕ ਰਹੇ। ਜਿਹੜਾ ਕੋਈ ਬੰਦਾ ਲੀਹੋਂ ਲਿਥਿਆ ਹੋਇਆ ਲੀਹ ਤੇ ਆਵੇ, ਪਰ ਪੰਜਾਬ ਦੇ ਲੋਕ, ਪੰਜਾਬ ਦੇ ਸਿਆਸੀ, ਕਿਸਾਨ ਜਾਂ ਹੋਰ ਕਿਸਮ ਦੇ ਜਿਹੜੇ ਸਾਰੇ ਤਰ੍ਹਾਂ ਦੇ ਲੀਡਰ ਹੈ, ਥੋੜ੍ਹਾ ਠਰਮੇ ਦੇ ਨਾਲ ਸੋਚ ਵਿਚਾਰ ਕੇ ਜਿਹੜਾ ਵੀ ਕੋਈ ਡਿਸੀਜ਼ਨ ਕਿਸੇ ਨੇ ਲੈਣਾ ਹੈ, ਪੰਜਾਬ ਨੂੰ ਸਾਹਮਣੇ ਰੱਖ ਕੇ ਤੇ ਚੁਣੌਤੀਆਂ ਨੂੰ ਸਾਹਮਣੇ ਰੱਖ ਕੇ ਲਿਓ। ਨਿੱਜ ਹਾਲ ਦੀ ਘੜੀ ਛੱਡ ਦਿਓ, ਨਹੀਂ ਤਾਂ ਫਿਰ ਮੁੜ ਕੇ ਔਖੇ ਹੋਵਾਂਗੇ। ਲੋਕਾਂ ਨੇ ਇਤਿਹਾਸ ਦੇ ਵਿੱਚ ਨਾ ਕਿਸੇ ਹੋਰ ਤਰੀਕੇ ਦਾ ਲਿਖਣਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਬਹੁਤ ਧੰਨਵਾਦ ਬਾਠ ਸਾਹਿਬ ਤੁਹਾਡਾ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।